ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰੇਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ। ਤੇ ਕਾਫੀ ਸਾਰੇ ਸਟੂਡੈਂਟਸ ਦੇ ਚੰਡੀਗੜ੍ਹ ਪੁਲਿਸ ਨੂੰ ਲੈ ਕੇ ਕਾਫੀ ਮੈਸੇਜ ਆਏ ਹੋਏ ਹੈ। ਠੀਕ ਹੈ ਕਿ ਸਰ ਚੰਡੀਗੜ੍ਹ ਪੁਲਿਸ ਦਾ ਕਿੱਦਾਂ ਕਰਨਾ ਹੈ, ਫਿਰ ਤਿਆਰੀ ਵਗੈਰਾ ਕੁਝ ਦੱਸੋ, ਕੋਈ ਆਈਡੀਆ, ਕੁਝ ਨੋਟਸ ਵਗੈਰਾ, ਕੋਈ ਕੋਰਸ, ਤਾਂ ਉਹਨਾਂ ਬਾਰੇ ਗੱਲਾਂ ਕਰਾਂਗੇ ਆਪਾਂ। ਠੀਕ ਹੈ, ਪਰ ਕਾਫੀ ਸਾਰੇ ਸਟੂਡੈਂਟਸ ਨੇ ਇਹ ਵੀ ਕਿਹਾ ਸੀਗਾ ਕਿ ਸਰ ਜੇ ਕੋਈ ਪੁਰਾਣਾ ਪੇਪਰ ਪਿਆ ਹੋ ਤਾਂ ਉਹ ਦਿਖਾਓ ਕਿ ਕਿੱਦਾਂ ਦਾ ਆਉਂਦਾ ਸੀਗਾ, ਕਿਉਂਕਿ ਪੇਪਰ ਸੀਗਾ ਆਨਲਾਈਨ ਉਸ ਟਾਈਮ। ਠੀਕ ਹੈ, ਤੇ ਕਾਫੀ ਸਾਰੇ ਸਟੂਡੈਂਟਸ ਨੂੰ ਲੈਂਗੁਏਜ ਨੂੰ ਲੈ ਕੇ ਵੀ ਇੱਕ ਡਾਊਟ ਉਹਨਾਂ ਦੇ ਮਨ 'ਚ ਹੈਗਾ ਵੀ ਪੇਪਰ ਕਿਹੜੀ ਭਾਸ਼ਾ 'ਚ ਹੋਏਗਾ। ਠੀਕ ਹੈ, ਪੰਜਾਬ ਜੀ ਕੇ ਆਏਗੀ ਜਾਂ ਨਹੀਂ ਆਏਗੀ, ਜਾਂ ਹਰਿਆਣਾ ਜੀ ਕੇ ਆਏਗੀ, ਜਾਂ ਕਿਆ ਹਿਸਾਬ ਕਿਤਾਬ ਹੈ, ਸਾਰਾ ਕੁਛ ਹੈ ਨਾ। ਤਾਂ ਉਹ ਆਪਾਂ ਅੱਜ ਗੱਲਾਂ ਕਰਾਂਗੇ ਬਈ। ਤੇ ਨਾਲ ਦੀ ਨਾਲ ਇੱਕ ਪੇਪਰ ਤੁਹਾਡੇ ਵਾਸਤੇ ਹੈਗਾ ਜੀ 17 ਨਵੰਬਰ, ਇਹ ਚੰਡੀਗੜ੍ਹ ਪੁਲਿਸ ਦਾ ਪੇਪਰ ਹੈ, 17 ਨਵੰਬਰ 2018 ਨੂੰ ਹੋਇਆ ਸੀਗਾ ਜੀ। ਠੀਕ ਹੈ, ਬਿਲਕੁਲ 100% ਓਰੀਜਨਲ ਪੇਪਰ ਹੈ। ਕਾਫੀ ਸਾਰੇ YouTube ਚੈਨਲ ਤਾਂ ਮੈਂ ਦੇਖਿਆ, ਕਈ ਬੱਚਿਆਂ ਨੇ ਵੀਡੀਓ ਭੇਜੀਆਂ ਸਰ ਐਵੇਂ ਆਪਣੇ ਵੱਲੋਂ ਉਹਨਾਂ ਨੇ ਕੁਝ ਬਣਾ ਕੇ ਵੀ, ਹਾਂ ਕਿਉਂਕਿ ਆਨਲਾਈਨ ਪੇਪਰ ਸੀਗਾ ਜੀ। ਠੀਕ ਹੈ, ਤਾਂ ਉਹ ਕਰਤਾ ਉਹਨਾਂ ਨੇ ਕਿ ਹਾਂ ਇਹ ਆਏ ਹੋਏ ਸੀਗੇ ਕੁਐਸਚਨ। ਇਹ ਪੇਪਰ 100% ਓਰੀਜਨਲ ਹੈ, ਮੈਂ ਗਾਰੰਟੀ ਲੈ ਸਕਦਾ। ਕਿਉਂ ਗਾਰੰਟੀ ਲੈ ਸਕਦਾ ਮੈਂ? ਕਿਉਂਕਿ ਆਲਰੇਡੀ ਮੇਰਾ ਫਰੈਂਡ ਚੰਡੀਗੜ੍ਹ ਪੁਲਿਸ 'ਚ ਸਿਲੈਕਟਡ ਹੈ, ਤੇ ਉਹਦਾ ਇਹ ਪੇਪਰ ਹੈ ਬੜਾ ਔਖਾ ਲੱਭਿਆ ਮੇਲ ਦੇ ਵਿੱਚੋਂ। ਠੀਕ ਹੈ, ਜਦੋਂ ਚੰਡੀਗੜ੍ਹ ਪੁਲਿਸ ਦੀ ਭਰਤੀ ਆਈ ਹੈ, ਉਹਨੂੰ ਕਿਹਾ ਸੀਗਾ ਬਈ ਜਿਹੜਾ ਤੇਰਾ ਪੇਪਰ ਸੀਗਾ ਤੈਨੂੰ ਆਈ ਸੀਗੀ ਆਨਸਰ ਕੀ, ਉਹ ਸੈਂਡ ਕਰ। ਉਹ ਕਹਿੰਦਾ ਬਹੁਤ ਪਹਿਲਾਂ ਆਈ ਸੀਗੀ, ਬਈ ਲੱਭਣੀ ਪੈਣੀ ਹੈ। ਤਾਂ ਲੱਭ ਲੁੱਭ ਕੇ ਬੜੀ ਔਖੀ ਮਿਲੀ ਹੈ। ਤਾਂ ਇਹ ਪੇਪਰ ਬਿਲਕੁਲ 100% ਓਰੀਜਨਲ ਹੈ, ਤੇ ਮੈਂ ਤੁਹਾਨੂੰ ਅੱਜ ਉਸਦੀ ਕੱਲੇ ਕੁਐਸਚਨ ਬਾਰੇ ਦੱਸੂਗਾ। ਜੀਕੇ ਦਾ ਕੱਲਾ ਕੁਐਸਚਨ ਕਿਹੜੇ ਸਬਜੈਕਟ ਤੋਂ ਆਇਆ। ਠੀਕ ਹੈ, ਕਿੰਨੇ ਕੁਐਸਚਨ ਕਰੰਟ ਦੇ ਸੀਗੇ, ਸਾਰੀ ਡਿਟੇਲ ਆਪਾਂ ਕਰਾਂਗੇ। ਤੇ ਨਾਲੇ ਮੈਂ ਤੁਹਾਨੂੰ ਇਹ ਵੀ ਦੱਸੂਗਾ ਬਈ ਆਪਾਂ YouTube ਤੋਂ ਸਿਰਫ ਓਨਲੀ YouTube ਦਾ ਯੂਜ਼ ਕਰਕੇ ਕੋਈ ਤੁਹਾਨੂੰ ਕੋਰਸ ਵਗੈਰਾ ਕੁਝ ਵੀ ਪਰਚੇਸ ਕਰਨ ਦੀ ਲੋੜ ਨਹੀਂ ਹੈਗੀ। ਚੰਡੀਗੜ੍ਹ ਕਨਸਟੇਬਲ ਦੀ ਤਿਆਰੀ ਜੇ ਤੁਸੀਂ ਮਿਹਨਤੀ ਹੋ, ਹੈਂਡ ਰਿਟਨ ਨੋਟਸ ਆਪਣੇ ਬਣਾਉਂਦੇ ਹੋ, ਹੈ ਨਾ, PDF ਦੇ ਚੱਕਰਾਂ 'ਚ ਨਹੀਂ ਪੈਂਦੇ, ਤਾਂ ਤੁਸੀਂ ਸਾਰੀ ਤਿਆਰੀ ਆਪਣੀ ਚੰਡੀਗੜ੍ਹ ਪੁਲਿਸ ਦੀ YouTube ਤੋਂ ਕਰ ਸਕਦੇ ਹੋ, ਕੋਈ ਚੱਕਰ ਨਹੀਂ ਹੈ। ਠੀਕ ਹੈ ਨਾ, ਜਿੰਨੀ PDF ਆਪਣੇ ਕੋਲ ਹੈਗੀਆਂ ਫ੍ਰੀ ਵਾਲੀ ਆਪਾਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹਾਂ, ਉਹ ਵੀ ਮੈਂ ਤੁਹਾਨੂੰ ਦੱਸੂਗਾ ਤੁਸੀਂ ਕਿੱਥੋਂ ਉਹ PDF ਲੈ ਸਕਦੇ ਹੋ। ਠੀਕ ਹੈ, ਤਾਂ ਫालतू ਟੈਨਸ਼ਨ ਲੈਣ ਦੀ ਲੋੜ ਨਹੀਂ। ਆਪਾਂ ਅੱਜ ਇਹ ਪਹਿਲਾਂ ਸ਼ਿਫਟ ਸੋਲਵ ਕਰਾਂਗੇ। ਠੀਕ ਹੈ, 17 ਨਵੰਬਰ 2018 ਨੂੰ ਇਹ ਪੇਪਰ ਹੋਇਆ ਸੀਗਾ। ਉਸ ਤੋਂ ਬਾਅਦ ਮੈਂ ਤੁਹਾਨੂੰ PDFਾਂ ਬਾਰੇ ਦੱਸੂਗਾ, ਕਲਾਸਾਂ ਦੱਸੂਗਾ ਕਿ ਕਿਹੜੇ ਜੀਕੇ ਦੇ ਟੌਪਿਕ ਆਪਾਂ ਪੜ੍ਹਨੇ ਆ, ਕਿਹੜੇ ਤੁਹਾਨੂੰ ਫ੍ਰੀ ਆਫ ਕੋਸਟ YouTube ਤੇ ਮਿਲ ਜਾਣਗੇ। ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਠੀਕ ਹੈ, ਮੈਂ ਇੱਥੇ ਕੋਈ ਕੋਰਸ ਵਗੈਰਾ ਤੁਹਾਨੂੰ ਨਹੀਂ ਕਹੂੰਗਾ ਕਿ ਕੋਰਸ ਖਰੀਦੋ ਕਿਸੇ ਦਾ ਜਾਂ ਕੁਝ ਵੀ ਹੈ ਨਾ, ਉਹ ਤੁਹਾਡੀ ਆਪਣੀ ਇੱਛਾ ਹੈ। ਆਪਣਾ ਕੋਈ ਕੋਰਸ ਵੀ ਨਹੀਂ ਹੈਗਾ ਬਾਈ। ਠੀਕ ਹੈ, ਕਿ ਮੈਂ ਤੁਹਾਨੂੰ ਕਹੂੰਗਾ ਵੀ ਹਾਂ ਤੁਸੀਂ ਸਾਡੀ ਐਪ ਡਾਊਨਲੋਡ ਕਰ ਲਓ, ਉੱਥੋਂ ਤੁਸੀਂ ਕੋਰਸ ਖਰੀਦੋ। ਨਹੀਂ, ਕੋਈ ਕੋਰਸ ਖਰੀਦਣ ਦੀ ਲੋੜ ਨਹੀਂ ਹੈਗੀ। ਆਓ ਆਪਣੇ ਟੌਪਿਕ ਤੇ ਆਓ। ਠੀਕ ਹੈ, ਚਲੋ ਇੱਕ ਇੱਕ ਕਰਕੇ ਪਹਿਲਾਂ ਆਪਾਂ ਕੁਐਸਚਨ ਦੇਖਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਇਹ ਡਾਊਟ ਕਲੀਅਰ ਕਰ ਦਿੰਦੇ ਆ ਬੱਚਿਆਂ ਦਾ, ਲੈਂਗੁਏਜ ਕਿਹੜੀ ਰਹੇਗੀ। ਬਈ 3 ਭਾਸ਼ਾ ਲਿਖੀ ਹੋਈਆਂ, ਇਹ ਡਿਟੋ ਕਾਪੀ ਮਾਰਿਆ ਹੋਇਆ ਹੈ, ਆਪਾਂ ਟਾਈਪ ਵੀ ਨਹੀਂ ਕਰਿਆ। ਠੀਕ ਹੈ ਨਾ, ਉਹ ਜਿਹੜੀ ਆਨਸਰ ਕੀ ਸੀ ਉੱਥੋਂ ਟਾਈਪ ਸਿੱਧਾ ਕਾਪੀ ਮਾਰਿਆ। ਇਹ 3 ਲੈਂਗੁਏਜ ਸੀਗੀ ਬਈ, ਪੰਜਾਬੀ ਦੇ ਵਿੱਚ ਵੀ, ਹਿੰਦੀ ਦੇ ਵਿੱਚ ਵੀ, ਅੰਗਰੇਜ਼ੀ ਦੇ ਵਿੱਚ ਵੀ। ਓਕੇ ਜੀ, ਠੀਕ ਹੈ। ਫੋਨ ਇੱਕ ਵਾਰ ਮੈਂ ਸਾਇਲੈਂਟ ਕਰਦਾ। ਚਲੋ ਫਿਰ 3 ਲੈਂਗੁਏਜ, ਤਾਂ ਲੈਂਗੁਏਜ ਵਾਲਾ ਤਾਂ ਟੈਨਸ਼ਨ ਤੁਸੀਂ ਆਪਣੇ ਮਾਈਂਡ ਚੋਂ ਕੱਢ ਦਿਓ ਬਿਲਕੁਲ ਹੀ। ਜਿਹੜੀ ਭਾਸ਼ਾ ਤੁਹਾਨੂੰ ਵਧੀਆ ਲੱਗਦੀ ਹੈ ਉਸ ਭਾਸ਼ਾ 'ਚ ਅਟੈਂਪਟ ਕਰੋ। ਠੀਕ ਹੈ, ਪਹਿਲਾ ਕੁਐਸਚਨ ਕੀ ਹੈ ਜੀ, ਇਹਨਾਂ ਵਿੱਚੋਂ ਕਿਹੜਾ 1991 ਦੀ ਨਵੀਂ ਆਰਥਿਕ ਨੀਤੀ ਦਾ ਇੱਕ ਭਾਗ ਨਹੀਂ ਹੈ? ਤਾਂ ਇਹ ਕੁਐਸਚਨ ਹੈਗਾ ਇਕਨੋਮਿਕਸ ਤੋਂ। ਠੀਕ ਹੈ ਨਾ, ਇਕਨੋਮਿਕਸ ਤੋਂ ਕੁਐਸਚਨ ਹੈ। ਠੀਕ ਹੈ, ਮਤਲਬ 1991 ਦੇ ਵਿੱਚ ਉਸ ਟਾਈਮ ਗਵਰਨਮੈਂਟ ਸੀਗੀ ਜੀ ਪੀਵੀ ਨਰਸਿਮਹਾ ਰਾਓ ਦੀ। ਪੀਵੀ ਨਰਸਿਮਹਾ ਰਾਓ ਦੀ ਗਵਰਨਮੈਂਟ ਸੀਗੀ। ਪ੍ਰਾਈਮ ਮਿਨਿਸਟਰ ਤਾਂ ਪੀਵੀ ਨਰਸਿਮਹਾ ਰਾਓ ਸੀਗੇ। ਫਾਈਨੈਂਸ ਮਿਨਿਸਟਰ ਉਸ ਟਾਈਮ ਸੀਗੇ ਜੀ ਮਨਮੋਹਨ ਸਿੰਘ। ਠੀਕ ਹੈ ਜੀ, ਜਿਹੜੇ ਬਾਅਦ 'ਚ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣੇ ਮਨਮੋਹਨ ਸਿੰਘ। ਤਾਂ ਇਹ ਮਿਲ ਕੇ ਇਹਨਾਂ ਨੇ ਨਵੀਂ ਆਰਥਿਕ ਨੀਤੀ ਬਣਾਈ, ਨਵੀਂ ਇਕਨੋਮਿਕ ਪਾਲਿਸੀ ਬਣਾਈ ਸੀਗੀ। ਇੱਕ ਨਵੇਂ ਰਿਫਾਰਮਸ, ਇੱਕ ਨਵੇਂ ਸੁਧਾਰ ਲੈ ਕੇ ਆਏ ਸੀਗੇ, ਜਿਹਨੂੰ ਕਿਹਾ ਜਾਂਦਾ ਹੈ LPG। ਬਸ ਇਹ ਯਾਦ ਰੱਖ ਲਿਓ, LPG। ਐਲ ਦਾ ਮਤਲਬ ਲਿਬਰਲਾਈਜੇਸ਼ਨ ਹੋ ਗਿਆ, ਯਾਨੀ ਉਦਾਰੀਕਰਨ। ਠੀਕ ਹੈ, ਪੀ ਦਾ ਮਤਲਬ ਪ੍ਰਾਈਵੇਟਾਈਜੇਸ਼ਨ ਹੋ ਗਿਆ ਜੀ, ਯਾਨੀ ਨਿੱਜੀਕਰਨ। ਜੀ ਦਾ ਮਤਲਬ ਹੋ ਗਿਆ ਗਲੋਬਲਾਈਜੇਸ਼ਨ, ਯਾਨੀ ਵੈਸ਼ਵੀਕਰਨ। ਤਾਂ ਇਹ 3 ਸੀਗੇ ਜੀ ਨਵੀਂ ਇਕਨੋਮਿਕ ਪਾਲਿਸੀ ਦੇ ਵਿੱਚ, LPG। ਇਹਨੂੰ LPG ਰਿਫਾਰਮਸ ਵੀ ਕਿਹਾ ਜਾਂਦਾ ਹੈ। ਪੁੱਛਿਆ ਜਾਂਦਾ LPG ਰਿਫਾਰਮਸ ਕੌਣ ਲੈ ਕੇ ਆਇਆ ਸੀਗਾ ਜੀ? ਤਾਂ ਉਸ ਟਾਈਮ ਪੀਵੀ ਨਰਸਿਮਹਾ ਰਾਓ ਦੀ ਗਵਰਨਮੈਂਟ ਸੀਗੀ, ਉਹ ਲੈ ਕੇ ਆਏ ਸੀਗੇ। ਗੱਲ ਹੈਗੀ ਆ 1991 ਦੀ। ਜੇ ਪੁੱਛਦੇ ਆ ਉਸ ਟਾਈਮ ਫਾਈਨੈਂਸ ਮਿਨਿਸਟਰ ਕੌਣ ਸੀਗੇ ਜੀ? ਤਾਂ ਉਹ ਸੀਗੇ ਜੀ ਡਾਕਟਰ ਮਨਮੋਹਨ ਸਿੰਘ। ਅੰਡਰਸਟੈਂਡ? ਤਾਂ ਹੁਣ ਦੇਖ ਲਓ, ਇਹਨਾਂ ਨੇ ਇਹੀ ਪੁੱਛਿਆ ਕਿਹੜਾ ਨਹੀਂ ਸੀਗਾ। ਤਾਂ
ਗਲੋਬਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਲਿਬਰਲਾਈਜੇਸ਼ਨ, LPG ਇਹ ਸੀਗੇ, ਮੋਡਰਨਾਈਜੇਸ਼ਨ ਨਹੀਂ ਸੀਗਾ। ਤਾਂ ਇਹਦਾ ਰਾਈਟ ਆਂਸਰ ਕੀ ਹੋ ਗਿਆ? 3 ਹੋ ਗਿਆ। ਓਕੇ, ਇਹ ਇਕਨੋਮਿਕਸ ਤੋਂ ਕੁਐਸਚਨ ਸੀਗਾ ਜੀ। ਅੰਡਰਸਟੈਂਡ? ਚਲੋ ਜੀ ਨੈਕਸਟ ਕੁਐਸਚਨ ਦੇਖੋ। ਨੈਕਸਟ ਕੁਐਸਚਨ ਕਿਹੜਾ ਹੈ ਜੀ? ਅਰਥ ਸ਼ਾਸਤਰ ਦੀ ਦੂਜਾ ਕੁਐਸਚਨ ਵੀ ਇਕਨੋਮਿਕਸ ਤੋਂ ਹੈ। ਠੀਕ ਹੈ, ਇਕਨੋਮਿਕਸ ਦੀ ਕਿਹੜੀ ਸ਼ਾਖਾ ਹੈ ਜੀ ਜਿਹੜੀ ਕਹਿੰਦੀ ਹੈ ਕਿ ਅਸਲ ਵਿੱਚ ਕੀ ਹੈ ਦੀ ਬਜਾਏ ਕੀ ਹੋਣਾ ਚਾਹੀਦਾ ਹੈ, ਇਹ ਦੱਸਦੀ ਹੈ। ਮਤਲਬ ਕਿਹੜੀ ਇਕਨੋਮਿਕਸ ਹੈ? ਇਕਨੋਮਿਕਸ ਦੀ ਬਹੁਤ ਜ਼ਿਆਦਾ ਟਾਈਪਸ ਹੋ ਗਈ ਨਾ, ਤਾਂ ਕਿਹੜੀ ਟਾਈਪ ਸਾਨੂੰ ਦੱਸਦੀ ਹੈ ਕਿ ਕੀ ਹੈਗਾ ਆ ਤੇ ਅਸਲ ਦੇ ਵਿੱਚ ਹੋਣਾ ਕੀ ਚਾਹੀਦਾ ਸੀਗਾ? ਤਾਂ ਇਹਦਾ ਆਨਸਰ ਹੈਗਾ ਜੀ ਨੋਰਮੈਟਿਵ ਇਕਨੋਮਿਕਸ। ਠੀਕ ਹੈ, ਨਿਯਾਮਕ ਇਕਨੋਮਿਕਸ ਜਾਂ ਨਿਯਾਮਕ ਅਰਥ ਸ਼ਾਸਤਰ, ਇਹ ਇਹਦਾ ਆਨਸਰ ਹੈ। ਤਾਂ ਇਹ ਯਾਦ ਰੱਖਣਾ, 2 ਕੁਐਸਚਨ ਇਕਨੋਮਿਕਸ ਤੋਂ ਸੀਗੇ। ਜਿਹੜੀ ਜੀਕੇ ਆਈ ਸੀਗੀ ਉਹਦੇ ਚ ਸਾਰੇ ਸਬਜੈਕਟਾਂ ਤੋਂ ਕੁਐਸਚਨ ਪਾਏ ਹੋਏ ਸੀਗੇ, ਬਸ ਥੋੜਾ ਹਿਸਟਰੀ ਤੋਂ ਘੱਟ ਸੀਗਾ। ਠੀਕ ਹੈ, ਲਿਓ ਤੀਜਾ ਕੁਐਸਚਨ ਇਕਨੋਮਿਕਸ ਤੋਂ ਹੈ। ਕਿਹੜੀ 5 ਸਾਲਾ ਯੋਜਨਾ ਪੀਸੀ ਮਹਿਲਨੋਬਿਸ ਮਾਡਲ ਦੇ ਉੱਤੇ ਆਧਾਰਿਤ ਸੀਗੀ? ਤਾਂ 5 ਸਾਲਾ ਯੋਜਨਾ, 5 ਈਅਰ ਪਲਾਨ, ਪੰਚਵਰਸ਼ੀय ਯੋਜਨਾ ਜਿਹਨੂੰ ਕਿਹਾ ਜਾਂਦਾ ਹੈ, ਇਹ ਬਹੁਤ ਕਾਮਨ ਟੌਪਿਕ ਹੈ ਤੇ ਸੈਂਟਰ ਦੇ ਜਿੰਨੇ ਵੀ ਐਗਜ਼ਾਮ ਹੁੰਦੇ ਆ ਸਾਰਿਆਂ ਦੇ ਵਿੱਚ ਲਗਭਗ ਇਸ ਟੌਪਿਕ ਤੋਂ ਕੁਐਸਚਨ ਦੇਖਣ ਨੂੰ ਮਿਲ ਜਾਂਦੇ ਆ। ਠੀਕ ਹੈ, ਪੰਚਵਰਸ਼ੀय ਯੋਜਨਾ ਜਿਹਨੂੰ ਪੰਜਾਬੀ ਚ ਆਪਾਂ ਬੋਲਦੇ ਆ, ਹਿੰਦੀ ਚ ਅੰਗਰੇਜ਼ੀ ਚ 5 ਈਅਰ ਪਲਾਨ, ਇਹ ਆਪਾਂ ਨੇ USSR ਯਾਨੀ ਰਸ਼ੀਆ ਤੋਂ ਕਾਪੀ ਕਰੀ ਹੋਈ ਹੈ ਚੀਜ਼, ਹਨਾ, ਉਹਨਾਂ ਤੋਂ ਇਹ ਆਈਡੀਆ ਲਿਆ ਆਪਾਂ ਨੇ। ਤਾਂ ਇਹਨਾਂ ਨੇ ਕੁਐਸਚਨ ਕਿਹੜਾ ਪੁੱਛਿਆ, ਪਹਿਲਾਂ ਆਪਾਂ ਕੁਐਸਚਨ ਨੂੰ ਨਿਬੇੜ ਦਿੰਦੇ ਆ ਵੀ ਪੀਸੀ ਮਹਿਲਨੋਬਿਸ ਮਾਡਲ ਦੇ ਉੱਤੇ ਕਿਹੜੀ 5 ਵਰਸ਼ੀय ਯੋਜਨਾ ਆਧਾਰਿਤ ਸੀਗੀ? ਤਾਂ ਉਹ ਸੀਗੀ ਦੂਜੇ ਵਾਲੀ ਬਾਈ। ਕਿਹੜੀ? ਦੂਜੇ ਵਾਲੀ। ਠੀਕ ਹੈ, ਹੁਣ ਤੱਕ ਕਿੰਨੀ 5 ਵਰਸ਼ੀय ਯੋਜਨਾ ਆਈ ਹੈ, ਕੌਣ ਕੌਣ ਲੈ ਕੇ ਆਇਆ, ਪਹਿਲੀ ਯੋਜਨਾ ਕਦੋਂ ਆਈ ਸੀ, ਆਖਰੀ ਕਦੋਂ ਆਈ ਹੈ, ਸਾਰਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਇਹ ਕੁਝ ਪੁਆਇੰਟ ਹੈਗੇ ਆ ਜਿਹੜੇ ਤੁਸੀਂ ਨੋਟ ਕਰਨੇ ਆ। ਬੇਸਿਕ ਇਨਫੋਰਮੇਸ਼ਨ ਦੇਖੋ, ਇਹ ਇੱਕ ਆਪਣੇ ਦੇਸ਼ ਦੇ ਵਿੱਚ ਪਲੈਨਿੰਗ ਕਮਿਸ਼ਨ ਹੁੰਦਾ ਸੀਗਾ ਜੀ। ਕੌਣ ਹੁੰਦਾ ਸੀਗਾ? ਪਲੈਨਿੰਗ ਕਮਿਸ਼ਨ, ਜਿਹਨੂੰ ਯੋਜਨਾ ਆਯੋਗ ਆਪਾਂ ਬੋਲਦੇ ਆ। ਇਹ 5 ਸਾਲੀ ਯੋਜਨਾ ਲੈ ਕੇ ਆਂਦਾ ਸੀਗਾ ਪਲੈਨਿੰਗ ਕਮਿਸ਼ਨ। ਠੀਕ ਹੈ ਜੀ, ਪਲੈਨਿੰਗ ਕਮਿਸ਼ਨ ਕਦੋਂ ਬਣਿਆ ਸੀਗਾ? ਇਹ 1950 ਚ ਬਣਿਆ ਸੀਗਾ। ਪਲੈਨਿੰਗ ਕਮਿਸ਼ਨ ਦਾ ਜਿਹੜਾ ਹੈੱਡ ਹੁੰਦਾ ਸੀਗਾ ਉਹ ਪ੍ਰਾਈਮ ਮਿਨਿਸਟਰ ਹੁੰਦਾ ਸੀਗਾ। ਸੁਪਰ ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਇਸ ਪਲੈਨਿੰਗ ਕਮਿਸ਼ਨ ਨੇ ਪਹਿਲੀ 5 ਵਰਸ਼ੀय ਯੋਜਨਾ ਕਦੋਂ ਲਾਗੂ ਕਰੀ ਹੈ ਜੀ? ਇਹ ਕਰੀ ਸੀਗੀ 1951। ਸੁਪਰ ਇੰਪੋਰਟੈਂਟ ਹੈ, ਪਲੈਨਿੰਗ ਕਮਿਸ਼ਨ 1950 ਚ ਬਣਿਆ, ਪਰ ਜਿਹੜੀ ਯੋਜਨਾਵਾਂ ਆਈਆਂ 5 ਵਰਸ਼ੀय ਯੋਜਨਾ ਜਿਹਨੂੰ ਕਹਿੰਦੇ ਆ, ਉਹ 1951 ਤੋਂ ਆਣੀ ਸ਼ੁਰੂ ਹੋਈਆਂ। ਟੋਟਲ 12 ਯੋਜਨਾਵਾਂ ਆਈਆਂ। ਜਿਹੜੀ ਲਾਸਟ ਸੀਗੀ, ਪਹਿਲੀ ਆਪਾਂ ਨੇ ਦੇਖ ਲਈ 1951, ਲਾਸਟ ਵਾਲੀ ਜਿਹੜੀ 5 ਵਰਸ਼ੀय ਯੋਜਨਾ ਸੀਗੀ ਉਹ 2012 ਚ ਆਈ ਸੀਗੀ। ਉਸ ਟਾਈਮ ਸੀਗਾ ਜੀ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ, ਪਰ 2014 ਚੋਂ ਹਟ ਕੇ 2014 ਚ ਆ ਗਏ ਸੀਗਾ ਨਰਿੰਦਰ ਮੋਦੀ। ਪਰ ਇਹ ਯੋਜਨਾ 2017 ਤੱਕ ਚੱਲੀ ਹੈ। ਠੀਕ ਹੈ, ਪ੍ਰਾਈਮ ਮਿਨਿਸਟਰ ਕੌਣ ਸੀਗਾ ਜੀ? ਜਦੋਂ ਸ਼ੁਰੂ ਹੋਈ ਹੈ ਮਨਮੋਹਨ ਸਿੰਘ, ਜਦੋਂ ਖਤਮ ਹੋਈ ਹੈ ਨਰਿੰਦਰ ਮੋਦੀ। ਪਰ 2014 ਚ ਜਦੋਂ ਨਵੀਂ ਗਵਰਨਮੈਂਟ ਆਈ ਆ, ਉਹਨਾਂ ਨੇ ਚੱਕ ਕੇ ਪਲੈਨਿੰਗ ਕਮਿਸ਼ਨ ਨੂੰ ਡਿਸੋਲਵ ਕਰਤਾ, ਯਾਨੀ ਭੰਗ ਕਰਤਾ। ਤਾਂ ਪਲੈਨਿੰਗ ਕਮਿਸ਼ਨ 1950 ਚ ਬਣਿਆ, ਖਤਮ ਕਦੋਂ ਹੋਇਆ? 2014। ਠੀਕ ਹੈ, 1950 ਚ ਬਣਿਆ, 2014 ਤੇ ਖਤਮ ਹੋਇਆ। ਕਿਹਨੇ ਕਰਿਆ? ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਖਤਮ ਕਰਤਾ ਬਈ। ਪਲੈਨਿੰਗ ਕਮਿਸ਼ਨ ਦੀ ਥਾਂ ਤੇ ਕੀ ਚੀਜ਼ ਬਣੀ ਹੈ? ਪਲੈਨਿੰਗ ਕਮਿਸ਼ਨ ਦੀ ਥਾਂ ਤੇ ਨਵੀਂ ਸੰਸਥਾ ਬਣਾਈ ਗਈ ਹੈ, ਨੀਤੀ ਆਯੋਗ। ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਇਸ ਸੰਸਥਾ ਬਾਰੇ, ਨੀਤੀ ਆਯੋਗ। ਓਕੇ, ਤਾਂ ਪਲੈਨਿੰਗ ਕਮਿਸ਼ਨ 1950 ਚ ਬਣਿਆ ਸੀਗਾ, ਉਸ ਤੋਂ ਬਾਅਦ ਨੀਤੀ ਆਯੋਗ ਬਣਿਆ ਹੋਇਆ। ਨੀਤੀ ਆਯੋਗ ਦਾ ਵੀ ਜੇ ਹੈੱਡ ਪੁੱਛਦੇ ਆਂ ਤਾਂ ਪ੍ਰਧਾਨ ਮੰਤਰੀ ਹੀ ਹੁੰਦਾ, ਪਲੈਨਿੰਗ ਦਾ ਵੀ, ਨੀਤੀ ਆਯੋਗ ਦਾ ਵੀ। ਠੀਕ ਹੈ, ਪਹਿਲੀ 5 ਵਰਸ਼ੀय ਯੋਜਨਾ ਜਿਹੜੀ ਸੀਗੀ ਉਹ ਕਿਹੜੇ ਮਾਡਲ ਤੇ ਆਧਾਰਿਤ ਸੀਗੀ? ਹੈਰੋਲਡ ਡੋਮਰ ਮਾਡਲ। ਪਹਿਲੇ ਵਾਲੀ ਹੈਰੋਲਡ ਡੋਮਰ, ਦੂਜੀ ਆਪਾਂ ਦੇਖ ਚੁੱਕੇ ਹਾਂ। ਦੂਜੀ ਤੇ ਕੁਐਸਚਨ ਆਇਆ ਸੀਗਾ ਪੀਸੀ ਮਹਿਲਨੋਬਿਸ। ਦੂਜੇ ਵਾਲੀ ਪੀਸੀ ਮਹਿਲਨੋਬਿਸ, ਪਹਿਲੇ ਵਾਲੀ ਹੈਰੋਲਡ ਡੋਮਰ। ਇਦਾਂ ਕਰਕੇ ਇਹ ਸਾਰੀ ਯੋਜਨਾਵਾਂ ਕਿਸੇ ਨਾ ਕਿਸੇ ਮਾਡਲ ਤੇ ਆਧਾਰਿਤ ਸੀਗੀ। ਤੁਹਾਡਾ ਟੌਪਿਕ ਇਹ ਹੈ ਕਿ 5 ਵਰਸ਼ੀय ਯੋਜਨਾ ਬਾਰੇ ਤੁਹਾਨੂੰ ਸਾਰੀ ਗੱਲਾਂ ਪਤਾ ਹੋਣੀ ਚਾਹੀਦੀਆਂ। ਇਸ ਟੌਪਿਕ ਤੋਂ ਬਹੁਤ ਕਾਮਨ ਹੈ ਕੁਐਸਚਨ ਆਣਾ ਇਕਨੋਮਿਕਸ ਦੇ ਵਿੱਚ। ਇਹ 3 ਕੁਐਸਚਨ ਹੈ ਜਿਹੜੇ ਪਿਛਲੇ ਪੇਪਰ 'ਚ ਇਕਨੋਮਿਕਸ ਤੋਂ ਆਏ ਸੀਗੇ। ਲਿਓ ਜੀ, ਚੌਥੇ ਕੁਐਸਚਨ ਤੇ ਚੱਲਦੇ ਹਾਂ ਆਪਾਂ। ਚੌਥਾ ਕੁਐਸਚਨ ਹੈਗਾ ਜੀ ਪੋਲਿਟੀ ਤੋਂ, ਸੰਵਿਧਾਨ ਤੋਂ। ਠੀਕ ਹੈ, ਸੰਵਿਧਾਨ ਤੋਂ ਜਿੰਨੇ ਕੁਐਸਚਨ ਆਏ ਸੀਗੇ ਸਾਰੇ ਬਹੁਤ ਸੌਖੇ ਸੀਗੇ, ਬਟ ਹੁਣ ਇਹ ਉਮੀਦ ਨਾ ਰੱਖਿਓ ਕਿ ਹੁਣ ਵੀ ਸੌਖਾ ਹੀ ਆਏਗਾ। ਉਹ 2018 ਸੀਗਾ, ਹੁਣ ਤੁਸੀਂ 2023 ਦੇ ਵਿੱਚ, 5 ਸਾਲਾਂ ਦਾ ਗੈਪ ਹੈ। ਠੀਕ ਹੈ, ਦੁਨੀਆ ਬਦਲ ਜਾਂਦੀ ਹੈ 5 ਸਾਲਾਂ ਦੇ ਵਿੱਚ। ਹਾਂਜੀ, ਲੇਖ 360 ਯਾਨੀ ਆਰਟੀਕਲ 360 ਵਿੱਚ ਕਿਆ ਘੋਸ਼ਿਤ ਕੀਤਾ ਗਿਆ ਹੈ? ਤਾਂ ਆਪਾਂ ਨੇ ਪੜਿਆ ਜੀ, ਮੈਂ ਤੁਹਾਨੂੰ 1500 ਕੁਐਸਚਨ, 1500 MCQ ਮੈਂ ਤੁਹਾਨੂੰ ਪੋਲਿਟੀ ਦੇ ਕਰਾਏ ਹੋਏ ਆ YouTube ਤੇ ਫ੍ਰੀ ਆਫ ਕੋਸਟ, ਤੇ ਜਾ ਕੇ ਦੇਖ ਲਓ। ਜਿੰਨੇ ਵੀ ਪੋਲਿਟੀ ਦੇ ਕੁਐਸਚਨ ਹੈ ਸਾਰੇ ਕਵਰ ਹੋ ਜਾਣਗੇ ਤੁਹਾਡੇ। ਠੀਕ ਹੈ ਨਾ, ਹੁਣ ਵੀ ਜੇ ਚੰਡੀਗੜ੍ਹ ਪੁਲਿਸ 'ਚ ਪੋਲਿਟੀ ਦਾ ਕੋਈ ਕੁਐਸਚਨ ਆਊਗਾ, ਉਹਨਾਂ ਦੇ ਵਿੱਚੋਂ ਹੀ ਆਊਗਾ, ਟੈਨਸ਼ਨ ਫ੍ਰੀ ਰਹੋ। ਠੀਕ ਹੈ, ਜੇ ਤੁਸੀਂ ਉਹ ਕਰੇ ਹੋਏ ਆ 1500 ਕੁਐਸਚਨ, ਜੇ ਨਹੀਂ ਕਰੇ ਬਈ ਕਰ ਲਿਓ ਜ਼ਰੂਰ। ਤਾਂ ਆਪਾਂ ਨੇ ਪੜਿਆ ਜੀ 300, ਆਪਣੇ ਦੇਸ਼ ਦੇ ਵਿੱਚ ਨਾ 3 ਤਰ੍ਹਾਂ ਦੀ ਐਮਰਜੈਂਸੀ ਲੱਗਦੀ ਹੈ, ਨੈਸ਼ਨਲ ਐਮਰਜੈਂਸੀ, ਸਟੇਟ ਐਮਰਜੈਂਸੀ, ਫਾਈਨੈਂਸ਼ੀਅਲ ਐਮਰਜੈਂਸੀ। 352 ਦੇ ਵਿੱਚ ਨੈਸ਼ਨਲ ਐਮਰਜੈਂਸੀ ਹੈ, 356 ਦੇ ਵਿੱਚ
356 ਦੇ ਵਿੱਚ ਕਿਹੜੀ ਹੈ ਆਪਣਾ ਫਾਈਨੈਂਸ਼ੀਅਲ ਐਮਰਜੈਂਸੀ ਹੈ, ਕਿਹੜੀ ਹੈ ਫਾਈਨੈਂਸ਼ੀਅਲ ਨਹੀਂ ਸੌਰੀ 356 ਦੇ ਵਿੱਚ ਹੈਗੀ ਹੈ ਆਪਣੀ ਸਟੇਟ ਐਮਰਜੈਂਸੀ, 360 ਦੇ ਵਿੱਚ ਹੈਗੀ ਹੈ ਆਪਣੀ ਫਾਈਨੈਂਸ਼ੀਅਲ ਐਮਰਜੈਂਸੀ। ਠੀਕ ਹੈ, ਤਿੰਨ ਤਰ੍ਹਾਂ ਦੀ ਐਮਰਜੈਂਸੀ ਹੈਗੀ ਆ, 352 ਨੈਸ਼ਨਲ ਐਮਰਜੈਂਸੀ, 356 ਸਟੇਟ ਐਮਰਜੈਂਸੀ, 360 ਫਾਈਨੈਂਸ਼ੀਅਲ ਐਮਰਜੈਂਸੀ। ਤਾਂ ਇਹਨਾਂ ਨੇ ਪੁੱਛਿਆ ਕਿ ਕੀ ਚੀਜ਼ ਹੈ 360 ਦੇ ਵਿੱਚ ਕੀ ਹੈ, ਤਾਂ 360 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਾਈਨੈਂਸ਼ੀਅਲ ਐਮਰਜੈਂਸੀ। ਕਿਹੜੀ ਹੈ ਜੀ ਫਾਈਨੈਂਸ਼ੀਅਲ ਐਮਰਜੈਂਸੀ। ਫਾਈਨੈਂਸ਼ੀਅਲ ਐਮਰਜੈਂਸੀ ਜਦੋਂ ਲੱਗਦੀ ਹੈ ਜਦੋਂ ਦੇਸ਼ ਦੀ ਆਰਥਿਕ ਕੰਡੀਸ਼ਨ ਹੈ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੁੰਦੀ ਹੈ। ਠੀਕ ਹੈ, ਆਪਣੇ ਦੇਸ਼ 'ਚ ਕਦੇ ਵੀ ਫਾਈਨੈਂਸ਼ੀਅਲ ਐਮਰਜੈਂਸੀ ਨਹੀਂ ਲੱਗੀ। ਯਾਦ ਰੱਖਣਾ ਹੈ, ਕੁਐਸਚਨ ਪੁੱਛਿਆ ਜਾਂਦਾ ਹੈ ਕਿ ਇੰਡੀਆ ਦੇ ਵਿੱਚ ਕਿੰਨੀ ਵਾਰ ਫਾਈਨੈਂਸ਼ੀਅਲ ਐਮਰਜੈਂਸੀ ਲੱਗ ਚੁੱਕੀ ਹੈ ਜਾਂ ਆਰਟੀਕਲ 360 ਅਪਲਾਈ ਹੋ ਚੁੱਕਿਆ ਹੈ, ਕਦੇ ਵੀ ਨਹੀਂ, 0 ਵਾਰ। ਠੀਕ ਹੈ, ਤਿੰਨੇ ਐਮਰਜੈਂਸੀਆਂ ਕੋਈ ਸੀ ਵੀ ਹੋਵੇ ਬਈ, ਨੈਸ਼ਨਲ ਹੋਵੇ, ਸਟੇਟ ਹੋਵੇ, ਫਾਈਨੈਂਸ਼ੀਅਲ ਹੋਵੇ, ਲਗਾਉਂਦਾ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਹੈ, ਰਾਸ਼ਟਰਪਤੀ ਹੀ ਲਗਾਉਂਦਾ ਹੈ, ਤੇ ਹਟਾਉਂਦਾ ਵੀ ਰਾਸ਼ਟਰਪਤੀ ਹੈ। ਯਾਦ ਰੱਖਣਾ 6 ਕੁਐਸਚਨ ਤੁਹਾਡੇ ਇੱਥੇ ਹੋ ਜਾਂਦੇ ਆ। ਪੁੱਛਣਗੇ ਨੈਸ਼ਨਲ ਐਮਰਜੈਂਸੀ ਕੌਣ ਲਗਾਉਂਦਾ ਹੈ, ਰਾਸ਼ਟਰਪਤੀ। ਨੈਸ਼ਨਲ ਐਮਰਜੈਂਸੀ ਕੌਣ ਹਟਾਉਂਦਾ ਹੈ, ਰਾਸ਼ਟਰਪਤੀ। ਇਦਾਂ ਕਰਕੇ ਤਿੰਨ ਐਮਰਜੈਂਸੀਆਂ, ਤਿੰਨੋਂ ਲਗਾਉਂਦਾ ਵੀ ਰਾਸ਼ਟਰਪਤੀ ਹੈ, ਤਿੰਨੋਂ ਹਟਾਉਂਦਾ ਵੀ ਰਾਸ਼ਟਰਪਤੀ ਹੈ। ਚਲੋ ਅੱਗੇ ਆਓ। ਹਾਂਜੀ, ਇਹ ਹੈਗੇ ਆ ਜੀ ਉਹ 1500 ਕੁਐਸਚਨ। ਠੀਕ ਹੈ ਨਾ, ਇਹ ਉਹ 1500 ਕੁਐਸਚਨ ਦੀ ਪਲੇਲਿਸਟ ਹੈ, ਫ੍ਰੀ ਆਫ ਕੋਸਟ YouTube ਤੇ ਪਈ ਹੈ, ਕੁਝ ਵੀ ਕਰਨ ਦੀ ਲੋੜ ਨਹੀਂ। ਇਹਦੇ 'ਚ 29 ਵੀਡੀਓ ਹੈਗੀਆਂ। ਕਿੰਨੀ ਵੀਡੀਓ ਹੈ 29 ਵੀਡੀਓ, 29 ਵੀਡੀਓ ਹੈਗੀ ਹੈ। ਇਹ ਥੰਬਨੇਲ ਹੈ, ਲਿਖ ਕੇ ਸਰਚ ਕਰ ਲਿਓ 1500 ਪੋਲਿਟੀ MCQ ਫॉर ਪੰਜਾਬ ਪੁਲਿਸ। ਸੇਮ ਉਹੀ ਹੈ, ਪੰਜਾਬ ਪੁਲਿਸ ਹੋਵੇ, ਚੰਡੀਗੜ੍ਹ ਪੁਲਿਸ ਹੈ, ਜੀਕੇ ਤਾਂ ਸੇਮ ਰਹੇਗੀ। ਠੀਕ ਹੈ, ਮੇਰੀ ਗਾਰੰਟੀ ਹੈ ਜੇ ਤੁਸੀਂ ਇਹ 1500 ਕੁਐਸਚਨ ਕਰੇ ਹੋਏ ਆ, ਚੰਡੀਗੜ੍ਹ ਪੁਲਿਸ ਦਾ ਚਾਹੇ ਕਾਂਸਟੇਬਲ ਹੈ, ਚਾਹੇ ASI ਹੈ, ਕੋਈ ਵੀ ਪੇਪਰ ਹੈ, ਇਹਦੇ ਵਿੱਚੋਂ ਹੀ ਆਏਗਾ। ਟੈਨਸ਼ਨ ਫਰੀ ਰਹੋ। ਬਸ ਇਹ ਤਸੱਲੀ ਬਖਸ਼ ਕਰੇ ਹੋਣੀ ਚਾਹੀਦੀਆਂ 29 ਵੀਡੀਓ, ਕਿ ਜੋ ਇਹਦੇ 'ਚ ਕਰਾਇਆ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਪਤਾ ਹੈ। ਜਿੰਨੇ ਕੁਐਸਚਨ ਇਹਦੇ 'ਚ ਕਰਾਏ ਗਏ ਆ 1500 ਕੁਐਸਚਨ, ਉਹ ਤੁਹਾਨੂੰ ਸਾਰੇ ਦੇ ਸਾਰੇ ਆਉਂਦੇ ਆ, ਫਿਰ ਮੇਰੀ ਗਾਰੰਟੀ ਹੈ। ਠੀਕ ਹੈ, ਚਲੋ YouTube ਤੇ ਪਈਆਂ ਸਾਰੀ ਵੀਡੀਓ, ਕੁਝ ਵੀ ਉਹ ਕਰ ਲਿਓ, ਕੋਈ ਕਿਸੇ ਦਾ ਪੇਡ ਕੋਰਸ ਲੈਣ ਦੀ ਵੀ ਲੋੜ ਨਹੀਂ ਹੈਗੀ। ਹਾਂਜੀ, ਇਹ ਰਾਜਨੀਤੀ ਤੋਂ ਕੁਐਸਚਨ ਹੈ ਕਿ ਇਹਨਾਂ ਵਿੱਚੋਂ ਕਿਹੜਾ ਰਾਜਨੀਤਿਕ ਸਿਧਾਂਤਵਾਦੀ ਹੈ। ਤਾਂ ਕੁਝ ਬੰਦਿਆਂ ਦੇ ਨਾਮ ਦਏ ਹੋਏ ਆ, ਦੱਸਿਆ ਹੋਇਆ ਇਹਨਾਂ ਤੇ ਵਿੱਚ, ਇਹਨਾਂ 'ਚੋਂ ਦੱਸਣਾ ਹੈ ਵੀ ਕਿਹੜੇ ਰਾਜਨੀਤਿਕ ਸਿਧਾਂਤਵਾਦੀ ਹੈਗੇ ਜਿਨ੍ਹਾਂ ਨੇ ਰਾਜਨੀਤੀ ਦੇ ਨਾਲ ਸੰਬੰਧਿਤ ਸਿਧਾਂਤ ਦਏ ਹੈ। ਤਾਂ ਪਹਿਲਾ ਆਪਸ਼ਨ ਕੀ ਹੈ ਜੀ, ਕਾਰਲ ਮਾਰਕਸ ਤੇ ਲੈਨਿਨ। ਇਹ ਤਾਂ ਦੋਨੇ ਹੈਗੇ ਆ ਜੀ, ਰਾਜਨੀਤਿਕ ਸਿਧਾਂਤ ਇਹਨਾਂ ਨੇ ਦਏ ਆ। ਦੂਜਾ ਕੀ ਹੈ, ਲੈਨਿਨ, ਤਾਂ ਸੇਮ ਹੀ ਹੋ ਗਿਆ ਬਸ। ਅੱਛਾ, ਇਹ ਅਲੱਗ ਕਰਿਆ ਇਹਨਾਂ ਨੇ, ਲੈਨਿਨ ਤੇ ਕਾਰਲ ਮਾਰਕਸ ਨੂੰ ਅਲੱਗ ਕਰਤਾ, ਚੌਥਾ ਕੋਈ ਵੀ ਨਹੀਂ। ਤਾਂ ਇਹ ਦੋਨੇ ਹੀ ਹੈ, ਯਾਨੀ ਆਪਣਾ A ਆਨਸਰ ਆਏਗਾ ਜੀ। ਠੀਕ ਹੈ, ਇਹ ਆਪਣਾ ਰਾਈਟ ਆਨਸਰ ਆਏਗਾ। ਤਾਂ ਇਹ ਰਾਜਨੀਤੀ ਤੋਂ, ਜਾਂ ਤੁਸੀਂ ਕਹਿ ਸਕਦੇ ਹੋ ਵੀ ਪੋਲਿਟੀ ਤੋਂ ਕੁਐਸਚਨ ਹੈ। ਦੋ ਕੁਐਸਚਨ ਪੋਲਿਟੀ ਦੇ ਹੋ ਗਏ ਬਈ। ਠੀਕ ਹੈ, ਤੀਜਾ ਕੁਐਸਚਨ ਫਿਰ ਪੋਲਿਟੀ ਤੋਂ ਹੈ, ਤੇ ਕੁਐਸਚਨ ਕੀ ਹੈ, ਰਾਸ਼ਟਰੀ ਰਾਜ ਦੀ ਐਮਰਜੈਂਸੀ ਯਾਨੀ ਰਾਸ਼ਟਰੀ ਆਪਾਤਕਾਲ ਯਾਨੀ ਨੈਸ਼ਨਲ ਐਮਰਜੈਂਸੀ। ਤਾਂ ਹੁਣੇ ਮੈਂ ਤੁਹਾਨੂੰ ਦੱਸਿਆ ਤਿੰਨ ਤਰ੍ਹਾਂ ਦੀ ਐਮਰਜੈਂਸੀ ਹੈ, ਤਿੰਨੋਂ ਰਾਸ਼ਟਰਪਤੀ ਲਗਾਉਂਦਾ ਹੈ, ਤਿੰਨੋਂ ਰਾਸ਼ਟਰਪਤੀ ਹਟਾਉਂਦਾ ਹੈ। ਆਰਟੀਕਲ 352 ਦੇ ਵਿੱਚ ਨੈਸ਼ਨਲ ਐਮਰਜੈਂਸੀ ਹੈ, 356 ਦੇ ਵਿੱਚ ਸਟੇਟ ਐਮਰਜੈਂਸੀ ਹੈ, ਸਟੇਟ, 360 ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਹੈ, ਫਾਈਨੈਂਸ਼ੀਅਲ ਵਿੱਤ ਆਪਾਤਕਾਲ। ਠੀਕ ਹੈ, ਤਾਂ ਰਾਈਟ ਆਨਸਰ ਇਹਦਾ ਕੀ ਹੋ ਗਿਆ 352। ਲਿਓ ਜੀ, ਇੱਕ ਪੋਲਿਟੀ ਤੋਂ ਹੋਰ ਕੁਐਸਚਨ ਹੈ। ਠੀਕ ਹੈ ਜੀ, ਸਾਡਾ ਰਾਸ਼ਟਰੀ ਗੀਤ ਸਭ ਤੋਂ ਪਹਿਲਾਂ, ਨਹੀਂ ਇਹਨੂੰ ਆਪਾਂ ਹਿਸਟਰੀ 'ਚ ਕਾਊਂਟ ਕਰਾਂਗੇ ਕੁਐਸਚਨ ਨੂੰ, ਜਿੱਧਰ ਮਰਜ਼ੀ ਰੱਖ ਲਓ। ਠੀਕ ਹੈ, ਹਿਸਟਰੀ ਦਾ ਕੁਐਸਚਨ ਹੈ, ਮਾਡਰਨ ਹਿਸਟਰੀ ਦਾ। ਠੀਕ ਹੈ, ਮਾਡਰਨ ਹਿਸਟਰੀ ਦਾ ਕੁਐਸਚਨ ਹੈ। ਠੀਕ ਹੈ, ਸਾਡਾ ਰਾਸ਼ਟਰੀ ਗੀਤ ਸਭ ਤੋਂ ਪਹਿਲਾਂ ਕਿੱਥੇ ਗਾਇਆ ਗਿਆ ਸੀਗਾ ਜੀ, ਰਾਸ਼ਟਰੀ ਗੀਤ ਆਪਣਾ ਜਨ ਗਣ ਮਨ। ਤਾਂ ਇਹ ਕਦੋਂ ਗਾਇਆ ਗਿਆ ਸੀਗਾ, ਸਭ ਤੋਂ ਪਹਿਲਾਂ ਕਲਕੱਤਾ ਦੇ ਵਿੱਚ ਗਾਇਆ ਗਿਆ ਸੀਗਾ। ਤਾਰੀਖ ਵੀ ਯਾਦ ਰੱਖਣੀ ਕਿਉਂਕਿ ਪੇਪਰ 'ਚ ਪੁੱਛੀ ਜਾਂਦੀ ਹੈ, 27 ਦਸੰਬਰ 1911 ਕਲਕੱਤਾ ਦੇ ਵਿੱਚ ਗਾਇਆ ਗਿਆ ਸੀਗਾ। ਕਿੱਥੇ ਗਾਇਆ ਗਿਆ ਸੀਗਾ, ਕਲਕੱਤਾ ਦੇ ਵਿੱਚ। ਇੰਡੀਅਨ ਨੈਸ਼ਨਲ ਕਾਂਗਰਸ, ਇਹਨਾਂ ਦਾ ਸਾਲਾਨਾ ਸੈਸ਼ਨ ਚੱਲ ਰਿਹਾ ਸੀ, ਹਰ ਸਾਲ ਸੈਸ਼ਨ ਕਰਦੇ ਸੀਗੇ ਕਾਂਗਰਸ ਵਾਲੇ। ਤਾਂ ਜਦੋਂ ਇਹਨਾਂ ਨੇ 1911 ਦੇ ਵਿੱਚ ਸੈਸ਼ਨ ਕਰਿਆ ਕਲਕੱਤਾ ਦੇ ਵਿੱਚ, ਇੱਥੇ ਪਹਿਲੀ ਵਾਰ ਰਾਸ਼ਟਰੀ ਗੀਤ ਜਿਹੜਾ ਆਪਣਾ ਹੈਗਾ ਜੀ ਜਨ ਗਣ ਮਨ, ਉਹ ਗਾਇਆ ਗਿਆ। ਤੇ ਜਨ ਗਣ ਮਨ ਤੁਹਾਨੂੰ ਪਤਾ ਕਿਹਨੇ ਲਿਖਿਆ, ਇਹ ਲਿਖਿਆ ਜੀ ਰਵਿੰਦਰਨਾਥ ਟੈਗੋਰ ਨੇ। ਬਿਲਕੁਲ ਸੌਖੀ ਜੀ ਗੱਲ ਹੈ, ਆਪਾਂ ਬਚਪਨ ਤੋਂ ਮਤਲਬ ਪੜ੍ਹਦੇ ਆ ਹੀ ਰਹੇ ਹਾਂ। ਰਵਿੰਦਰਨਾਥ ਟੈਗੋਰ ਨੇ ਲਿਖਿਆ। ਕਿਹੜੀ ਬੁੱਕ 'ਚ ਲਿਖਿਆ, ਤਾਂ ਰਵਿੰਦਰਨਾਥ ਟੈਗੋਰ ਨੇ ਇੱਕ ਬੁੱਕ ਲਿਖੀ ਸੀਗੀ ਜੀ ਗੀਤਾਂਜਲੀ। ਗੀਤਾਂਜਲੀ ਬੰਗਾਲੀ ਦੇ ਵਿੱਚ ਸੀਗੀ ਇਹ, ਗੀਤਾਂਜਲੀ ਬੁੱਕ ਹੈ ਜਿਹੜੀ ਬੰਗਾਲੀ ਦੇ ਵਿੱਚ ਸੀਗੀ, ਉੱਥੋਂ ਲਿਆ ਗਿਆ। ਤਾਂ ਯਾਦ ਰੱਖਣਾ ਹੈ, ਜਨ ਗਣ ਮਨ ਗੀਤਾਂਜਲੀ ਬੰਗਾਲੀ ਦੀ ਕਿਤਾਬ ਚੋਂ ਲਿਆ ਗਿਆ। ਕਿਹਨੇ ਲਿਖੀ ਹੈ, ਰਵਿੰਦਰਨਾਥ ਟੈਗੋਰ ਨੇ ਲਿਖੀ ਹੈ ਜੀ। ਠੀਕ ਹੈ, ਤੇ ਰਵਿੰਦਰਨਾਥ ਟੈਗੋਰ ਨੇ ਆਪਣੇ ਦੇਸ਼ ਦੇ ਨੈਸ਼ਨਲ ਐਂਥਮ ਤੋਂ ਇਲਾਵਾ ਜਿਹੜਾ ਬੰਗਲਾਦੇਸ਼ ਦਾ ਨੈਸ਼ਨਲ ਐਂਥਮ ਹੈ ਨਾ, ਅਮਾਰ ਸੋਨਾਰ ਬਾਂਗਲਾ, ਉਹ ਵੀ ਇਹਨਾਂ ਨੇ ਹੀ ਲਿਖਿਆ ਹੋਇਆ। ਠੀਕ ਹੈ, ਤੇ ਇਹ ਕਦੋਂ ਕਿਹਾ ਗਿਆ ਕਿ ਜਿਹੜਾ ਇਹ ਜਨ ਗਣ ਮਨ ਹੈਗਾ ਆ, ਇਹ ਕਦੋਂ ਕਿਹਾ ਗਿਆ ਕਿ ਜਿਹੜਾ ਆਪਣਾ ਜਨ ਗਣ ਮਨ ਹੈ ਇਹ ਸਾਡੇ ਦੇਸ਼ ਦਾ ਰਾਸ਼ਟਰੀ ਗੀਤ ਹੋਏਗਾ। ਠੀਕ ਹੈ ਨਾ, ਕਦੋਂ ਕਿਹਾ ਗਿਆ। ਠੀਕ ਹੈ,
ਨੈਸ਼ਨਲ ਐਂਥਮ ਹੋਏਗਾ। ਇਹ ਗੱਲ ਕਦੋਂ ਕਹੀ ਗਈ ਹੈ, ਕਦੋਂ ਆਪਣੀ ਸੰਵਿਧਾਨ ਸਭਾ ਨੇ ਇਸ ਨੂੰ ਮੰਨਿਆ? ਤਾਂ ਉਹ ਮੰਨਿਆ ਵੀ 24 ਜਨਵਰੀ, ਸੁਪਰ ਇੰਪੋਰਟੈਂਟ ਡੇਟ ਹੈ 24 ਜਨਵਰੀ 1950। ਇਹ ਤਰੀਕ ਯਾਦ ਰੱਖਣੀ ਹੈ ਬਈ। 24 ਜਨਵਰੀ 1950 ਨੂੰ ਅਪਣਾਇਆ ਗਿਆ ਨੈਸ਼ਨਲ ਐਂਥਮ ਸੰਵਿਧਾਨ ਸਭਾ ਦੇ ਦੁਆਰਾ। ਠੀਕ ਹੈ, ਇਸੇ ਦਿਨ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਰਾਸ਼ਟਰਪਤੀ ਵੀ ਬਣਾਇਆ ਗਿਆ ਸੀਗਾ। ਓਕੇ, ਚਲੋ ਆ ਜਾਓ। ਇਹਨਾਂ ਵਿੱਚੋਂ ਕੌਣ ਭਾਰਤ ਦੇ ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਵੀ ਸੀਗੇ ਜੀ? ਭਾਰਤ ਦੇ ਉਪ ਰਾਸ਼ਟਰਪਤੀ ਵੀ ਰਹੇ ਆ, ਰਾਸ਼ਟਰਪਤੀ ਵੀ ਰਹੇ ਆ। ਤਾਂ ਪਹਿਲਾ ਬੰਦਾ ਆਪਾਂ ਦੇਖਦੇ ਹਾਂ ਰਾਜਿੰਦਰ ਪ੍ਰਸਾਦ। ਰਾਜਿੰਦਰ ਪ੍ਰਸਾਦ ਤਾਂ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸੀਗੇ, ਦੂਜੇ ਵੀ ਇਹੀ ਸੀਗੇ। ਤੇ ਫਿਰ ਇਹ ਜੇ ਬੰਦਾ ਰਾਸ਼ਟਰਪਤੀ ਰਹਿ ਗਿਆ, ਬਾਅਦ ਚ ਉਪ ਰਾਸ਼ਟਰਪਤੀ ਦਾ ਕੀ ਬਣੇਗਾ? ਯਾਨੀ ਤਾਂ ਹੈ ਨਹੀਂ। ਸਰਵਪੱਲੀ ਰਾਧਾ ਕ੍ਰਿਸ਼ਨ, ਇਹ ਦੇਸ਼ ਦੇ 2 ਵਾਰ ਵਾਈਸ ਪ੍ਰੈਜ਼ੀਡੈਂਟ ਰਹੇ ਹੈ। ਉਸ ਤੋਂ ਬਾਅਦ ਦੇਸ਼ ਦੇ ਸੈਕਿੰਡ ਪ੍ਰੈਜ਼ੀਡੈਂਟ ਵੀ ਰਹੇ ਹੈ। ਠੀਕ ਹੈ, ਤੇ ਇਹ ਇੱਕਮਾਤਰ ਅਜਿਹੇ ਵਿਅਕਤੀ ਹੈ ਬਈ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਹੀ ਦੇਸ਼ ਦਾ ਸਭ ਤੋਂ ਵੱਡਾ ਪੁਰਸਕਾਰ ਹੈ ਜਿਹੜਾ ਭਾਰਤ ਰਤਨ, ਉਹ ਮਿਲ ਚੁੱਕਿਆ ਸੀਗਾ। ਠੀਕ ਹੈ, ਜਦੋਂ ਇਹ ਵਾਈਸ ਪ੍ਰੈਜ਼ੀਡੈਂਟ ਸੀਗੇ ਨਾ, ਉਸੇ ਟਾਈਮ ਇਹਨਾਂ ਨੂੰ ਭਾਰਤ ਰਤਨ ਮਿਲ ਚੁੱਕਿਆ ਸੀਗਾ। ਭਾਰਤ ਰਤਨ ਮਿਲਣ ਤੋਂ ਬਾਅਦ ਪ੍ਰੈਜ਼ੀਡੈਂਟ ਆਫ ਇੰਡੀਆ ਬਣੇ ਆ ਇਹ। ਠੀਕ ਹੈ, ਸੁਪਰ ਇੰਪੋਰਟੈਂਟ ਹੈ। ਨੀਲਮ ਸੰਜੀਵਾ ਰੈੱਡੀ ਬਾਰੇ ਆਪਾਂ ਇੱਕ ਗੱਲ ਯਾਦ ਰੱਖ ਸਕਦੇ ਹਾਂ। ਨੀਲਮ ਸੰਜੀਵਾ ਰੈੱਡੀ एकमात्र ऐसे ਪ੍ਰੈਜ਼ੀਡੈਂਟ ਤੁਸੀਂ ਸਮਝੋ ਜਿਹੜੇ ਅਨਅਪੋਜ਼ਡ ਇਲੈਕਟ ਹੋਏ ਹੈ। ਅਨਅਪੋਜ਼ਡ, ਓਕੇ, ਅਨਅਪੋਜ਼ਡ मतलब ਨਿਰਵਿਰੋਧ ਚੁਣੇ ਗਏ ਹੈ। ਠੀਕ ਹੈ ਜੀ, ਨਿਰਵਿਰੋਧ मतलब ਸਰਬਸੰਮਤੀ ਦੇ ਨਾਲ। ਓਕੇ, ਸਾਰਿਆਂ ਦੀ ਸਹਿਮਤੀ ਦੇ ਨਾਲ ਚੁਣੇ ਗਏ ਸੀਗੇ। ਚਲੋ ਅੱਗੇ। ਆਗਰਾ ਸ਼ਹਿਰ ਦੀ ਸਥਾਪਨਾ ਕਿਹਨੇ ਕੀਤੀ ਹੈ? ਇਹ ਮੱਧਕਾਲੀ ਭਾਰਤ ਦੇ ਇਤਿਹਾਸ ਤੋਂ ਕੁਐਸਚਨ ਆਇਆ। ਠੀਕ ਹੈ, ਪਿਛਲਾ ਕੁਐਸਚਨ ਮੈਂ ਤੁਹਾਨੂੰ ਦੱਸਿਆ ਕਿਹੜੇ ਤੋਂ ਸੀਗਾ। ਇਹ ਤੁਸੀਂ ਹਿਸਟਰੀ ਪੋਲਿਟੀ ਜਿੱਦਾਂ ਮਰਜ਼ੀ ਬੋਲ ਸਕਦੇ ਹੋ। ਠੀਕ ਹੈ, ਮਾਡਰਨ ਹਿਸਟਰੀ ਤੋਂ। ਠੀਕ ਹੈ, ਇਹ ਮੱਧਕਾਲੀ ਭਾਰਤ ਦੇ ਇਤਿਹਾਸ ਤੋਂ ਕੁਐਸਚਨ ਹੈ। ਆਗਰਾ ਸ਼ਹਿਰ ਦੀ ਸਥਾਪਨਾ ਕਿਹਨੇ ਕਰੀ ਹੈ? ਤਾਂ ਆਗਰਾ ਸ਼ਹਿਰ ਉੱਤਰ ਪ੍ਰਦੇਸ਼ ਦੇ ਵਿੱਚ ਹੈ, ਮੁਗਲਾਂ ਦੀ ਰਾਜਧਾਨੀ ਵੀ ਰਿਹਾ ਹੈ। ਠੀਕ ਹੈ, ਪਰ ਇਹ ਬਣਾਇਆ ਸੀਗਾ ਸਿਕੰਦਰ ਲੋਧੀ ਨੇ। ਕਿਹਨੇ ਬਣਾਇਆ ਸੀਗਾ ਜੀ ਸ਼ਹਿਰ? ਸਿਕੰਦਰ ਲੋਧੀ ਨੇ। ਆਗਰਾ ਕਿਹੜੀ ਨਦੀ ਦੇ ਕਿਨਾਰੇ ਹੈ ਇਹ ਪੁੱਛ ਲਿਆ ਜਾਂਦਾ ਹੈ। ਤਾਂ ਚਾਹੇ ਦਿੱਲੀ ਹੋਵੇ, ਆਗਰਾ ਹੋਵੇ ਤੇ ਮਥੁਰਾ, ਇਹ ਤਿੰਨੇ ਹੈਗੇ ਆ ਯਮੁਨਾ ਦੇ ਕਿਨਾਰੇ। ਇਹ ਪੁੱਛਿਆ ਜਾਂਦਾ ਬਈ। ਠੀਕ ਹੈ, ਦਿੱਲੀ, ਆਗਰਾ, ਮਥੁਰਾ ਕਿਹੜੀ ਨਦੀ ਦੇ ਕਿਨਾਰੇ ਹੈ? ਯਮੁਨਾ ਦੇ ਕਿਨਾਰੇ ਹੈ। ਚਲੋ ਨੈਕਸਟ ਆਓ। ਅੱਛਾ, ਓਕੇ, ਸਿਕੰਦਰ ਲੋਧੀ। ਚਲੋ ਨੈਕਸਟ ਆਓ। ਹਿਮਾਯੂ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਹਿਮਾਯੂ ਹੈਗਾ ਜੀ ਬਾਬਰ ਦਾ ਮੁੰਡਾ। ਠੀਕ ਹੈ, ਬਾਬਰ ਕੌਣ ਹੈ? ਬਾਬਰ ਹੈ ਅਜਿਹਾ ਬੰਦਾ ਜਿਹਨੇ ਭਾਰਤ ਦੇ ਵਿੱਚ ਮੁਗਲ ਵੰਸ਼ ਦੀ ਸਥਾਪਨਾ ਕਰੀ ਹੈ। 1526 ਦੇ ਵਿੱਚ ਭਾਰਤ ਦੇ ਵਿੱਚ ਮੁਗਲ ਆਏ ਹੈ। ਮੁਗਲਾਂ ਦਾ ਪਹਿਲਾ ਰਾਜਾ ਸੀਗਾ ਬਾਬਰ। ਠੀਕ ਹੈ, ਬਾਬਰ ਤੋਂ ਬਾਅਦ ਬਣਦਾ ਹੈ ਹੁਮਾਯੂ। ਠੀਕ ਹੈ, ਤੇ ਹੁਮਾਯੂ ਤੋਂ ਬਾਅਦ ਬਣਿਆ ਜੀ ਅਕਬਰ। ਠੀਕ ਹੈ, ਤੇ ਅੱਗੇ ਫਿਰ ਇਹਨਾਂ ਦੀ ਲੰਬੀ ਲਾਈਨ ਹੈਗੀ ਹੈ। ਤਾਂ ਇਹਨਾਂ ਦੇ ਅਸਲੀ ਨਾਮ ਕੀ ਹੈਗੇ ਆ? ਪਹਿਲਾ ਕੁਐਸਚਨ ਆਪਣਾ ਬਾਬਰ ਦਾ ਹੈ ਨਾ ਬਾਬਰ ਦਾ ਨਹੀਂ, ਇਹਦਾ ਹਿਮਾਯੂ ਦਾ। ਹਿਮਾਯੂ ਨੂੰ ਕਿਹਾ ਜਾਂਦਾ ਸੀਗਾ ਨਸੀਰ, ਇਹ ਤਾਂ ਹਿਮਾਯੂ ਦਾ ਨਾਮ ਹੋ ਗਿਆ। ਫਿਰ ਹੋਰ ਆਪਸ਼ਨ ਦੇਖ ਲਓ, ਜਹੀਰ ਹੈਗਾ ਬਾਬਰ ਦਾ ਨਾਮ। ਬਾਬਰ ਦਾ ਨਾਮ ਹੈ ਜਹੀਰੁਦੀਨ। ਸਲੀਮ ਹੈਗਾ ਜੀ ਅਕਬਰ ਦਾ ਜਿਹੜਾ ਮੁੰਡਾ ਸੀਗਾ ਜਹਾਂਗੀਰ, ਉਹਦਾ ਨਾਮ ਹੈ। ਜਹਾਂਗੀਰ ਦਾ ਨਾਮ ਸੀਗਾ ਸਲੀਮ, ਅਕਬਰ ਦਾ ਮੁੰਡਾ। ਆਲਮਗੀਰ ਔਰੰਗਜ਼ੇਬ ਦਾ ਨਾਮ ਹੈ ਜੀ। ਔਰੰਗਜ਼ੇਬ ਦਾ ਨਾਮ ਹੈਗਾ ਆਲਮਗੀਰ। ਯਾਦ ਰੱਖਣੇ ਆ, ਜੇ ਹਿਮਾਯੂ ਦਾ ਪੁੱਛਿਆ ਹੈ ਬਾਕੀਆਂ ਦਾ ਵੀ ਪੁੱਛ ਸਕਦੇ ਆ। ਜਹੀਰ ਬਾਬਰ ਦਾ ਨਾਮ ਸੀਗਾ, ਸਲੀਮ ਜਹਾਂਗੀਰ ਦਾ ਨਾਮ ਸੀਗਾ ਜੀ। ਠੀਕ ਹੈ, ਆਲਮਗੀਰ ਔਰੰਗਜ਼ੇਬ ਦਾ ਨਾਮ। ਓਕੇ, ਚਲੋ ਨੈਕਸਟ ਆਓ। ਹਾਂਜੀ, ਅਜਾਤ ਸ਼ਤਰੂ ਡੈਸ਼ ਦਾ ਪੁੱਤਰ ਸੀਗਾ। ਇਹ ਵੀ ਹਿਸਟਰੀ ਦਾ ਕੁਐਸਚਨ ਹੈ। ਇਹ ਪ੍ਰਾਚੀਨ ਹਿਸਟਰੀ ਤੋਂ ਕੁਐਸਚਨ ਹੈ, ਪ੍ਰਾਚੀਨ ਹਿਸਟਰੀ। ਠੀਕ ਹੈ ਜੀ, ਤਾਂ ਅਜਾਤ ਸ਼ਤਰੂ ਦੇਖੋ ਬਈ, ਮਗਧ ਦੀ ਆਪਾਂ ਗੱਲ ਕਰਦੇ ਹਾਂ। ਮਗਧ ਜਿਹੜਾ ਅੱਜ ਕੱਲ੍ਹ ਬਿਹਾਰ ਵਾਲਾ ਇਲਾਕਾ ਹੈ, ਮਗਧ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਰਾਜਵੰਸ਼ ਸੀਗਾ ਉਹ ਸੀਗਾ ਹਰਿਅੰਕ ਰਾਜਵੰਸ਼। ਹਰਿਅੰਕ ਰਾਜਵੰਸ਼ ਦੇ ਵਿੱਚ ਜਨਮ ਹੁੰਦਾ ਹੈ ਬਿੰਬੀਸਾਰ ਦਾ। ਕਿਹਦਾ ਜਨਮ ਹੁੰਦਾ ਹੈ? ਬਿੰਬੀਸਾਰ। ਤੇ ਬਿੰਬੀਸਾਰ ਦਾ ਹੀ ਮੁੰਡਾ ਹੁੰਦਾ ਹੈ ਅਜਾਤ ਸ਼ਤਰੂ। ਓਕੇ, ਅਜਾਤ ਸ਼ਤਰੂ ਕਿਹਦਾ ਮੁੰਡਾ ਹੋਇਆ? ਬਿੰਬੀਸਾਰ ਦਾ। ਤਾਂ ਜੇ ਤੁਸੀਂ ਐਂਸ਼ੀਅੰਟ ਹਿਸਟਰੀ ਪੜ੍ਹਨੀ ਹੈ, ਐਂਸ਼ੀਅੰਟ ਹਿਸਟਰੀ ਦੇ ਕੁਐਸਚਨ ਆਏ ਹੋਏ ਆ 2। ਐਂਸ਼ੀਅੰਟ ਹਿਸਟਰੀ ਦੇ ਮੈਂ ਤੁਹਾਨੂੰ 500 ਕੁਐਸਚਨ ਕਰਾਏ ਆ। ਠੀਕ ਹੈ, ਕਿੰਨੇ ਕੁਐਸਚਨ ਹੈ ਟੋਟਲ? 500 ਕੁਐਸਚਨ ਫ੍ਰੀ ਆਫ ਕੋਸਟ ਹੈ, YouTube ਤੇ ਹੀ ਪਏ ਹੈ, ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ। ਠੀਕ ਹੈ, PDF ਵੀ ਫ੍ਰੀ ਪਈ ਹੈ ਇਹਦੀ, ਟੈਲੀਗ੍ਰਾਮ ਤੇ ਵੀ ਪਈ ਹੈ। ਐਪ ਡਾਊਨਲੋਡ ਕਰੋਗੇ, ਐਪ ਦੇ ਵਿੱਚ ਫ੍ਰੀ ਸਟੱਡੀ ਮਟੀਰੀਅਲ ਦੇ ਵਿੱਚ ਵੀ ਇਹਨਾਂ 500 ਕੁਐਸਚਨਾਂ ਦੀ PDF ਪਈ ਹੈ ਪ੍ਰੈਕਟਿਸ ਵਾਸਤੇ। ਆਨਸਰ ਨਹੀਂ ਉਹਦੇ 'ਚ ਲੱਗੇ ਹੋਏ। ਇਹ ਕਲਾਸਾਂ ਦੇਖ ਲਓ, 500 MCQ ਕਰਾਏ ਹੈ, ਇਹਨਾਂ ਤੋਂ ਬਾਹਰ ਨਹੀਂ ਆਏਗਾ ਕੁਛ। ਠੀਕ ਹੈ,
ਇਹਨਾਂ ਤੋਂ ਬਾਹਰ ਨਹੀਂ ਹੈਗਾ। ਇਹ ਕੁਐਸਚਨ ਵੀ ਉਹਦੇ ਵਿੱਚੋਂ ਹੀ ਹੈ। ਓਕੇ ਬਾਈ, ਠੀਕ ਹੈ, ਚਲੋ ਅੱਗੇ ਆਓ। ਇਹ ਥੰਬਨੇਲ ਹੈ, ਇਦਾਂ ਲਿਖ ਕੇ ਤੁਸੀਂ ਸਰਚ ਕਰ ਸਕਦੇ ਹੋ, ਠੀਕ ਹੈ। ਐਂਸ਼ੀਐਂਟ ਹਿਸਟਰੀ 500 MCQ ਬਾਈ ਅੰਕਿਤ ਸਿੰਘ ਰਾਣਾ, ਇਦਾਂ ਲਿਖ ਕੇ, ਠੀਕ ਹੈ, ਪ੍ਰਤਾਪ ਅਕੈਡਮੀ ਲਿਖ ਕੇ ਮਿਲ ਜਾਏਗਾ। ਜਾਂ ਮੈਂ ਇਦਾਂ ਕਰੂੰਗਾ, ਇਹ ਜਿੰਨੀ ਵੀ ਪਲੇਲਿਸਟਾਂ ਹੈਗੀਆਂ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਮੈਂਸ਼ਨ ਕਰ ਦੂੰਗਾ, ਨਾਲੇ ਕਮੈਂਟ 'ਚ ਮੈਂਸ਼ਨ ਕਰ ਦੂੰਗਾ, ਠੀਕ ਹੈ। ਓਕੇ, ਹਾਂਜੀ ਲਿਓ। ਇਹ ਕੁਐਸਚਨ ਵੀ ਐਂਸ਼ੀਐਂਟ ਹਿਸਟਰੀ ਤੋਂ ਹੈਗਾ, ਪ੍ਰਾਚੀਨ ਹਿਸਟਰੀ ਤੋਂ, ਕਿ ਕਿਸ ਵੇਦ ਦੇ ਵਿੱਚ ਬਿਮਾਰੀਆਂ ਦਾ ਇਲਾਜ ਸ਼ਾਮਿਲ ਹੈ। ਤਾਂ ਵੇਦ ਹੈਗੇ ਆ ਜੀ ਟੋਟਲ 4। ਦੁਨੀਆ ਦਾ ਸਭ ਤੋਂ ਪਹਿਲਾ ਵੇਦ ਰਿਗਵੇਦ ਹੈ। ਉਸ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ, ਇਹ ਤਾਂ ਪਹਿਲਾ ਹੋ ਗਿਆ, ਦੂਜੇ ਨੰਬਰ ਦੇ ਉੱਤੇ ਹੈਗਾ ਜੀ ਸਾਮਵੇਦ, ਤੀਜੇ ਦੇ ਉੱਤੇ ਹੈਗਾ ਜੀ ਯਜੁਰਵੇਦ, ਤੇ ਐਂਡ ਦੇ ਵਿੱਚ ਹੈਗਾ ਆ ਅਥਰਵੇਦ। ਇਹ 4 ਵੇਦ ਹੈਗੇ ਆ ਜੀ। ਓਕੇ, ਯਾਦ ਰੱਖਣਾ, ਪੁੱਛਿਆ ਵੀ ਜਾਂਦਾ ਹੈ ਵੀ ਸਭ ਤੋਂ ਪਹਿਲਾਂ ਕਿਹੜਾ ਹੈ, ਦੂਜਾ ਕਿਹੜਾ, ਤੀਜਾ ਕਿਹੜਾ ਹੈ। ਤਾਂ ਗੱਲ ਕਿਹਦੀ ਹੋ ਰਹੀ ਹੈ, ਬਿਮਾਰੀਆਂ ਦੇ ਇਲਾਜ ਦੀ, ਤਾਂ ਉਹ ਹੈਗੇ ਜੀ ਸਭ ਤੋਂ ਆਖਰੀ ਵੇਦ ਅਥਰਵੇਦ ਦੇ ਵਿੱਚ। ਬਾਕੀ ਇਸ ਕਿਤਾਬ ਨੂੰ ਜਾਦੂ ਟੋਣੇ ਦੀ ਕਿਤਾਬ ਵੀ ਕਿਹਾ ਜਾਂਦਾ ਹੈ, ਮੈਜਿਕ ਬੁੱਕ ਵੀ ਕਿਹਾ ਜਾਂਦਾ ਹੈ, ਠੀਕ ਹੈ ਨਾ। ਕੁਝ ਜਾਦੂਆਂ ਦੀ ਗੱਲ ਵਗੈਰਾ ਹੈ ਨਾ, ਮੈਜਿਕ ਬੁੱਕ ਵੀ ਇਹਨੂੰ ਕਿਹਾ ਜਾਂਦਾ ਹੈ, ਜਾਦੂ ਟੋਣੇ ਦੀ ਕਿਤਾਬ ਵੀ ਕਿਹਾ ਜਾਂਦਾ ਹੈ, ਠੀਕ ਹੈ, ਯਾਦ ਰੱਖਣਾ ਹੈ। ਸੰਗੀਤ ਬਾਰੇ, ਮਿਊਜ਼ਿਕ ਬਾਰੇ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਹੈ, ਮਿਊਜ਼ਿਕ ਸਾਮਵੇਦ ਦੇ ਵਿੱਚ, ਠੀਕ ਹੈ, ਯਾਦ ਰੱਖਣਾ ਹੈ। ਰਿਗਵੇਦ ਬਾਰੇ ਆਪਾਂ ਕੀ ਯਾਦ ਰੱਖ ਸਕਦੇ ਹਾਂ, ਰਿਗਵੇਦ ਦੁਨੀਆ ਦੀ ਪਹਿਲੀ ਬੁੱਕ ਹੈ, ਇਸ ਤੋਂ ਪੁਰਾਣੀ ਬੁੱਕ ਹਲੇ ਤੱਕ ਆਪਣੇ ਕੋਲ ਕੋਈ ਨਹੀਂ ਹੈ। ਰਿਗਵੇਦ ਦੇ ਵਿੱਚ ਕਿੰਨੇ ਚੈਪਟਰ ਹੈਗੇ ਆ, ਤਾਂ ਚੈਪਟਰ ਨੂੰ ਬੋਲੇ ਜਾਂਦਾ ਹੈ ਮੰਡਲ। ਤਾਂ ਰਿਗਵੇਦ ਦੇ ਵਿੱਚ ਮੰਡਲ ਹੈਗੇ ਆ 10, ਜਿਹੜੇ ਯਾਦ ਰੱਖਣੇ ਆਪਾਂ ਨੇ, ਬਹੁਤ ਇੰਪੋਰਟੈਂਟ ਹੈ। ਬਾਕੀ ਰਿਗਵੇਦ ਦੇ ਵਿੱਚ ਬਹੁਤ ਕੁਝ ਹੈ ਜੀ ਪੜ੍ਹਨ ਦਾ, ਠੀਕ ਹੈ। ਹੋਰ ਜਿਹੜੀ ਆਪਣੀ ਇਹ ਸੀਰੀਜ਼ ਹੈਗੀ ਹੈ, ਇਹਨੂੰ ਤੁਸੀਂ ਜੇ ਕੰਟੀਨਿਊ ਕਰੋਗੇ ਤਾਂ ਰਿਗਵੇਦ ਬਾਰੇ ਬਹੁਤ ਕੁਝ ਤੁਹਾਨੂੰ ਜਾਣਨ ਨੂੰ ਮਿਲ ਜਾਏਗਾ, ਠੀਕ ਹੈ। ਚਲੋ ਨੈਕਸਟ, ਹਾਂਜੀ, ਸਵਰਾਜ ਸ਼ਬਦ ਦੀ ਵਰਤੋਂ ਕਰਨ ਵਾਲਾ ਪਹਿਲਾ ਇੰਡੀਅਨ ਕੌਣ ਸੀਗਾ ਜੀ। ਸਵਰਾਜ ਸ਼ਬਦ, ਸਵਰਾਜ ਦਾ ਮਤਲਬ ਹੁੰਦਾ ਹੈ ਆਪਣਾ ਰਾਜ। ਤਾਂ ਇਹ ਵੀ ਹਿਸਟਰੀ ਤੋਂ ਕੁਐਸਚਨ ਹੈ, ਮਾਡਰਨ ਹਿਸਟਰੀ ਤੋਂ, ਠੀਕ ਹੈ। ਤਾਂ ਇਹ ਵਰਤੋਂ ਕਰੀਏ ਸ਼ਬਦ ਦੀ ਸਭ ਤੋਂ ਪਹਿਲਾਂ, ਇਹਨਾਂ ਆਪਸ਼ਨਾਂ ਦੇ ਹਿਸਾਬ ਨਾਲ ਆਪਾਂ ਚੱਲਾਂਗੇ। ਬਾਲ ਗੰਗਾਧਰ ਤਿਲਕ ਨੇ, ਠੀਕ ਹੈ, ਬਾਲ ਗੰਗਾਧਰ ਤਿਲਕ ਨੇ ਬਈ, ਯਾਦ ਰੱਖਣਾ ਹੈ, ਠੀਕ ਹੈ। ਸਵਰਾਜ ਦੀ ਜੇ ਮੰਗ ਪੁੱਛਦੇ ਆ ਤਾਂ ਵੀ ਬਾਲ ਗੰਗਾਧਰ ਤਿਲਕ ਹੀ ਆਏਗਾ ਇੱਥੇ। ਓਕੇ, ਚਲੋ ਬਾਲ ਗੰਗਾਧਰ ਤਿਲਕ ਬਾਰੇ 2 ਸਭ ਤੋਂ ਕਾਮਨ ਕੁਐਸਚਨ ਜਿਹੜੇ ਹੈਗੇ ਆ, 2 ਜਾਂ 3 ਸਭ ਤੋਂ ਕਾਮਨ ਕੁਐਸਚਨ ਜਿਹੜੇ ਬਹੁਤ ਬਾਰ ਪੁੱਛੇ ਜਾਂਦੇ ਆ। ਬਾਲ ਗੰਗਾਧਰ ਤਿਲਕ ਨੇ ਅਖਬਾਰ ਚਲਾਇਆ ਸੀਗਾ ਜੀ ਕੇਸਰੀ, ਠੀਕ ਹੈ, ਯਾਦ ਰੱਖਣਾ। ਇਹ ਨਿਊਜ਼ਪੇਪਰ ਸੀਗਾ, ਕਿਹੜੀ ਭਾਸ਼ਾ ਦੇ ਵਿੱਚ ਸੀਗਾ ਇਹ ਸੀਗਾ ਜੀ ਆਪਣਾ ਮਰਾਠੀ ਭਾਸ਼ਾ ਦੇ ਵਿੱਚ, ਮਰਾਠੀ ਭਾਸ਼ਾ, ਠੀਕ ਹੈ, ਮਰਾਠੀ ਭਾਸ਼ਾ। ਇੱਕ ਅਖਬਾਰ ਹੋਰ ਸੀਗਾ ਇਹਨਾਂ ਦਾ ਜੀ, ਮਰਾਠਾ ਅਖਬਾਰ, ਮਰਾਠਾ, ਮਰਾਠਾ ਅਖਬਾਰ ਅੰਗਰੇਜ਼ੀ ਦੇ ਵਿੱਚ ਸੀਗਾ, ਇੰਗਲਿਸ਼ ਦੇ ਵਿੱਚ। ਦੋਨੇ ਅਖਬਾਰ ਯਾਦ ਰੱਖਣੇ, ਕੇਸਰੀ ਵੀ ਤੇ ਮਰਾਠਾ ਵੀ। ਭਾਸ਼ਾ ਵੀ ਯਾਦ ਰੱਖਣੀ, ਕਈ ਵਾਰ ਭਾਸ਼ਾ ਤੇ ਵੀ ਆ ਜਾਂਦਾ ਕੁਐਸਚਨ। ਇੱਕ ਇਹਨਾਂ ਨੇ ਅੰਦੋਲਨ ਚਲਾਇਆ ਸੀਗਾ ਜੀ, ਹੋਮ ਰੂਲ ਅੰਦੋਲਨ, ਹੋਮ ਰੂਲ ਮੂਵਮੈਂਟ ਜਾਂ ਹੋਮ ਰੂਲ ਅੰਦੋਲਨ, ਯਾਦ ਰੱਖਣਾ ਹੈ। ਇਹ ਚਲਾਇਆ ਸੀਗਾ 1916 ਦੇ ਵਿੱਚ, ਸੁਪਰ ਡੂਪਰ ਇੰਪੋਰਟੈਂਟ ਹੈ। ਇਹ 3, ਵੈਸੇ ਤਾਂ ਬਹੁਤ ਕੁਝ ਹੈ ਬਾਲ ਗੰਗਾਧਰ ਤਿਲਕ ਬਾਰੇ ਪੜ੍ਹਨ ਦਾ, ਬਟ ਇਹ ਸਭ ਤੋਂ ਇੰਪੋਰਟੈਂਟ ਗੱਲਾਂ ਹੈਗੀਆਂ, ਠੀਕ ਹੈ। ਚਲੋ ਨੈਕਸਟ ਆਓ, ਉਕਈ ਡੈਮ ਕਿਹੜੀ ਨਦੀ ਤੇ ਹੈ। ਤਾਂ ਡੈਮ ਦੇ ਉੱਤੇ ਕੁਐਸਚਨ ਆਇਆ ਹੋਇਆ ਸੀਗਾ ਜੀ, ਡੈਮ ਪੁੱਛਿਆ ਹੋਇਆ ਸੀਗਾ। ਇਹ ਜਿਓਗ੍ਰਾਫੀ ਦਾ ਕੁਐਸਚਨ ਹੈ, ਸਟੈਟਿਕ ਜੀਕੇ ਦਾ ਬੋਲ ਸਕਦੇ ਹੋ, ਬਟ ਜਿਓਗ੍ਰਾਫੀ ਆਪਾਂ ਮੰਨ ਕੇ ਚੱਲਾਂਗੇ, ਜਿਓਗ੍ਰਾਫੀ ਦੇ ਵਿੱਚ ਹੀ ਪੜ੍ਹਦੇ ਹਾਂ ਆਪਾਂ ਡੈਮਾਂ ਡੂਮਾਂ ਬਾਰੇ, ਠੀਕ ਹੈ। ਤਾਂ ਉਕਈ ਡੈਮ ਜਿਹੜਾ ਹੈਗਾ ਜੀ ਤਾਪਤੀ ਨਦੀ ਦੇ ਉੱਤੇ ਹੈ। ਕਿਹੜੀ ਨਦੀ ਦੇ ਉੱਤੇ ਹੈ, ਤਾਪਤੀ ਨਦੀ ਦੇ ਉੱਤੇ, ਠੀਕ ਹੈ, ਗੁਜਰਾਤ ਦੇ ਵਿੱਚ ਇਹ ਡੈਮ ਹੈਗਾ ਆ। ਤੇ ਤਾਪਤੀ ਨਦੀ ਨੂੰ ਸੂਰਿਆ ਪੁੱਤਰੀ ਵੀ ਕਿਹਾ ਜਾਂਦਾ ਹੈ, ਸੂਰਿਆ ਪੁੱਤਰੀ, ਠੀਕ ਹੈ। ਤਾਪਤੀ ਨਦੀ, ਤਾਪਤੀ ਨਦੀ ਨੂੰ ਨਰਮਦਾ ਦੀ ਜੁੜਵਾ ਭੈਣ ਵੀ ਕਿਹਾ ਜਾਂਦਾ ਹੈ। ਇਹ ਨਰਮਦਾ ਨਦੀ ਜਿਹੜੀ ਤੁਸੀਂ ਉੱਪਰ ਦੇਖ ਰਹੇ ਹੋ, ਠੀਕ ਹੈ। ਤਾਪਤੀ ਦੇ ਕਿਨਾਰੇ ਇੱਕ ਬਹੁਤ ਫੇਮਸ ਸ਼ਹਿਰ ਹੈ ਸੂਰਤ, ਗੁਜਰਾਤ ਦਾ, ਇਹ ਵੀ ਯਾਦ ਰੱਖਣਾ ਹੈ, ਪੁੱਛਿਆ ਜਾਂਦਾ ਸੂਰਤ ਸ਼ਹਿਰ ਕਿਹੜੀ ਨਦੀ ਦੇ ਕਿਨਾਰੇ ਹੈ, ਤਾਪਤੀ ਦੇ। ਸੂਰਤ ਸ਼ਹਿਰ ਨੂੰ ਡਾਇਮੰਡ ਸਿਟੀ ਆਫ ਦਾ ਵਰਲਡ ਵੀ ਕਿਹਾ ਜਾਂਦਾ ਹੈ, ਜਾਂ ਇੰਡੀਆ ਤਾਂ ਕਹਿੰਦੇ ਹੀ ਕਹਿੰਦੇ ਆ, ਵਰਲਡ ਦਾ ਵੀ ਕਹਿ ਦਿੰਦੇ ਆ, ਡਾਇਮੰਡ ਸਿਟੀ ਆਫ ਵਰਲਡ, ਠੀਕ ਹੈ। ਡਾਇਮੰਡ ਸਿਟੀ ਆਫ ਵਰਲਡ ਕਿਹਨੂੰ ਕਿਹਾ ਜਾਂਦਾ, ਸੂਰਤ ਨੂੰ ਕਿਹਾ ਜਾਂਦਾ, ਕਿਉਂਕਿ ਹੀਰਿਆਂ ਦੇ ਉੱਤੇ ਪਾਲਿਸ਼ ਦਾ, ਡਾਇਮੰਡ ਦੇ ਉੱਤੇ ਪਾਲਿਸ਼ ਦਾ ਸਭ ਤੋਂ ਜ਼ਿਆਦਾ ਕੰਮ ਇੰਡੀਆ ਦੇ ਵਿੱਚ ਕਿੱਥੇ ਹੁੰਦਾ, ਸੂਰਤ ਦੇ ਵਿੱਚ ਹੁੰਦਾ ਬਾਈ, ਠੀਕ ਹੈ, ਇਹ ਯਾਦ ਰੱਖਣਾ ਹੈ। ਬਾਕੀ ਕੁਝ ਡੈਮ ਮੈਂ ਤੁਹਾਡੇ ਵਾਸਤੇ ਐਡ, ਅੱਛਾ ਨਹੀਂ ਹੋਏ ਇੱਥੇ ਐਡ, ਚਲੋ ਕੋਈ ਗੱਲ ਨਹੀਂ, ਸੋਚਿਆ ਤਾਂ ਸੀਗਾ ਕਿ ਡੈਮ ਕੁਛ ਐਡ ਕਰੂੰਗਾ। ਤਾਂ ਜਿੰਨੇ ਕੁ ਡੈਮ ਤੁਸੀਂ ਯਾਦ ਰੱਖ ਸਕਦੇ ਹੋ, ਜਿਹੜੇ ਲੇਟੈਸਟ ਕੁਝ ਬਣੇ ਹੋਏ ਹੈਗੇ ਆ, 2-4 ਮੈਂ ਚਲੋ ਤੁਹਾਨੂੰ ਦੱਸ ਹੀ ਦਿੰਦਾ ਡੈਮ, ਠੀਕ ਹੈ। ਜਿਵੇਂ ਇੱਕ ਰਣਜੀਤ ਸਾਗਰ ਡੈਮ ਯਾਦ ਰੱਖਿਓ ਜੀ, ਰਣਜੀਤ ਸਾਗਰ ਡੈਮ, ਜਿਹੜੇ ਆਪਣੇ ਪੰਜਾਬ ਦੇ ਆ, ਘੱਟੋ ਘੱਟ ਇਹ ਤਾਂ ਯਾਦ ਰੱਖ ਲਿਓ। ਰਣਜੀਤ ਸਾਗਰ ਡੈਮ ਕਿਹੜੀ ਨਦੀ ਦੇ ਉੱਤੇ ਹੈ, ਰਾਵੀ ਨਦੀ ਦੇ ਉੱਤੇ ਹੈ। ਇੱਕ ਹੈਗਾ ਜੀ ਸ਼ਾਹਪੁਰਕੰਡੀ ਡੈਮ, ਸ਼ਾਹਪੁਰਕੰਡੀ ਡੈਮ, ਇਹ ਵੀ ਰਾਵੀ ਨਦੀ ਦੇ ਉੱਤੇ ਹੈ।
ਇੱਕ ਹੈਗਾ ਜੀ ਪੌਂਗ ਡੈਮ, ਇਹ ਬਿਆਸ ਦੇ ਉੱਤੇ ਹੈ, ਠੀਕ ਹੈ। ਇਹ ਯਾਦ ਰੱਖ ਲਿਓ ਵੀ ਘੱਟੋ ਘੱਟ, ਠੀਕ ਹੈ, 3 ਡੈਮ। ਚਲੋ ਨੈਕਸਟ ਆਓ, ਇੱਕ ਡੈਮ ਹੋਰ ਯਾਦ ਰੱਖ ਲਿਓ, ਅਲਮਾਟੀ ਡੈਮ। ਅਲਮਾਟੀ ਡੈਮ, ਅਲਮਾਟੀ ਡੈਮ ਹੈਗਾ ਜੀ ਕ੍ਰਿਸ਼ਨਾ ਨਦੀ ਦੇ ਉੱਤੇ, ਠੀਕ ਹੈ। ਹੋਰ ਬਹੁਤ ਡੈਮ ਹੈ ਇੰਡੀਆ ਦੇ ਵਿੱਚ। ਹਾਂਜੀ ਲਿਓ, ਇੰਦਰਾ ਗਾਂਧੀ ਸੁਪਰ ਥਰਮਲ ਪਾਵਰ ਪ੍ਰੋਜੈਕਟ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ? ਇੰਦਰਾ ਗਾਂਧੀ ਸੁਪਰ ਥਰਮਲ ਪਾਵਰ ਪ੍ਰੋਜੈਕਟ, ਥਰਮਲ ਪਾਵਰ ਪ੍ਰੋਜੈਕਟ ਹੁੰਦਾ ਹੈ ਜਿੱਥੇ ਥਰਮਲ ਮਤਲਬ ਜਿੱਥੇ ਕੋਲੇ ਤੋਂ ਬਿਜਲੀ ਬਣਦੀ ਹੈ, ਕੋਲੇ ਤੋਂ ਬਿਜਲੀ ਬਣਦੀ ਹੈ ਜਿੱਥੇ, ਉਹਨੂੰ ਆਪਾਂ ਥਰਮਲ ਪਾਵਰ ਪ੍ਰੋਜੈਕਟ ਬੋਲਦੇ ਹਾਂ। ਤਾਂ ਇਹ ਹੈਗਾ ਜੀ ਹਰਿਆਣੇ ਦੇ ਵਿੱਚ। ਕਿੱਥੇ ਹੈ? ਹਰਿਆਣੇ ਦੇ ਵਿੱਚ। ਇਸ ਤੋਂ ਇਲਾਵਾ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿੰਨੇ ਹੈਗੇ ਆ ਉਹ ਯਾਦ ਕਰ ਲਿਓ, ਕਿਉਂਕਿ ਪੇਪਰ 'ਚ ਪੁੱਛੇ ਜਾ ਸਕਦੇ ਆ। ਸਰ ਛੋਟੂ ਰਾਮ ਥਰਮਲ ਪਾਵਰ ਪਲਾਂਟ, ਇਹ ਯਮੁਨਾਨਗਰ ਦੇ ਵਿੱਚ ਹੈ। ਰਾਜੀਵ ਗਾਂਧੀ, ਇਹ ਹਰਿਆਣੇ ਦੇ ਹਿਸਾਰ ਦੇ ਵਿੱਚ ਹੈ। ਤਾਂ ਇਹ 2 ਹਰਿਆਣੇ ਦੇ ਹੋਰ ਹੋ ਗਏ ਤੇ ਇਹ ਅੱਗੇ ਸਾਰੇ ਪੰਜਾਬ ਦੇ ਹੋ ਗਏ ਬਈ। ਰਾਜਪੁਰਾ ਥਰਮਲ ਪਾਵਰ ਪਲਾਂਟ ਰਾਜਪੁਰਾ ਦੇ ਵਿੱਚ ਹੈ, ਰਾਜਪੁਰਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੈ। ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਮਾਨਸਾ ਦੇ ਵਿੱਚ ਹੈ। ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ ਜਿਹੜਾ ਹੈਗਾ ਜੀ ਬਠਿੰਡਾ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਰੋਪੜ ਤੇ ਗੁਰੂ ਹਰਗੋਬਿੰਦ ਥਰਮਲ ਪਾਵਰ ਪਲਾਂਟ ਲਹਿਰਾ ਮੁਹੱਬਤ ਬਠਿੰਡਾ। ਘੱਟੋ ਘੱਟ ਇਹ ਤਾਂ ਯਾਦ ਰੱਖ ਲਿਓ, ਹੋਰ ਬਹੁਤ ਹੈ। ਹਾਂਜੀ, ਇਹ ਵੀ ਜਿਓਗ੍ਰਾਫੀ ਤੋਂ ਕੁਐਸਚਨ ਹੈ ਕਿ ਧਰਤੀ ਦੇ ਅੰਦਰ ਉਹ ਕੇਂਦਰ ਕੀ ਹੈ ਜਿੱਥੇ ਭੂਚਾਲ ਪੈਦਾ ਹੁੰਦਾ ਹੈ? ਤਾਂ ਜਿੱਥੋਂ ਅਰਥਕਵਿਕ ਸਟਾਰਟ ਹੁੰਦਾ ਹੈ ਧਰਤੀ ਦੇ ਅੰਦਰ, ਕਿਤਨਾ ਵੀ ਅੰਦਰ ਹੋ ਸਕਦਾ ਹੈ, 10 ਕਿਲੋਮੀਟਰ, 20 ਕਿਲੋਮੀਟਰ, 30 ਕਿਲੋਮੀਟਰ, ਜਿੱਥੋਂ ਵੀ ਭੂਕੰਪ ਸਟਾਰਟ ਹੋਇਆ ਉਸ ਪੁਆਇੰਟ ਨੂੰ ਆਪਾਂ ਬੋਲਦੇ ਹਾਂ ਫੋਕਸ। ਕੀ ਬੋਲਦੇ ਹਾਂ? ਫੋਕਸ। ਮੰਨ ਲਓ ਇਹ ਅਰਥ ਹੋ ਗਈ ਬਾਹਰੋਂ, ਪਹਾੜ ਇਹ ਉਹ ਇੱਧਰ ਖਾਈ ਵਗੈਰਾ ਮੈਦਾਨ, ਹਨਾ, ਇਹ ਧਰਤੀ ਹੋ ਗਈ ਬਾਹਰੋਂ ਸਾਈਡ ਤੋਂ, ਠੀਕ ਹੈ ਜੀ। ਅੰਦਰ ਜਾ ਕੇ ਮੰਨ ਲਓ 20 ਕਿਲੋਮੀਟਰ ਥੱਲੇ ਜਾ ਕੇ ਕੋਈ ਭੂਕੰਪ ਹੈ ਜਿਹੜਾ ਉਹ ਸਟਾਰਟ ਹੋਇਆ ਸੀਗਾ ਇਹ ਵਾਲੇ ਪੁਆਇੰਟ ਤੇ, ਇੱਥੋਂ ਭੂਕੰਪ ਸਟਾਰਟ ਹੋਇਆ, ਇੱਥੋਂ ਵਾਈਬ੍ਰੇਸ਼ਨ ਹੈ ਜਿਹੜੀ ਸਟਾਰਟ ਹੋਈ ਹੈ, ਤਰੰਗਾ ਭੂਕੰਪ ਦੀ 4 ਚਪੇਰੇ ਗਈਆਂ, ਠੀਕ ਹੈ। ਤਾਂ ਨੋਰਮਲ ਜੀ ਗੱਲ ਹੈ। ਇਸ ਪੁਆਇੰਟ ਦੇ ਬਿਲਕੁਲ ਉੱਪਰ ਧਰਤੀ ਦੇ ਉੱਪਰ ਇਹ ਵਾਲਾ ਪੁਆਇੰਟ ਹੈ ਜਿਹੜਾ, ਇਹਨੂੰ ਆਪਾਂ ਬੋਲਾਂਗੇ ਐਪੀ ਸੈਂਟਰ। ਇਹਨੂੰ ਆਪਾਂ ਬੋਲਦੇ ਹਾਂ ਐਪੀ ਸੈਂਟਰ। ਤੇ ਜਿੱਥੋਂ ਭੂਕੰਪ ਸਟਾਰਟ ਹੋਇਆ ਧਰਤੀ ਦੇ ਬਿਲਕੁਲ ਅੰਦਰ ਜਾ ਕੇ ਉਹ ਹੁੰਦਾ ਫੋਕਸ। ਉਹ ਕੀ ਹੁੰਦਾ? ਓਕੇ ਬਈ, ਠੀਕ ਹੈ, ਯਾਦ ਰੱਖਣਾ। ਤਾਂ ਇਹਦਾ ਆਨਸਰ ਕੀ ਹੋ ਗਿਆ? ਫੋਕਸ। ਧਰਤੀ ਦੇ ਅੰਦਰ ਜਿੱਥੋਂ ਭੂਕੰਪ ਸਟਾਰਟ ਹੋਇਆ ਕਿੰਨੇ ਵੀ ਡੂੰਘਾਈ 'ਚ ਹੋ ਸਕਦਾ ਹੈ, ਉਹ ਹੈ ਫੋਕਸ। ਤੇ ਫੋਕਸ ਦੇ ਬਿਲਕੁਲ 90 ਡਿਗਰੀ ਉੱਪਰ ਉਹ ਵਾਲਾ ਪੁਆਇੰਟ ਜਿੱਥੇ ਆਪਾਂ ਰਹਿੰਦੇ ਹਾਂ ਧਰਤੀ ਦੇ ਉੱਪਰ, ਕਰਸਟ ਦੇ ਉੱਪਰ, ਉਹਨੂੰ ਆਪਾਂ ਬੋਲਦੇ ਹਾਂ ਐਪੀ ਸੈਂਟਰ, ਠੀਕ ਹੈ। ਚਲੋ, ਤੇ ਭੂਕੰਪ ਨਾਪਣ ਵਾਸਤੇ ਕਿਹੜਾ ਯੰਤਰ ਯੂਜ਼ ਹੁੰਦਾ ਹੈ? ਸਿਸਮੋਗ੍ਰਾਫ। ਸਿਸਮੋਗ੍ਰਾਫ ਯਾਦ ਰੱਖਣਾ ਹੈ। ਭੂਕੰਪ ਨਾਪਣ ਵਾਸਤੇ ਕਿਹੜਾ ਯੰਤਰ ਯੂਜ਼ ਕਰਦੇ ਆ? ਸਿਸਮੋਗ੍ਰਾਫ ਯੂਜ਼ ਕਰਦੇ ਆ। ਕਿਹੜੀ ਤਰੰਗਾਂ ਪੈਦਾ ਹੁੰਦੀਆਂ? ਸਿਸਮਿਕ ਵੇਵ ਪੈਦਾ ਹੁੰਦੀਆਂ ਜੀ, ਸਿਸਮਿਕ ਵੇਵਸ, ਠੀਕ ਹੈ। PSLV ਨੂੰ ਬੋਲਦੇ ਆਪਾਂ, PSL ਵੇਵਸ। P ਸਭ ਤੋਂ ਤੇਜ਼ ਹੁੰਦੀ ਹੈ, L ਸਭ ਤੋਂ ਸਲੋ ਹੁੰਦੀ ਹੈ, ਪਰ ਸਭ ਤੋਂ ਖਤਰਨਾਕ ਹੁੰਦੀ ਹੈ L ਵੇਵਸ, ਠੀਕ ਹੈ। ਬਸ ਇਹ ਕੁਝ ਪੁਆਇੰਟ ਹੈ ਜਿਹੜੇ ਯਾਦ ਰੱਖਣੇ ਆ, ਹੋਰ ਵੀ ਆਪਾਂ ਦੇਖਾਂਗੇ ਅੱਗੇ ਕਲਾਸਾਂ ਦੇ ਵਿੱਚ। ਚਲੋ, ਇਹ ਵੀ ਜਿਓਗ੍ਰਾਫੀ ਦਾ ਕੁਐਸਚਨ ਹੈ ਜੀ। ਧਰਤੀ ਦਾ ਡਾਇਆਮੀਟਰ ਕਿੰਨਾ ਹੈ? ਡਾਇਆਮੀਟਰ, ਵਿਆਸ, ਠੀਕ ਹੈ। ਤਾਂ ਧਰਤੀ ਦਾ ਡਾਇਆਮੀਟਰ ਜਮੀ ਸੌਖਾ ਕੁਐਸਚਨ ਹੈ, 12,742 ਕਿਲੋਮੀਟਰ, ਠੀਕ ਹੈ। ਡਾਇਆਮੀਟਰ ਪਤਾ ਨਾ, ਜਿਵੇਂ ਇਹ ਸਰਕਲ ਹੋ ਗਿਆ ਬਈ, ਇਹ ਹੁੰਦਾ ਵਿਆਸ ਡਾਇਆਮੀਟਰ, ਤੇ ਇਹ ਹੁੰਦਾ ਜੀ ਇੱਥੋਂ ਤੱਕ ਅਰਧ ਵਿਆਸ, ਠੀਕ ਹੈ। ਤਾਂ ਵਿਆਸ ਤੇ ਅਰਧ ਵਿਆਸ ਆਪਾਂ ਨੂੰ ਸਾਰੇ ਪਤਾ ਹੋਣੇ ਚਾਹੀਦੇ ਆ, ਠੀਕ ਹੈ। ਚਲੋ ਨੈਕਸਟ ਆਓ। ਹਾਂਜੀ, ਪ੍ਰਾਇਦੀਪੀ ਪਠਾਰ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ? ਪ੍ਰਾਇਦੀਪੀ ਪਠਾਰ। ਇਹ ਪ੍ਰਾਇਦੀਪੀ ਪਠਾਰ ਕਿਹੜਾ ਹੈ? ਪ੍ਰਾਇਦੀਪੀ ਉਹ ਵਾਲਾ ਏਰੀਆ ਹੁੰਦਾ ਵੀ ਜਿਹਨੂੰ 3 ਸਾਈਡ ਤੋਂ ਪਾਣੀ ਲੱਗਦਾ, ਉਹਨੂੰ ਆਪਾਂ ਪ੍ਰਾਇਦੀਪ ਬੋਲ ਦਿੰਦੇ ਆ। ਤਾਂ ਆਪਣਾ ਇਹ ਇੰਡੀਆ ਹੋ ਗਿਆ ਜਿਹਨੂੰ 3 ਸਾਈਡ ਤੋਂ ਪਾਣੀ ਲੱਗਦਾ। ਇੱਧਰ ਹੈਗਾ ਜੀ ਅਰਬ ਸਾਗਰ, ਇੱਥੇ ਹੈਗਾ ਆ ਬੰਗਾਲ ਦੀ ਖਾੜੀ, ਪਤਾ ਹੈ ਨਾ ਸਭ ਨੂੰ, ਬੰਗਾਲ ਦੀ ਖਾੜੀ। ਥੱਲੇ ਹੈਗਾ ਹਿੰਦ ਮਹਾਸਾਗਰ, ਠੀਕ ਹੈ। ਤਾਂ ਇਹਨੂੰ 3 ਸਾਈਡ ਤੋਂ ਪਾਣੀ ਲੱਗਦਾ। ਤਾਂ ਇਹ ਸਾਰਾ ਏਰੀਆ ਹੋ ਗਿਆ ਜੀ ਪ੍ਰਾਇਦੀਪ। ਪਠਾਰ ਹੁੰਦਾ ਜਿਹੜਾ ਮੈਦਾਨਾਂ ਤੋਂ ਉੱਪਰ ਏਰੀਆ ਹੁੰਦਾ, ਉਹਨੂੰ ਆਪਾਂ ਪਠਾਰ ਬੋਲਦੇ ਹਾਂ। ਥੋੜਾ ਮੈਦਾਨਾਂ ਤੋਂ ਉੱਚੇ ਵਾਲਾ ਏਰੀਆ ਉਹ ਪਠਾਰ ਹੁੰਦਾ ਹੈ। ਤਾਂ ਇਸ ਏਰੀਏ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਤਾਂ ਇਸ ਏਰੀਏ ਦੀ ਸਭ ਤੋਂ ਲੰਬੀ ਨਦੀ ਹੈਗੀ ਹੈ ਜੀ ਗੋਦਾਵਰੀ। ਕਿਹੜੀ ਹੈ ਜੀ? ਗੋਦਾਵਰੀ, ਓਕੇ। ਜਿਹੜੀ ਇਧਰੋਂ ਸ਼ੁਰੂ ਹੁੰਦੀ ਹੈ ਮਹਾਰਾਸ਼ਟਰ ਤੋਂ ਤੇ ਇੱਧਰ ਜਾਂਦੀ ਹੈ ਬੰਗਾਲ ਦੀ ਖਾੜੀ ਦੇ ਵਿੱਚ ਡਿੱਗਦੀ ਹੈ, ਇਹ ਗੋਦਾਵਰੀ ਹੈ। ਇੰਡੀਆ ਦੀ ਦੂਜੀ ਸਭ ਤੋਂ ਵੱਡੀ ਨਦੀ ਇਹੀ ਹੈ, ਠੀਕ ਹੈ। ਪਹਿਲੇ ਨੰਬਰ ਤੇ ਹੈ ਗੰਗਾ, ਪਹਿਲੇ ਨੰਬਰ ਤੇ ਹੈਗੀ ਹੈ ਗੰਗਾ, ਤੇ ਦੂਜੇ ਤੇ ਕਿਹੜੀ ਹੈ? ਗੋਦਾਵਰੀ, ਓਕੇ। ਤੇ ਜੇ ਆਪਾਂ ਆਪਣੇ ਸਾਊਥ ਇੰਡੀਆ ਦੀ ਗੱਲ ਕਰੀਏ ਜਾਂ ਪ੍ਰਾਇਦੀਪੀ ਪਠਾਰ ਦੀ ਗੱਲ ਕਰੀਏ, ਤਾਂ ਇੱਥੇ ਸਭ ਤੋਂ ਲੰਬੀ ਨਦੀ ਕਿਹੜੀ ਹੈ? ਗੋਦਾਵਰੀ ਹੈ, ਕਿਉਂਕਿ ਗੰਗਾ ਤਾਂ ਉੱਪਰ ਹੋਗੀ ਨਾ, ਉਹ ਪ੍ਰਾਇਦੀਪੀ ਇੰਡੀਆ ਨਹੀਂ ਹੈਗਾ, ਉਹਦੇ ਤਾਂ ਚਾਰੋਂ ਸਾਈਡ ਜ਼ਮੀਨ ਹੈ, ਠੀਕ ਹੈ। ਤਾਂ ਪ੍ਰਾਇਦੀਪੀ ਦੀ ਪੁੱਛੀ ਹੈ ਤਾਂ ਗੋਦਾਵਰੀ ਹੋ ਗਈ, ਪੂਰੇ ਇੰਡੀਆ ਦੀ ਪੁੱਛਦੇ ਆ ਤਾਂ ਗੰਗਾ ਹੋ ਗਿਆ ਬਈ, ਠੀਕ ਹੈ।
ਬਾਕੀ ਗੋਦਾਵਰੀ ਨਦੀ ਨੂੰ ਆਪਾਂ ਓਲਡ ਗੰਗਾ ਵੀ ਕਹਿੰਦੇ ਆ, ਇਹ ਯਾਦ ਰੱਖਣਾ ਹੈ। ਓਲਡ ਗੰਗਾ, ਬੁੜੀ ਗੰਗਾ ਵੀ बोलते हैं, पुरानी गंगा भी बोलते हैं, ठीक है। दक्षिण गंगा भी बोलते हैं, दक्षिण गंगा। पर याद रखना है, दक्षिण गंगा गोदावरी ਨੂੰ बोलते हैं, दक्षिण दी गंगा कावेरी ਨੂੰ बोलते हैं, ठीक है। ਦੋਹਾਂ 'ਚ ਫਰਕ ਹੈ। ਦੱਖਣ ਗੰਗਾ ਜਾਂ ਦक्षिण गंगा ਉਹ ਆਪਾਂ ਗੋਦਾਵਰੀ ਨੂੰ बोलते हैं, ਦੱਖਣ ਦੀ ਗੰਗਾ ਕਾਵੇਰੀ ਨੂੰ बोलते हैं। ਜਿੱਥੇ ਦੀ ਆ ਗਿਆ ਉਹ ਕਾਵੇਰੀ ਹੋ ਗਿਆ। ਦੱਖਣ ਦੀ ਗੰਗਾ ਉਹ ਕਾਵੇਰੀ ਨਦੀ ਹੈ ਜਿਹੜੀ ਇੱਥੇ ਚੱਲਦੀ ਹੈ, ਠੀਕ ਹੈ। ਕਾਵੇਰੀ ਨਦੀ। ਤਾਂ ਦੱਖਣ ਗੰਗਾ ਗੋਦਾਵਰੀ, ਦੱਖਣ ਦੀ ਗੰਗਾ ਕਾਵੇਰੀ, ਦੋਹਾਂ 'ਚ ਫਰਕ ਹੈ। ਦੱਖਣ ਗੰਗਾ ਗੋਦਾਵਰੀ, ਦੱਖਣ ਦੀ ਗੰਗਾ ਕਾਵੇਰੀ। ਚਲੋ ਨੈਕਸਟ ਆਓ। ਅੱਛਾ, ਇਹ ਕੁਝ ਪੁਆਇੰਟ ਨੋਟ ਕਰ ਲਿਓ ਬਈ। ਡੈਮ ਮੈਂ ਤੁਹਾਡੇ ਵਾਸਤੇ ਐਡ ਕਰੇ ਆ ਗੋਦਾਵਰੀ ਦੇ ਉੱਤੇ। ਇਹ ਦੋ ਕੁਝ ਨਵੇਂ ਪ੍ਰੋਜੈਕਟ ਚੱਲ ਰਹੇ ਆ, ਥੋੜੇ ਪੁਰਾਣੇ ਵੀ ਹੋ ਗਏ ਹੁਣ ਤਾਂ। ਪੋਲਾਵਰਮ ਆਂਧਰਾ ਪ੍ਰਦੇਸ਼ ਦੇ ਵਿੱਚ, ਇਹ ਗੋਦਾਵਰੀ ਨਦੀ ਦੇ ਉੱਤੇ ਹੈ। ਕਾਲੇਸ਼ਵਰਮ ਇਹ ਵੀ ਗੋਦਾਵਰੀ ਦੇ ਉੱਤੇ ਹੈ, ਤੇਲੰਗਾਨਾ ਦੇ ਵਿੱਚ, ਠੀਕ ਹੈ। ਨੋਟ ਕਰ ਲਿਓ। ਚਲੋ ਅੱਗੇ ਆਓ। ਤਾਂ ਉਹ ਜਿਓਗ੍ਰਾਫੀ ਤੋਂ ਸੀਗੇ ਜੀ। ਹੁਣ ਕੁਐਸਚਨ ਆ ਗਏ ਜਰਨਲ ਸਾਇੰਸ, ਤੇ ਜਰਨਲ ਸਾਇੰਸ ਦੇ ਵਿੱਚ ਵੀ ਕੁਐਸਚਨ ਕਿੱਥੋਂ ਹੈ? ਬਾਇਓਲੋਜੀ ਤੋਂ। ਕਿੱਥੋਂ ਆਇਆ? ਬਾਇਓਲੋਜੀ ਯਾਨੀ ਜੀਵ ਵਿਗਿਆਨ ਤੋਂ। ਕੁਐਸਚਨ ਕੀ ਹੈ ਜੀ? ਏਡਸ ਦਾ ਕਾਰਨ ਕੀ ਹੈ ਜੀ? ਏਡਸ ਦਾ ਕਾਰਨ ਤਾਂ ਜਿੰਨੀ ਵੀ ਬਿਮਾਰੀਆਂ ਹੁੰਦੀਆਂ, ਠੀਕ ਹੈ, ਜਿੰਨੀ ਵੀ ਬਿਮਾਰੀਆਂ ਹੁੰਦੀਆਂ, ਡਿਸੀਜ਼ਸ ਹੁੰਦੀਆਂ, ਜਾਂ ਤਾਂ ਉਹ ਵਾਇਰਸ ਤੋਂ ਫੈਲਦੀਆਂ, ਠੀਕ ਹੈ ਜੀ। ਜਿਵੇਂ ਕਰੋਨਾ ਹੋ ਗਿਆ, ਕਰੋਨਾ ਕਿਹਦੇ ਤੋਂ ਫੈਲ ਰਿਹਾ? ਵਾਇਰਸ ਤੋਂ। ਜਾਂ ਫਿਰ ਉਹ ਬੈਕਟੀਰੀਆ ਤੋਂ ਫੈਲਦੀਆਂ, ਬੈਕਟੀਰੀਆ ਤੋਂ, ਠੀਕ ਹੈ ਜੀ। ਕੋਈ ਬੈਕਟੀਰੀਆ ਹੋ ਗਿਆ ਜੀ, ਉਹਨੇ ਆਪਾਂ ਨੂੰ ਬਿਮਾਰ ਕਰਤਾ, ਬੈਕਟੀਰੀਆ, ਜਿਹਨੂੰ ਹਿੰਦੀ 'ਚ ਆਪਾਂ ਜੀਵਾਣੂ ਬੋਲਦੇ ਹਾਂ, ਠੀਕ ਹੈ। ਜਾਂ ਫਿਰ ਉਹ ਪ੍ਰੋਟੋਜ਼ੋਆ ਤੋਂ ਫੈਲਦੀਆਂ, ਪ੍ਰੋਟੋਜ਼ੋਆ ਹੋਰ ਵੀ ਛੋਟਾ ਹੁੰਦਾ ਬੈਕਟੀਰੀਆ ਤੋਂ ਵੀ, ਠੀਕ ਹੈ। ਬਹੁਤ ਛੋਟੇ ਛੋਟੇ ਹੁੰਦੇ ਆ ਸਾਰੇ, ਵਾਇਰਸ, ਬੈਕਟੀਰੀਆ, ਪ੍ਰੋਟੋਜ਼ੋਆ। ਆਪਾਂ ਇਹਨਾਂ ਨੂੰ ਨੰਗੀ ਅੱਖਾਂ ਨਾਲ ਨਹੀਂ ਦੇਖ ਸਕਦੇ ਬਈ, ਇਹਨਾਂ ਨੂੰ ਮਾਈਕਰੋਸਕੋਪ ਦੇ ਨਾਲ ਹੀ ਦੇਖਣਾ ਪੈਣਾ, ਠੀਕ ਹੈ। ਪ੍ਰੋਟੋਜ਼ੋਆ ਜਿਹਨੂੰ ਆਪਾਂ ਪਰੀਜੀਵੀ ਬੋਲਦੇ ਹਾਂ ਹਿੰਦੀ ਦੇ ਵਿੱਚ। ਤੇ ਇੱਕ ਹੁੰਦਾ ਜੀ ਫੰਗਸ, ਇਹ ਫਿਰ ਵੀ ਚਲੋ ਵਿਜ਼ੀਬਲ ਹੁੰਦੀ ਹੈ। ਫੰਗਸ ਜਿਹਨੂੰ ਆਪਾਂ ਕਵਕ ਬੋਲਦੇ ਹਾਂ, ਉੱਲੀ ਬੋਲ ਦਿੰਦੇ ਆ। ਤਾਂ ਜਿੰਨੀ ਵੀ ਬਿਮਾਰੀਆਂ ਹੈਗੀਆਂ ਇਹਨਾਂ ਦੇ ਇਹ 4 ਮੇਜਰ ਰੀਜ਼ਨ ਹੈ। ਕੋਈ ਵਾਇਰਸ ਤੋਂ ਫੈਲੇਗੀ, ਕੋਈ ਬੈਕਟੀਰੀਆ ਤੋਂ ਫੈਲੇਗੀ, ਕੋਈ ਪਰੀਜੀਵੀ ਯਾਨੀ ਪ੍ਰੋਟੋਜ਼ੋਆ ਤੋਂ ਫੈਲੇਗੀ, ਕੋਈ ਫੰਗਸ ਤੋਂ ਫੈਲੇਗੀ, ਠੀਕ ਹੈ। ਹੁਣ ਆਪਣੇ ਮਤਲਬ ਦਾ ਕੀ ਹੈ? ਆਪਾਂ ਨੂੰ ਬਿਮਾਰੀ ਦੇ ਨਾਂ ਤੋਂ ਹੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਬਿਮਾਰੀ ਦਾ ਕਾਰਨ ਕੀ ਹੈ। ਇਹਨਾਂ 4 ਦੇ ਵਿੱਚੋਂ ਵਾਇਰਸ ਹੈ। ਜੇ ਮੈਂ ਤੁਹਾਨੂੰ ਪੁੱਛਾਂ ਕਰੋਨਾ ਇਹਨਾਂ 4 ਦੇ ਵਿੱਚੋਂ ਕਿਹਦੇ ਤੋਂ ਫੈਲਦੀ ਹੈ, ਤੁਸੀਂ ਫੱਟ ਦੇ ਕੇ ਬੋਲੋਗੇ ਕਿ ਕਰੋਨਾ ਵਾਇਰਸ ਤੋਂ ਫੈਲਦਾ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਹਨਾ, ਕਰੋਨਾ ਵਾਇਰਸ ਆਪਾਂ ਇਕੱਠਾ ਹੀ ਬੋਲ ਦਿੰਦੇ ਆ ਕਰੋਨਾ ਵਾਇਰਸ। ਇਦਾਂ ਹੀ ਏਡਸ ਕਿਹਦੇ ਤੋਂ ਫੈਲਦਾ? ਤਾਂ ਏਡਸ ਵੀ ਵਾਇਰਸ ਤੋਂ ਹੀ ਫੈਲਦਾ ਹੈ। ਏਡਸ ਕਿਹਦੇ ਤੋਂ ਫੈਲਦਾ? ਵਾਇਰਸ ਤੋਂ। ਏਡਸ ਦਾ ਆਪਣਾ ਇਹ ਵਾਇਰਸ ਹੁੰਦਾ ਜੀ। ਏਡਸ ਦਾ ਕਿਹੜਾ ਵਾਇਰਸ ਹੁੰਦਾ? HIV, ਠੀਕ ਹੈ। ਏਡਸ ਦਾ ਕਿਹੜਾ ਵਾਇਰਸ ਹੈ? HIV। ਇਹ ਕੁਝ ਪੁਆਇੰਟ ਹੈਗੇ ਆ ਜਿਹੜੇ ਆਪਾਂ ਨੇ ਯਾਦ ਰੱਖਣੇ ਆ, ਬਹੁਤ ਹੀ ਜ਼ਰੂਰੀ ਹੈ, ਮਸਟ ਹੈ ਵੀ, ਇਹ ਤਾਂ ਪਤਾ ਹੀ ਹੋਣੇ ਚਾਹੀਦੇ ਆ। ਏਡਸ ਦੀ ਫੁੱਲ ਫਾਰਮ ਪਹਿਲਾਂ ਬਹੁਤ ਪੁੱਛੀ ਜਾਂਦੀ ਸੀ ਪੇਪਰਾਂ ਦੇ ਵਿੱਚ, ਹੁਣ ਤਾਂ ਬਹੁਤ ਘੱਟ ਹੋ ਗਿਆ। ਤਾਂ ਇਹ ਏਡਸ ਦੀ ਫੁੱਲ ਫਾਰਮ ਯਾਦ ਰੱਖਣੀ ਹੈ, ਐਕਵਾਇਰਡ ਅਮੀਨੋ ਡੈਫੀਸ਼ੈਂਸੀ ਸਿੰਡਰੋਮ। ਏਡਸ ਕਿਹੜੇ ਵਾਇਰਸ ਤੋਂ ਹੁੰਦਾ ਹੈ? HIV ਤੋਂ। ਇਹ ਏਡਸ ਦੇ ਵਾਇਰਸ ਦਾ ਨਾਮ ਹੈ ਜੀ ਹਿਊਮਨ ਅਮੀਨੋ ਡੈਫੀਸ਼ੈਂਸੀ ਵਾਇਰਸ, ਠੀਕ ਹੈ। ਇਹ ਉਸ ਵਾਇਰਸ ਦਾ ਨਾਮ ਹੈ। ਤੇ ਇਹ ਵਾਇਰਸ ਵੀ ਕਿਹੋ ਜਿਹਾ ਵਾਇਰਸ ਹੈ? ਵਾਇਰਸਾਂ ਦੀ ਵੀ ਅਲੱਗ-ਅਲੱਗ ਟਾਈਪ ਹੁੰਦੀ ਹੈ। ਤਾਂ ਇਹ ਰੈਟਰੋ ਵਾਇਰਸ ਹੈ ਜੀ। ਰੈਟਰੋ ਵਾਇਰਸ ਮਤਲਬ ਇਹ ਸਿੰਗਲ ਸਟੈਂਡਰਡ DNA ਹੈ। ਬਸ ਇੰਨਾ ਯਾਦ ਰੱਖਣਾ, ਜ਼ਿਆਦਾ ਡੂੰਘਾਈ 'ਚ ਜਾਣ ਦੀ ਲੋੜ ਵੀ ਨਹੀਂ। ਕਈ ਵਾਰ ਇਹ ਆ ਜਾਂਦਾ ਕੁਐਸਚਨ ਡਿਟੇਲ ਦੇ ਵਿੱਚ ਕਿ ਏਡਸ ਦਾ ਜਿਹੜਾ ਵਾਇਰਸ ਹੈ HIV ਉਹ ਕਿਹੋ ਜਿਹਾ ਹੈ? ਤਾਂ ਉਹ ਸਿੰਗਲ ਸਟੈਂਡਰਡ RNA ਵਾਇਰਸ ਹੈ, ਸਿੰਗਲ ਸਟੈਂਡਰਡ RNA, ਠੀਕ ਹੈ। ਸਮਝਿਓ ਗੱਲ ਬਈ। ਚਲੋ ਲਿਓ ਜੀ, ਬਾਇਓਲੋਜੀ ਤੋਂ ਇੱਕ ਹੋਰ ਕੁਐਸਚਨ ਹੈ ਵਿਟਾਮਿਨ ਦੇ ਉੱਤੇ। ਤੇ ਵਿਟਾਮਿਨਾਂ ਦੇ ਉੱਤੇ ਨਾ 2 ਕੁਐਸਚਨ ਆਏ ਸੀਗੇ ਚੰਡੀਗੜ੍ਹ ਪੁਲਿਸ ਦੇ ਵਿੱਚ। ਤਾਂ ਵਿਟਾਮਿਨ ਦੀ ਇੱਕ ਕਲਾਸ ਮੈਂ YouTube ਤੇ ਕਰਾਈ ਹੋਈ ਹੈ, ਉਹਦੇ 'ਚ ਵਿਟਾਮਿਨਾਂ ਦੇ ਘੱਟੋ ਘੱਟ 50-60 ਕੁਐਸਚਨ ਪ੍ਰੀਵੀਅਸ ਈਅਰ ਮੈਂ ਤੁਹਾਨੂੰ ਕਰਾਏ ਆ। ਮੈਂ ਕਲਾਸ ਦਾ ਲਿੰਕ ਵੀ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ, ਥੰਬਨੇਲ ਵੀ ਦਿਖਾ ਦੂੰਗਾ, ਠੀਕ ਹੈ, ਤਾਂ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਵਿਟਾਮਿਨ ਯਾਦ ਹੋ ਜਾਣ। ਤਾਂ ਵਿਟਾਮਿਨ C ਦੀ ਘਾਟ ਕਾਰਨ ਕਿਹੜੀ ਬਿਮਾਰੀ ਹੁੰਦੀ ਹੈ? ਦੇਖੋ ਵਿਟਾਮਿਨ C ਦੀ ਘਾਟ ਨਾਲ ਨਾ ਸਕਰਵੀ ਰੋਗ ਹੋ ਜਾਂਦਾ ਹੈ। ਕਿਹੜਾ ਰੋਗ ਹੋ ਜਾਂਦਾ ਹੈ? ਸਕਰਵੀ। ਮਤਲਬ ਸਾਡੇ ਜਿਹੜੇ ਮਸੂੜੇ ਹੈਗੇ ਆ ਉਹਨਾਂ ਦੇ ਵਿੱਚ ਸਵੈਲਿੰਗ ਆ ਜਾਂਦੀ ਹੈ, ਬਲੀਡਿੰਗ, ਖੂਨ ਵਗੈਰਾ ਆਉਣਾ ਸ਼ੁਰੂ ਹੋ ਜਾਂਦਾ ਹੈ। ਮਸੂੜਿਆਂ ਦੀ ਬਿਮਾਰੀ ਹੁੰਦੀ ਹੈ ਸਕਰਵੀ ਰੋਗ, ਵਿਟਾਮਿਨ C ਦੀ ਕਮੀ ਕਰਕੇ ਹੁੰਦੀ ਹੈ। ਵਿਟਾਮਿਨ C ਆਪਾਂ ਨੂੰ ਮਿਲਦਾ ਕਿੱਥੇ ਹੈ? ਕਿੱਥੋਂ ਮਿਲਦਾ ਹੈ? ਵਿਟਾਮਿਨ C ਆਪਾਂ ਨੂੰ ਇੱਕ ਤਾਂ ਆਂਵਲੇ ਚੋਂ ਮਿਲਦਾ ਜੀ। ਆਂਵਲੇ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਵਿਟਾਮਿਨ C ਹੁੰਦਾ ਹੈ। ਇਹ ਕੁਐਸਚਨ ਆ ਜਾਂਦਾ ਹੈ ਕਿ ਵਿਟਾਮਿਨ C ਭਰਪੂਰ ਮਾਤਰਾ ਦੇ ਵਿੱਚ ਕਿੱਥੋਂ ਮਿਲਦਾ ਹੈ? ਆਂਵਲਾ। ਇਸ ਤੋਂ ਇਲਾਵਾ ਜਿਹੜੇ ਖੱਟੇ ਫਲ ਹੈਗੇ ਆ ਜੀ, ਸਿਟਰਸ ਫਰੂਟ ਜਿਹਨੂੰ ਆਪਾਂ ਬੋਲਦੇ ਹਾਂ, ਠੀਕ ਹੈ, ਜਿਵੇਂ ਕੀਨੂ, ਮਸੰਮੀ, ਸੰਤਰਾ, ਗਲਗਲ, ਨਿੰਬੂ, ਇਹ ਸਾਰੇ ਨਿੰਬੂ ਜਾਤੀ ਦੇ ਫਲ ਹੈਗੇ ਆ, ਠੀਕ ਹੈ, ਇਹਨਾਂ ਤੋਂ ਮਿਲਦਾ ਹੈ। ਓਕੇ।
ਦੁੱਧ ਦੇ ਵਿੱਚ ਵਿਟਾਮਿਨ ਸੀ ਨਹੀਂ ਹੁੰਦਾ ਹੈ, ਇਹ ਯਾਦ ਰੱਖਣਾ ਹੈ। ਇਹ ਕੁਐਸਚਨ ਪਹਿਲਾਂ ਪੁੱਛਿਆ ਗਿਆ ਕਿ ਦੁੱਧ ਦੇ ਵਿੱਚ ਕਿਹੜੇ ਵਿਟਾਮਿਨ ਦੀ ਕਮੀ ਹੁੰਦੀ ਹੈ? ਵਿਟਾਮਿਨ ਸੀ ਦੀ ਕਮੀ ਹੁੰਦੀ ਹੈ। ਓਕੇ ਬਈ, ਚਲੋ ਫਿਰ ਅੱਗੇ ਆਉਂਦੇ ਹਾਂ। ਬਾਕੀ ਇਹ ਜਿਵੇਂ ਇਹ ਆਪਸ਼ਨ ਦੇ ਵਿੱਚ ਦੇਖੋ ਰਿਕੇਟਸ, ਇਹ ਹੱਡੀਆਂ ਦੀ ਬਿਮਾਰੀ ਹੁੰਦੀ ਹੈ, ਇਹ ਵਿਟਾਮਿਨ ਡੀ ਦੀ ਕਮੀ ਨਾਲ ਹੋ ਜਾਂਦੀ ਹੈ। ਓਕੇ, ਚਲੋ ਵਿਟਾਮਿਨਾਂ ਦੇ ਉੱਤੇ ਇੱਕ ਹੋਰ ਕੁਐਸਚਨ ਸੀਗਾ ਜੀ, ਵਿਟਾਮਿਨ ਏ ਦਾ ਵਿਗਿਆਨਿਕ ਨਾਮ। ਤਾਂ ਇਹ ਜਿੰਨੇ ਵੀ ਵਿਟਾਮਿਨ ਹੈ ਏ ਬੀ ਸੀ ਡੀ ਹੈ ਨਾ, ਇਹਨਾਂ ਸਾਰਿਆਂ ਦੇ ਵਿਗਿਆਨਿਕ ਨਾਮ ਆਪਾਂ ਨੂੰ ਯਾਦ ਹੋਣੇ ਚਾਹੀਦੇ ਆ। ਤਾਂ ਵਿਟਾਮਿਨ ਏ ਦਾ ਹੈਗਾ ਜੀ ਰੈਟੀਨੋਲ। ਵਿਟਾਮਿਨ ਏ ਦਾ ਕੀ ਹੈ? ਰੈਟੀਨੋਲ। ਤਾਂ ਮੈਂ ਤੁਹਾਡੇ ਵਾਸਤੇ ਇੱਥੇ ਐਡ ਕਰੇ ਆ, ਵੈਸੇ ਇਹ ਯਾਦ ਕਰ ਲਿਓ। ਵਿਟਾਮਿਨ ਏ ਦਾ ਰਸਾਇਣਿਕ ਨਾਮ ਹੈ ਜੀ ਰੈਟੀਨੋਲ। ਰੱਟ ਲਓ ਇਹਨੂੰ, ਏ ਨੂੰ ਰੱਟ ਲਓ, ਠੀਕ ਹੈ। ਸੀ ਦਾ ਹੈਗਾ ਜੀ ਐਸਕੋਰਬਿਕ ਐਸਿਡ। ਸੀ ਦਾ ਕੀ ਹੈ? ਐਸਕੋਰਬਿਕ ਐਸਿਡ। ਸੀ ਮਤਲਬ ਕੈਸ, ਜੇ ਕੈਸ ਹੋਏਗਾ ਤਾਂ ਹੀ ਤਾਂ ਐਸ਼ ਹੋਏਗੀ, ਐਸ਼, ਠੀਕ ਹੈ ਨਾ। ਤਾਂ ਇਹ ਟ੍ਰਿਕਾਂ ਹੈਗੀਆਂ ਜੀ, ਚਲੋ ਤੁਹਾਨੂੰ ਹੈਲਪ ਹੋ ਜਾਏਗੀ ਯਾਦ ਕਰਨ ਦੇ ਵਿੱਚ, ਹੈ ਨਾ। ਵਿਟਾਮਿਨ ਸੀ ਐਸਕੋਰਬਿਕ ਐਸਿਡ। ਵਿਟਾਮਿਨ ਡੀ ਆਪਾਂ ਨੂੰ ਪਤਾ ਹੈ ਜੀ, ਵਿਟਾਮਿਨ ਡੀ ਹੱਡੀਆਂ ਵਾਸਤੇ ਵਧੀਆ ਹੁੰਦਾ ਹੈ। ਵਿਟਾਮਿਨ ਡੀ ਦਾ ਨਾਮ ਹੈਗਾ ਜੀ ਕੈਲਸੀਫਿਰੋਲ। ਇਹਨੂੰ ਚਾਹੇ ਨਾ ਵੀ ਯਾਦ ਕਰਿਓ, ਕਿਉਂਕਿ ਜ਼ਿਆਦਾਤਰ ਆਪਸ਼ਨ ਦੇ ਵਿੱਚ ਕੈਲਸੀਫਿਰੋਲ ਦੇਖਿਆ ਗਿਆ ਹੈ ਬਸ, ਠੀਕ ਹੈ ਨਾ, ਕੈਲਸੀਫਿਰੋਲ, ਠੀਕ ਹੈ। ਤਾਂ ਹੱਡੀਆਂ ਵਾਸਤੇ ਵਧੀਆ ਹੁੰਦਾ ਵਿਟਾਮਿਨ ਡੀ, ਤੇ ਹੱਡੀਆਂ ਕਾਸਦੀ ਹੁੰਦੀਆਂ ਕੈਲਸ਼ੀਅਮ ਦੀ। ਓਕੇ, ਵਿਟਾਮਿਨ ਈ ਦਾ ਨਾਮ ਹੈਗਾ ਜੀ ਟੋਕੋਫੇਰੋਲ। ਕੀ ਹੈ? ਟੋਕੋਫੇਰੋਲ, ਵਿਟਾਮਿਨ ਈ ਦਾ ਨਾਮ। ਈ ਤੋਂ ਦੇਖੋ, ਈ ਨੂੰ ਆਪਾਂ ਇਦਾਂ ਯਾਦ ਰੱਖ ਸਕਦੇ ਹਾਂ, ਈ ਮਤਲਬ ਐਲੀਫੈਂਟ। ਤੇ ਐਲੀਫੈਂਟ ਇਹ ਤਾਂ ਹੈ ਨਹੀਂ ਕਿ ਆਮ ਗਲੀਆਂ ਦੇ ਵਿੱਚ ਫਿਰਦੇ ਆ। ਤਾਂ ਐਲੀਫੈਂਟ ਜਦੋਂ ਪਿੰਡਾਂ ਦੇ ਵਿੱਚ ਆਉਂਦੇ ਆ, ਹਨਾ, ਆਪਾਂ ਇੱਕ ਦੂਜੇ ਨੂੰ ਟੋਕ ਕੇ ਦੱਸਦੇ ਆ, ਉਹ ਦੇਖੋ ਇਹ ਐਲੀਫੈਂਟ ਘੁੰਮ ਰਿਹਾ, ਉਹ ਦੇਖੋ ਇਹ ਹਾਥੀ ਘੁੰਮ ਰਿਹਾ, ਹਨਾ। ਤਾਂ ਟੋਕੋਫੇਰੋਲ, ਠੀਕ ਹੈ। ਵਿਟਾਮਿਨ ਕੇ ਦਾ ਰਸਾਇਣਿਕ ਨਾਮ ਹੈਗਾ ਜੀ ਫਾਈਲੋਕਵਿਨੋਨ। ਕੇ ਮਤਲਬ ਕਿੰਗ, ਤੇ ਕਿੰਗ ਨੇ ਆਪਣੀ ਕਵੀਨ ਨੂੰ ਕਿਹਾ ਫਾਈਲਾਓ, ਠੀਕ ਹੈ। ਬਸ ਏਦਾਂ ਕਰਕੇ ਆਪਾਂ ਯਾਦ ਰੱਖ ਸਕਦੇ ਹਾਂ, ਫਾਈਲੋਕਵਿਨੋਨ। ਇਹ ਸਾਰੇ ਰਸਾਇਣਿਕ ਨਾਮ ਹੈਗੇ ਆ, ਯਾਦ ਰੱਖਣੇ ਆ ਬਈ। ਬਾਕੀ ਮੈਂ ਵਿਟਾਮਿਨ ਵਾਲੀ ਕਲਾਸ 'ਚ ਹੋਰ ਵਧੀਆ ਤਰੀਕੇ ਨਾਲ ਤੁਹਾਨੂੰ MCQ ਕਰਾਏ ਹੋਏ ਆ। ਓਕੇ, ਦੇਖ ਲਿਓ, ਇਹ ਹੈਗੀ ਆ ਵਿਟਾਮਿਨ ਵਾਲੀ ਕਲਾਸ, ਠੀਕ ਹੈ। ਇਹ ਥੰਬਨੇਲ ਹੈ, ਤੇ ਇਦਾਂ ਲਿਖ ਕੇ ਤੁਸੀਂ ਸਰਚ ਕਰ ਸਕਦੇ ਹੋ ਸਾਇੰਸ ਟੌਪਿਕ ਵਿਟਾਮਿਨ ਪ੍ਰਤਾਪ ਅਕੈਡਮੀ, ਹੈ ਨਾ। ਇਹ ਤੁਹਾਨੂੰ ਕਲਾਸ ਮਿਲ ਜੂਗੀ। ਇਹਦੇ 'ਚ ਮੈਂ ਕਰਾਏ ਹੋਏ ਆ, ਇਹ ਘੱਟੋ ਘੱਟ 56 ਮਿੰਟ ਦੀ ਕਲਾਸ ਹੈ, 1 ਘੰਟੇ ਦੀ ਕਲਾਸ ਹੈ। ਵਿਟਾਮਿਨ ਦੇ ਉੱਤੇ ਕੋਈ ਵੀ ਕੁਐਸਚਨ ਆਵੇ ਤੁਹਾਡਾ ਕਵਰ ਹੋ ਜਾਏਗਾ ਇਹਦੇ 'ਚ। ਓਕੇ, ਬਾਕੀ ਇਹਦਾ ਵੀ ਸਕਰੀਨਸ਼ਾਟ ਲੈ ਲਿਓ। ਇਹ ਵਿਟਾਮਿਨ ਬੀ ਦੇ ਜਿਹੜੇ ਨਾਮ ਹੈਗੇ ਆ, B1 ਨੂੰ ਆਪਾਂ ਥਾਇਮੀਨ ਬੋਲਦੇ ਆ, B2 ਨੂੰ ਰਿਬੋਫਲੇਮਿਨ ਬੋਲਦੇ ਆ, B3 ਨੂੰ ਨਿਆਸਿਨ, B5 ਨੂੰ ਪੈਂਟੋਥੈਨਿਕ, B6 ਨੂੰ ਪਾਇਰੀਡੋਕਸਿਨ, B7 ਬਾਇਓਟਿਨ, B9 ਫੋਲਿਕ ਐਸਿਡ, B12 ਸਾਈਨੋਕੋਬਾਲਾਮਿਨ। ਇਹ ਸਾਰੇ ਯਾਦ ਰੱਖਣੇ ਆ, ਪੁੱਛੇ ਜਾਂਦੇ ਆ। ਚਲੋ, ਇਸ ਕਲਾਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਵੀ ਦਊਂਗਾ, ਨਾਲੇ ਕਮੈਂਟ ਬਾਕਸ 'ਚ ਵੀ, ਜਰੂਰ ਦੇਖਿਓ ਬਈ। ਨੈਕਸਟ ਹੈ ਜੀ ਟਾਈਫਾਇਡ ਬੁਖਾਰ। ਜਿਹੜਾ ਟਾਈਫਾਇਡ ਬੁਖਾਰ ਹੈ ਉਹ ਕਿਹਦੇ ਕਰਕੇ ਹੁੰਦਾ ਹੈ? ਤਾਂ ਉਹੀ ਸੇਮ ਬਿਮਾਰੀ ਦੇ ਨਾਂ ਤੋਂ ਹੀ ਪਤਾ ਹੋਣਾ ਚਾਹੀਦਾ, ਵਾਇਰਸ ਤੋਂ ਹੋ ਰਹੀ ਹੈ, ਪ੍ਰੋਟੋਜ਼ੋਵਾ ਤੋਂ ਹੋ ਰਹੀ ਹੈ, ਬੈਕਟੀਰੀਆ ਤੋਂ ਹੋ ਰਹੀ ਹੈ, ਜਾਂ ਫੰਗਸ ਤੋਂ ਹੋ ਰਹੀ ਹੈ। ਤਾਂ ਇਹ ਜਿਹੜਾ ਟਾਈਫਾਇਡ ਹੈ ਬਈ, ਇਹ ਹੁੰਦਾ ਬੈਕਟੀਰੀਆ ਤੋਂ। ਟਾਈਫਾਇਡ ਹੈ ਜਿਹੜਾ ਬੈਕਟੀਰੀਆ ਤੋਂ ਹੁੰਦਾ ਹੈ, ਠੀਕ ਹੈ। ਚਲੋ ਨੈਕਸਟ ਕੁਐਸਚਨ ਤੇ ਆਓ। ਗਰਮ ਹਵਾ ਠੰਡੀ ਹਵਾ ਨਾਲੋਂ ਡੈਸ ਹੁੰਦੀ ਹੈ। ਤਾਂ ਜਿਹੜੀ ਗਰਮ ਹਵਾ ਹੁੰਦੀ ਹੈ ਠੰਡੀ ਹਵਾ ਤੋਂ ਹਲਕੀ ਹੁੰਦੀ ਹੈ, ਠੀਕ ਹੈ। ਠੰਡੀ ਹਵਾ ਦੇ ਵਿੱਚ ਮੋਇਸਚਰ ਜ਼ਿਆਦਾ ਹੁੰਦਾ ਤਾਂ ਉਹ ਭਾਰੀ ਹੋਊਗੀ, ਨੋਰਮਲ ਜੀ ਗੱਲ ਹੈ। ਗਰਮ ਹਵਾ ਹੋਊਗੀ ਹਲਕੀ, ਤਾਂ ਇਹ ਹਲਕੀ ਹੈਗਾ ਆਪਸ਼ਨ ਦੇ ਵਿੱਚ, ਬਿਲਕੁਲ ਇਹ ਹੈਗਾ ਜੀ, ਠੀਕ ਹੈ। ਗਰਮ ਹਵਾ ਠੰਡੀ ਹਵਾ ਤੋਂ ਹਲਕੀ ਹੈ। ਨੈਕਸਟ ਆਓ ਭਾਈ, ਕਿਸੇ ਵਸਤੂ ਦਾ ਪੁੰਜ ਹੁੰਦਾ ਉਹਦਾ ਦਰਵਯਮਾਨ, ਮਾਸ, ਜਿਹਦੇ ਤੋਂ ਪੂਰੀ ਦੀ ਪੂਰੀ ਵਸਤੂ ਬਣੀ ਹੋਈ ਹੈ, ਉਸਦੇ ਡੈਸ਼ ਦਾ ਮਾਪ ਹੈ। ਕਿਸੇ ਵਸਤੂ ਦਾ ਪੁੰਜ, ਮਾਸ, ਉਸ ਵਸਤੂ ਦੇ ਡੈਸ਼ ਦੇ ਬਰਾਬਰ ਹੁੰਦਾ ਹੈ, ਮਤਲਬ ਡੈਸ਼ ਦਾ ਮਾਪ ਹੁੰਦਾ ਹੈ। ਤਾਂ ਆਪਾਂ ਵਸਤੂ ਦੇ ਵਿੱਚ ਕੀ ਚੀਜ਼ ਨੂੰ ਨਾਪਾਂਗੇ? ਆਪਾਂ ਨਾਪਾਂਗੇ ਜੀ ਉਹਦੇ ਜੜਤਵ ਨੂੰ, ਇਨਰਸ਼ੀਆ ਨੂੰ, ਠੀਕ ਹੈ। ਇਹ ਹੈਗਾ ਜੀ ਫਿਜ਼ਿਕਸ ਤੋਂ ਕੁਐਸਚਨ, ਸਾਇੰਸ ਦਾ ਹੀ ਕੁਐਸਚਨ ਹੈ ਤੇ ਫਿਜ਼ਿਕਸ ਤੋਂ ਕੁਐਸਚਨ ਹੈ, ਭੌਤਿਕ ਵਿਗਿਆਨ ਤੋਂ, ਠੀਕ ਹੈ। ਪਿੱਛੇ ਜਿਹੜੇ ਆਪਾਂ ਨੇ ਸਾਰੇ ਕੁਐਸਚਨ ਦੇਖੇ ਆ, ਇਹ ਵੀ ਆਪਾਂ ਫਿਜ਼ਿਕਸ ਤੋਂ ਹੀ ਮੰਨ ਸਕਦੇ ਹਾਂ, ਜਾਂ ਫਿਰ ਇਹਨੂੰ ਆਪਾਂ ਜਿਓਗ੍ਰਾਫੀ ਤੋਂ ਵੀ ਮੰਨ ਸਕਦੇ ਹਾਂ, ਕੋਈ ਚੱਕਰ ਨਹੀਂ, ਫਿਜ਼ਿਕਸ ਤੋਂ ਮੰਨਾਂਗੇ ਆਪਾਂ ਇਹਨੂੰ, ਠੀਕ ਹੈ। ਸਾਇੰਸ ਦਾ ਕੁਐਸਚਨ ਹੈ। ਓਕੇ, ਇਹ ਬਾਇਓ ਤੋਂ ਕੁਐਸਚਨ ਹੈ, ਇਹ ਸਾਰੇ ਬਾਇਓ ਤੋਂ ਕੁਐਸਚਨ ਸੀਗੇ ਜੀ, ਦੇਖ ਲਓ ਤੁਸੀਂ। ਇਹ ਹਾਂਜੀ, ਇੱਕ ਕੁਐਸਚਨ ਹੋ ਗਿਆ ਸਾਇੰਸ ਦਾ, 2 3 4 ਕੁਐਸਚਨ ਇਕੱਲੇ ਬਾਇਓ ਤੋਂ ਸੀਗੇ, ਠੀਕ ਹੈ। ਇਹ ਫਿਜ਼ਿਕਸ ਦਾ ਕੁਐਸਚਨ ਹੈ। ਸਾਇੰਸ ਦੇ ਬਹੁਤ ਕੁਐਸਚਨ ਆਏ ਹੋਏ ਸੀਗੇ, ਠੀਕ ਹੈ। ਇਹ ਕੰਪਿਊਟਰ ਤੋਂ ਕੁਐਸਚਨ ਸੀਗਾ। ਜਦੋਂ ਪ੍ਰੋਗਰਾਮ ਦੇ ਤਰਕ ਵਿੱਚ ਗਲਤੀ ਹੁੰਦੀ ਹੈ ਤਾਂ ਹੋਣ ਵਾਲੀ ਗਲਤੀ ਨੂੰ ਆਪਾਂ ਕੀ ਕਹਿੰਦੇ ਆ? ਜਦੋਂ ਪ੍ਰੋਗਰਾਮ, ਜਿਹੜੇ ਕੰਪਿਊਟਰ ਦੇ ਵਿੱਚ ਆਪਾਂ ਪ੍ਰੋਗਰਾਮ ਬਣਾਉਂਦੇ ਆ, ਲੈਂਗੁਏਜ ਦੇ ਵਿੱਚ C ਲੈਂਗੁਏਜ ਹੋ ਗਈ, C++, ਇਦਾਂ ਕਰਕੇ ਜਾਵਾ ਲੈਂਗੁਏਜ ਹੋ ਗਈ,
ਬਹੁਤ ਜੀ ਲੈਂਗੁਏਜ ਹੁੰਦੀਆਂ, ਉਹਨਾਂ ਦੇ ਵਿੱਚ ਪ੍ਰੋਗਰਾਮ ਬਣਾਏ ਜਾਂਦੇ ਆ, ਸੌਫਟਵੇਅਰ ਬਣਾਏ ਜਾਂਦੇ ਆ। ਤਾਂ ਜਿਹਦਾ ਪ੍ਰੋਗਰਾਮ ਜਿਹੜੇ ਆਪਾਂ ਬਣਾ ਰਹੇ ਹਾਂ, ਹਨਾ, ਪ੍ਰੋਗਰਾਮਰ ਕੋਈ ਪ੍ਰੋਗਰਾਮ ਨੂੰ ਬਣਾ ਰਿਹਾ ਹੈ, ਉਹਦੇ 'ਚ ਕੋਈ ਐਰਰ ਹੋ ਜਾਂਦਾ ਹੈ। ਐਰਰ ਵੀ ਕਈ ਤਰ੍ਹਾਂ ਦੇ ਹੁੰਦੇ ਆ। ਤਾਂ ਇਹਨਾਂ ਨੇ ਪੁੱਛਿਆ ਵੀ ਜਿਹੜਾ ਪ੍ਰੋਗਰਾਮ ਦੇ ਲੌਜਿਕ ਦੇ ਵਿੱਚ ਹੀ ਐਰਰ ਹੈ, ਕੋਈ ਲੌਜਿਕ ਦੇ ਵਿੱਚ ਹੀ ਮਿਸਟੇਕ ਹੈ, ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ? ਤਾਂ ਉਸ ਨੂੰ ਆਪਾਂ ਬੋਲਦੇ ਹਾਂ ਜੀ ਲੌਜੀਕਲ ਐਰਰ। ਸਿੰਪਲ ਜਿਹਾ ਕੁਐਸਚਨ ਹੈ। ਲੌਜਿਕ ਦੇ ਵਿੱਚ ਕੋਈ ਐਰਰ ਆ ਗਿਆ ਤਾਂ ਉਹ ਲੌਜੀਕਲ ਐਰਰ ਹੋ ਗਿਆ। ਓਕੇ, ਤਾਂ ਕੰਪਿਊਟਰ ਦੇ ਉੱਤੇ ਬਸ ਇੱਕ ਇਹੀ ਕੁਐਸਚਨ ਸੀਗਾ। ਵੈਸੇ ਕੰਪਿਊਟਰ ਸਿਲੇਬਸ 'ਚ ਮੈਂਸ਼ਨ ਨਹੀਂ ਹੈ, ਇਹ ਜੀਕੇ ਦੇ ਵਿੱਚ ਇਦਾਂ ਪੁੱਛਿਆ ਹੋਇਆ ਕੁਐਸਚਨ ਹੈ। ਠੀਕ ਹੈ। ਬੱਦਲਾਂ ਤੇ ਧਰਤੀ ਵਿਚਕਾਰ ਜਾਂ ਵੱਖ-ਵੱਖ ਬੱਦਲਾਂ ਵਿਚਕਾਰ ਬਿਜਲੀ ਦਾ ਨਿਕਾਸ ਗੈਸ ਪੈਦਾ ਕਰਦਾ ਹੈ। ਬਿਜਲੀ ਦਾ ਨਿਕਾਸ, ਇਹਨੂੰ ਆਪਾਂ ਹਿੰਦੀ 'ਚ ਪੜਾਂਗੇ ਵਿਦਯੁਤ ਵਿਸਰਜਨ। ਇਲੈਕਟ੍ਰਿਕ ਡਿਸਚਾਰਜ ਦੀ ਗੱਲ ਹੈ, ਇਹ ਹੈ ਮੇਨ ਇਲੈਕਟ੍ਰਿਕ ਡਿਸਚਾਰਜ। ਠੀਕ ਹੈ, ਉਹਦੇ ਕਰਕੇ ਕੀ ਹੁੰਦਾ? ਇਲੈਕਟ੍ਰਿਕ ਡਿਸਚਾਰਜ ਕਰਕੇ ਹੀ ਬਿਜਲੀ ਹੈ ਜਿਹੜੀ ਉਹ ਕੜਕਦੀ ਹੈ। ਠੀਕ ਹੈ, ਲਾਈਟਨਿੰਗ ਹੁੰਦੀ ਹੈ, ਬਿਜਲੀ 'ਚ ਕੜਕਦੀ ਹੈ। ਠੀਕ ਹੈ, ਇਹ ਯਾਦ ਰੱਖਣਾ ਹੈ। ਇਹ ਸਾਇੰਸ ਤੋਂ ਵੀ ਹੋ ਸਕਦਾ ਹੈ ਕੁਐਸਚਨ, ਜਾਂ ਤੁਸੀਂ ਕਹੋ ਜਿਓਗ੍ਰਾਫੀ ਤੋਂ ਵੀ ਹੋ ਸਕਦਾ ਹੈ। ਦੋਨੇ ਜਗ੍ਹਾ ਆਪਾਂ ਇਸ ਨੂੰ ਕਾਊਂਟ ਕਰ ਸਕਦੇ ਹਾਂ, ਕੋਈ ਚੱਕਰ। ਠੀਕ ਹੈ, ਚਲੋ ਨੈਕਸਟ ਆਓ। ਮੈਗਨੀਸ਼ੀਅਮ ਸਲਫਾਈਡ ਵਿੱਚ ਮੈਗਨੀਸ਼ੀਅਮ ਅਤੇ ਸਲਫਰ ਦਾ ਕਿੰਨਾ ਅਨੁਪਾਤ ਹੁੰਦਾ ਹੈ? ਪੁੰਜ ਮਤਲਬ ਉਹਨਾਂ ਦੇ ਦਰਵਯਮਾਨ ਦਾ, ਕਿਤਨੀ ਕੁਆਂਟੀਟੀ ਹੈ। ਮੈਗਨੀਸ਼ੀਅਮ, ਇਹ ਕੈਮਿਸਟਰੀ ਦਾ ਕੁਐਸਚਨ ਹੈ ਬਈ, ਸਾਇੰਸ ਦਾ। ਮੈਗਨੀਸ਼ੀਅਮ ਸਲਫਾਈਡ, ਉਹਦੇ ਵਿੱਚ ਮੈਗਨੀਸ਼ੀਅਮ ਸਲਫਾਈਡ ਦੇ ਵਿੱਚ ਮੈਗਨੀਸ਼ੀਅਮ ਤੇ ਸਲਫਰ ਦੀ ਕਿੰਨੀ ਰੇਸ਼ੋ ਹੋਏਗੀ? 3:4। ਇਹ ਵੀ ਕੈਮਿਸਟਰੀ ਦਾ ਕੁਐਸਚਨ ਹੈ। ਠੀਕ ਹੈ, ਤਾਂ ਸਾਇੰਸ ਦੇ ਕੁਐਸਚਨ ਵੀ ਬੜੀਆ ਸੀਗੇ ਜੀ। ਕਰੰਟ ਅਫੇਅਰ ਦੇ 10 ਕੁਐਸਚਨਾਂ ਦੇ ਨੇੜੇ ਤੇੜੇ ਕਰੰਟ ਅਫੇਅਰ ਸੀਗਾ ਜੀ। ਕਾਪਰ ਹਾਈਡਰੋਕਸਾਈਡ ਦਾ ਫਾਰਮੂਲਾ ਪੁੱਛਿਆ ਹੋਇਆ ਹੈ, ਚਿੰਨ੍ਹ ਪੁੱਛਿਆ ਹੋਇਆ, ਤਾਂ ਉਹ ਹੈਗਾ CuOH3। ਸੌਰੀ 2 ਆਏਗਾ, ਹਾਂ ਆਕਸਾਈਡ, ਠੀਕ ਹੈ 2 ਹੀ ਆਏਗਾ, CuOH2 ਹੋਏਗਾ। ਓਕੇ, ਚਲੋ ਇਹ ਜਿੰਨੇ ਵੀ ਸੀਗੇ ਇਹ ਸਾਰੇ ਕੈਮਿਸਟਰੀ ਦੇ ਕੁਐਸਚਨ ਹੈ। 10 ਦੇ ਨੇੜੇ ਤੇੜੇ ਕੁਐਸਚਨ, 50 ਦੇ ਵਿੱਚੋਂ 10 ਕੁਐਸਚਨ ਸਿੱਧੇ ਡਾਇਰੈਕਟ ਉਹਦੇ ਸੀਗੇ ਸਾਇੰਸ ਦੇ। ਠੀਕ ਹੈ, ਹਰੇਕ ਮਾਦਾ ਵਿੱਚ ਬਹੁਤ ਛੋਟੇ ਕਣਾਂ ਤੋਂ ਬਣਿਆ ਹੁੰਦਾ ਹੈ, ਜਿਸ ਨੂੰ ਡੈਸ਼ ਕਿਹਾ ਜਾਂਦਾ ਹੈ। ਠੀਕ ਹੈ, ਹਰ ਇੱਕ ਮੈਟਰ, ਇਹਨੂੰ ਅੰਗਰੇਜ਼ੀ 'ਚ ਵੀ ਪੜ੍ਹ ਲਓ ਕੁਐਸਚਨ ਨੂੰ, ਮੈਟਰ। ਤੇ ਐਵੇਂ ਕੋਈ ਟਰਾਂਸਲੇਟ ਨਹੀਂ ਹੈ, ਪੰਜਾਬੀ ਦੇ ਵਿੱਚ ਇਦਾਂ ਹੀ ਆਏ ਹੋਏ ਸੀਗੇ। ਠੀਕ ਹੈ, ਕੁਐਸਚਨ ਸਿਰਫ ਇਹ ਕਾਪੀ ਕਰੇਗੇ ਜਾਂ ਉਸ ਤੋਂ ਟਰਾਂਸਲੇਟ ਨਹੀਂ ਕਰੇ ਹੈ। ਸਾਰੇ ਦਾ ਸਾਰਾ ਮੈਟਰ, ਕੋਈ ਵੀ ਮੈਟਰ ਹੋਵੇ, ਜਿੰਨੀ ਵੀ ਪਦਾਰਥ ਹੈਗੇ ਆ, ਸਾਰੇ ਦੇ ਸਾਰੇ ਕਾਸ ਤੋਂ ਬਣੇ ਹੁੰਦੇ ਆ। ਸਾਰੇ ਦੇ ਸਾਰੇ, ਸਭ ਤੋਂ ਛੋਟਾ ਜਿਹੜਾ ਕਣ ਹੁੰਦਾ ਉਹਨੂੰ ਆਪਾਂ ਐਟਮ ਬੋਲਦੇ ਆ। ਕੋਈ ਵੀ ਪਦਾਰਥ ਹੋਵੇ, ਲੋਹਾ, ਸੋਨਾ, ਚਾਂਦੀ, ਕੁਝ ਵੀ, ਐਲੂਮੀਨੀਅਮ, ਕੋਈ ਵੀ ਪਦਾਰਥ, ਪਾਣੀ ਹੋ ਗਿਆ, ਕੁਝ ਵੀ ਹੈ, ਸਾਰੇ ਦੇ ਸਾਰੇ ਕਿਹਦੇ ਤੋਂ ਬਣੇ ਆ? ਐਟਮਾਂ ਤੋਂ ਬਣੇ ਆ। ਸਭ ਤੋਂ ਛੋਟੀ ਚੀਜ਼ ਐਟਮ ਹੈ। ਐਟਮ ਬਾਰੇ ਕਿਹਨੇ ਦੱਸਿਆ ਸੀਗਾ? ਐਟਮ ਸ਼ਬਦ ਬਾਰੇ ਜਾਂ ਐਟਮ ਬਾਰੇ, ਤਾਂ ਇਹ ਜ਼ਰੂਰ ਯਾਦ ਰੱਖਣਾ ਹੈ। ਚਲੋ ਕੈਮਿਸਟਰੀ ਦੇ ਮੈਂ ਤੁਹਾਨੂੰ 2-4 ਕੁਐਸਚਨ ਦੱਸਦਾ ਹਾਂ ਜੀ। ਠੀਕ ਹੈ, ਐਟਮ ਬਾਰੇ ਦੱਸਿਆ ਸੀਗਾ ਡਾਲਟਨ ਨੇ, ਯਾਦ ਰੱਖ ਲਿਓ, ਪੁੱਛਿਆ ਜਾਂਦਾ ਹੈ। ਐਟੋਮਿਕ ਥਿਉਰੀ ਕਿਹਨੇ ਦੀ ਹੈ? ਜੌਨ ਡਾਲਟਨ ਨੇ। ਕਿਹਨੇ ਦੀ ਹੈ ਜੀ? ਜੌਨ ਡਾਲਟਨ ਨੇ। ਐਟਮ ਦੇ ਵਿੱਚ ਕੀ ਕੀ ਹੁੰਦਾ ਹੈ? ਤਾਂ ਐਟਮ ਦੇ ਵਿੱਚ 3 ਮੇਨ ਚੀਜ਼ਾਂ ਹੁੰਦੀਆਂ। ਇੱਕ ਹੁੰਦਾ ਪ੍ਰੋਟੋਨ, ਮੰਨ ਲਓ, ਇੱਕ ਨਿਊਟਰੋਨ, ਤੇ ਇਹਨਾਂ ਦੇ ਆਲੇ ਦੁਆਲੇ ਚੱਕਰ ਲਗਾਉਂਦਾ ਇਲੈਕਟ੍ਰੋਨ। ਕੌਣ ਚੱਕਰ ਲਗਾਉਂਦਾ? ਇਲੈਕਟ੍ਰੋਨ। ਪ੍ਰੋਟੋਨ ਦੇ ਉੱਤੇ ਪਲੱਸ ਆਵੇਸ਼ ਹੁੰਦਾ ਹੈ, ਪੋਜ਼ਿਟਿਵ ਚਾਰਜ। ਨਿਊਟਰੋਨ ਦੇ ਉੱਤੇ ਕੋਈ ਨਹੀਂ ਹੁੰਦਾ ਜੀ, ਇਲੈਕਟ੍ਰੋਨ ਦੇ ਉੱਤੇ ਨੈਗੇਟਿਵ ਚਾਰਜ ਹੁੰਦਾ ਹੈ। ਯਾਦ ਰੱਖਣਾ ਹੈ, ਸੈਂਟਰ ਦੇ ਵਿੱਚ ਪ੍ਰੋਟੋਨ ਤੇ ਨਿਊਟਰੋਨ ਹੁੰਦੇ ਆ, ਆਲੇ ਦੁਆਲੇ ਚੱਕਰ ਕੌਣ ਲਗਾਉਂਦਾ? ਇਲੈਕਟ੍ਰੋਨ ਲਗਾਉਂਦਾ, ਇਲੈਕਟ੍ਰੋਨ। ਓਕੇ, ਪੱਕਾ ਯਾਦ ਰੱਖਣੇ ਆ। ਬਾਕੀ ਇਹਨਾਂ ਬਾਰੇ ਹੋਰ, ਐਟਮ ਦੇ ਬਾਰੇ ਡਿਟੇਲ ਚ ਪੜ੍ਹਿਓ, ਕਿਉਂਕਿ ਐਟਮ ਦੇ ਉੱਤੇ ਕੁਐਸਚਨ ਆ ਜਾਂਦੇ ਆ। ਚਲੋ, ਇੱਕ ਤੇਜ਼ਾਬ ਅਤੇ ਇੱਕ ਖਾਰ ਵਿੱਚ ਕਿਰਿਆ ਨੂੰ ਕਿਆ ਕਿਹਾ ਜਾਂਦਾ ਹੈ ਜੀ? ਕੀ ਕਿਹਾ ਜਾਂਦਾ ਹੈ? ਠੀਕ ਹੈ, ਚਲੋ ਇਹ ਵੀ ਕੈਮਿਸਟਰੀ ਦਾ ਕੁਐਸਚਨ ਹੈ, ਸਾਇੰਸ ਤੋਂ, ਯਾਨੀ ਕਿ ਤੇਜ਼ਾਬ ਅਤੇ ਖਾਰ। ਦੇਖੋ ਬਈ, 0 ਤੋਂ ਲੈ ਕੇ 7 ਤੱਕ ਜਿਹਦੀ ਵੀ pH ਵੈਲਿਊ ਹੁੰਦੀ ਹੈ, ਤੁਹਾਨੂੰ ਪਤਾ, ਉਹਨੂੰ ਆਪਾਂ ਤੇਜ਼ਾਬ 'ਚ ਰੱਖਦੇ ਹਾਂ, ਐਸਿਡ 'ਚ। 7 ਦੇ ਉੱਤੇ ਵਾਟਰ ਆ ਜਾਂਦਾ, ਨਿਊਟਰਲ। 7 ਦੇ ਉੱਤੇ ਕੀ ਆ ਜਾਂਦਾ? ਵਾਟਰ। 7 ਹੁੰਦਾ ਨਿਊਟਰਲ। ਠੀਕ ਹੈ, ਨਾ ਉਹ ਤੇਜ਼ਾਬ ਹੋ ਗਿਆ। ਚਲੋ ਅੱਗੇ ਦੱਸਦਾ ਮੈਂ ਤੁਹਾਨੂੰ, ਨਿਊਟਰਲ। ਤੇ 7 ਤੋਂ ਲੈ ਕੇ 14 ਤੱਕ ਇਹ ਹੁੰਦੀਆਂ ਚੀਜ਼ਾਂ ਖਾਰ, ਯਾਨੀ ਬੇਸ। ਬੇਸ ਇੱਥੇ ਹੋ ਗਿਆ ਐਸਿਡ। ਇਹੀ ਹੈ ਨਾ pH ਸਕੇਲ। ਤਾਂ 7 ਦੇ ਉੱਤੇ ਹੁੰਦਾ ਨਿਊਟਰਲ, 7 ਤੋਂ ਥੱਲੇ ਵਾਲੇ ਐਸਿਡ, 7 ਤੋਂ ਉੱਪਰ ਵਾਲੇ ਬੇਸ। ਜੇ ਆਪਾਂ ਐਸਿਡ ਅਤੇ ਬੇਸ ਨੂੰ ਮਿਲਾਵਾਂਗੇ ਤਾਂ ਉਹ ਨਿਊਟਰਲ ਦੇ ਵੱਲ ਜਾਵਾਂਗੇ। ਠੀਕ ਹੈ ਨਾ, ਇੱਕ ਤਰ੍ਹਾਂ ਨਾਲ। ਤਾਂ ਇਹਨੂੰ ਆਪਾਂ ਨਿਊਟਰਲਾਈਜੇਸ਼ਨ ਬੋਲਦੇ ਹਾਂ। ਕੀ ਬੋਲਦੇ ਹਾਂ? ਨਿਊਟਰਲਾਈਜੇਸ਼ਨ। ਇਹਨਾਂ ਦੋਹਾਂ ਦੀ ਕਿਰਿਆ ਨੂੰ ਕੀ ਬੋਲਦੇ ਹਾਂ ਆਪਾਂ? ਨਿਊਟਰਲਾਈਜੇਸ਼ਨ ਬੋਲਦੇ ਹਾਂ। ਓਕੇ, ਯਾਦ ਰੱਖਣਾ ਹੈ ਬਾਈ। ਚਲੋ ਨੈਕਸਟ। ਇਹ ਤਾਂ ਸਾਰੇ ਸਾਇੰਸ ਦੇ ਕੁਐਸਚਨ ਸੀਗੇ। ਹੁਣ ਆਪਾਂ ਕਰੰਟ ਦੇ ਦੇਖਦੇ ਆ। ਇਹ ਤੁਹਾਡੇ ਮਤਲਬ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਰੰਟ ਕਿਸ ਲੈਵਲ ਤੱਕ ਦਾ ਆਉਂਦਾ ਹੈ। ਇਹ ਕੁਐਸਚਨ ਯਾਦ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਹ 2018 ਦੇ ਕਰੰਟ ਹੋ ਚੁੱਕੇ ਆ। ਹੁਣੇ ਪੇਪਰ 'ਚ ਨਹੀਂ ਪੁੱਛੇ ਜਾਣਗੇ, ਹੁਣ ਪੁੱਛੇ ਜਾਣਗੇ 2022 ਦੇ ਜਾਂ 2023 ਦੇ। ਠੀਕ ਹੈ, ਤਾਂ ਉਸ ਟਾਈਮ ਇਹ ਸੀਗਾ ਜੀ ਡੋਪ ਟੈਸਟ।
ਡੋਪ ਟੈਸਟ ਦੇਖੋ ਜੁਲਾਈ 2018 ਵਿੱਚ ਕਿਹੜੇ ਰਾਜ ਨੇ ਸਰਕਾਰੀ ਨੌਕਰੀ ਵਿੱਚ ਭਰਤੀ ਤੋਂ ਪਹਿਲਾਂ ਡੋਪ ਟੈਸਟ ਦੀ ਪ੍ਰੀਖਿਆ ਜ਼ਰੂਰੀ ਕਰੀ ਸੀਗੀ। ਡੋਪ ਟੈਸਟ ਕਰਿਆ ਜਾਂਦਾ ਸੀਗਾ ਜੀ ਫਿਜ਼ੀਕਲ ਹੋਣ ਤੋਂ ਪਹਿਲਾਂ, ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਪੰਜਾਬ ਨੇ ਕਰੀ ਸੀਗੀ। ਠੀਕ ਹੈ, ਚਲੋ ਸਵੱਛ ਭਾਰਤ ਮਿਸ਼ਨ ਦੇ ਤਹਿਤ ਸਰਵਉੱਚਤਾ ਸਰਵੇਖਣ ਜਿਹੜਾ ਆਇਆ 2018 ਦਾ, ਚੰਡੀਗੜ੍ਹ ਦਾ ਕਿਹੜਾ ਰੈਂਕ ਸੀਗਾ? ਤੀਜਾ ਰੈਂਕ ਆਇਆ ਸੀਗਾ। ਹੁਣ ਦੇਖ ਲਿਓ ਲੇਟੈਸਟ ਕਿੰਨਾ ਕੁ ਰੈਂਕ ਹੈ। ਫੀਫਾ ਵਰਲਡ ਕੱਪ 2018 ਦੇ ਵਿੱਚ 골ਡਨ ਬਾਲ ਦਾ ਪੁਰਸਕਾਰ ਪਾਉਣ ਵਾਲਾ ਖਿਡਾਰੀ ਸੀਗਾ ਜੀ ਲੂਕਾ ਮੋਡਰਿਕ। ਉਹ ਕਿਹੜੇ ਦੇਸ਼ ਦਾ ਸੀਗਾ? ਤਾਂ ਉਹ ਸੀਗਾ ਕ੍ਰੋਏਸ਼ੀਆ ਦਾ ਸੀਗਾ ਜੀ ਉਹ ਵੀ। ਠੀਕ ਹੈ, ਯਾਦ ਰੱਖਣਾ। ਹੁਣ ਤੁਹਾਡੇ ਵਾਸਤੇ ਇਹ ਬਣ ਜਾਂਦਾ ਹੈ, ਦੇਖੋ ਇਹ 2018 ਚ ਹੋ ਕੇ ਹਟਿਆ ਵਰਲਡ ਕੱਪ, ਹੁਣ 2022 ਚ ਵੀ ਤਾਂ ਹੋ ਕੇ ਹਟਿਆ। ਤਾਂ 22 ਬਾਰੇ ਜਿਹੜਾ ਹੋਇਆ ਸੀਗਾ ਫੀਫਾ ਵਰਲਡ ਕੱਪ, ਉਹ ਕਤਰ ਚ ਹੋਇਆ ਸੀਗਾ ਜੀ। ਕਿੱਥੇ? ਕਤਰ ਚ। ਉਹ ਇਸ ਵਰਲਡ ਕੱਪ ਨੂੰ ਲੈ ਕੇ ਤੁਸੀਂ ਪੁਆਇੰਟ ਯਾਦ ਰੱਖ ਸਕਦੇ ਹੋ ਕਿ ਕਿਹੜੇ ਦੇਸ਼ ਨੇ ਜਿੱਤਿਆ। ਠੀਕ ਹੈ, ਕਿਹਨੂੰ 골ਡਨ ਬਾਲ ਅਵਾਰਡ ਮਿਲਿਆ, ਕਿਹਨੂੰ 골ਡਨ ਬੂਟ ਮਿਲਿਆ, ਕਿਹਨੂੰ 골ਡਨ ਗਲਵਸ ਮਿਲੇ ਹੈ, ਕਿਹੜਾ ਦੇਸ਼ ਜਿੱਤਿਆ, ਕਿਹੜਾ ਦੂਜੇ ਨੰਬਰ ਤੇ ਰਿਹਾ, ਸਭ ਤੋਂ ਵੱਧ ਗੋਲ। ਇਦਾਂ ਕਰਕੇ ਤੁਸੀਂ ਇਸ ਦੇ ਕਰੰਟ ਅਫੇਅਰ ਯਾਦ ਕਰ ਸਕਦੇ ਹੋ, ਮੇਬੀ ਤੁਹਾਨੂੰ ਪੇਪਰ 'ਚ ਆ ਜਾਣ। ਠੀਕ ਹੈ, ਚਲੋ ਉਹ 3 ਕੁਐਸਚਨ ਕਰੰਟ ਦੇ ਹੋ ਗਏ, ਅੱਗੇ ਵੀ ਕਰੰਟ ਆਏਗਾ। ਥੋੜਾ ਪੰਜਾਬ ਤੋਂ ਕੁਐਸਚਨ ਸੀਗਾ ਜੀ, ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਕਿੱਥੇ ਹੈ? ਤਾਂ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਜਿਹੜਾ ਹੈਗਾ ਉਹ ਅੰਮ੍ਰਿਤਸਰ ਦੇ ਵਿੱਚ ਹੈ। ਤੇ ਪੰਜਾਬ ਦੇ ਜਿੰਨੇ ਵੀ ਮਿਊਜ਼ੀਅਮ ਹੈਗੇ ਆ ਮੈਂ ਤੁਹਾਨੂੰ ਕਰਾਏ ਹੋਏ ਆ, ਟੈਨਸ਼ਨ ਫਰੀ ਰਹੋ। ਜੇ ਪੰਜਾਬ ਦਾ ਕੋਈ ਮਿਊਜ਼ੀਅਮ ਪੁੱਛਦੇ ਆ ਉਹਦਾ ਵਿੱਚੋਂ ਆ ਜਾਏਗਾ। ਠੀਕ ਹੈ ਨਾ। ਹਾਂਜੀ, ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਨਿੱਕਈ ਏਸ਼ੀਆ ਪੁਰਸਕਾਰ ਤੋਂ ਸਨਮਾਨਿਤ ਕੀਤਾ ਗਿਆ ਹੈ? ਤਾਂ ਇਹ ਵੀ ਕਰੰਟ ਦਾ ਕੁਐਸਚਨ ਹੈ। ਉਸ ਟਾਈਮ ਜਿਹੜਾ ਇਹ ਬਿੰਦੇਸ਼ਵਰ ਪਾਠਕ ਸੀਗਾ, ਇਹਨੂੰ ਇਹ ਅਵਾਰਡ ਮਿਲਿਆ ਸੀਗਾ। ਤਾਂ ਪਿਛਲੇ ਸਾਲ ਜਿਹਨੂੰ ਕੋਈ ਵੀ ਅਵਾਰਡ ਮਿਲਿਆ ਬਈ, ਠੀਕ ਹੈ ਨਾ, ਇੰਡੀਆ ਦੇ ਕਿਸੇ ਬੰਦੇ ਨੂੰ ਕੋਈ ਇੰਟਰਨੈਸ਼ਨਲ ਕੋਈ ਅਵਾਰਡ ਪੁਰਸਕਾਰ ਮਿਲਿਆ ਤਾਂ ਯਾਦ ਕਰ ਲਿਓ, ਪੁੱਛਿਆ ਜਾ ਸਕਦਾ ਹੈ। 2018 ਦੇ ਵਿੱਚ ਨੋਬਲ ਪੁਰਸਕਾਰ ਮਿਲੇ ਆ, ਤਾਂ ਉਹਨਾਂ ਦੇ ਉੱਤੇ ਕੁਐਸਚਨ ਸੀਗਾ ਜੀ ਕਿ ਕਿਹੜੇ ਖੇਤਰ ਦੇ ਵਿੱਚ ਬੰਦੇ ਨੇ ਰਿਸਰਚ ਕਰੀ ਹੈ ਕਿ ਉਹਨੂੰ ਨੋਬਲ ਪੁਰਸਕਾਰ ਮਿਲਿਆ ਚਿਕਿਤਸਾ ਦਾ? ਤਾਂ ਉਹਨੇ ਕਰੀ ਸੀਗੀ ਜੀ ਕੈਂਸਰ ਦੇ ਉੱਤੇ ਰਿਸਰਚ। ਕਿਹਨੇ? ਕੈਂਸਰ ਦੇ ਉੱਤੇ। ਤਾਂ 2022 ਦੇ ਵਿੱਚ ਜਿਹੜੇ ਨੋਬਲ ਪੁਰਸਕਾਰ ਮਿਲੇ ਆ, ਨੋਬਲ ਪੁਰਸਕਾਰ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਪੁਰਸਕਾਰ ਹੈ, 6 ਫੀਲਡਾਂ ਦੇ ਵਿੱਚ ਮਿਲਦੇ ਆ। ਨੋਰਵੇ ਤੇ ਸਵੀਡਨ ਦਿੰਦੇ ਆ। ਠੀਕ ਹੈ ਨਾ, ਸ਼ਾਂਤੀ ਵਾਸਤੇ ਨੋਰਵੇ ਦਿੰਦਾ, ਬਾਕੀਆਂ ਵਾਸਤੇ ਸਵੀਡਨ ਦਿੰਦਾ ਹੈ। ਠੀਕ ਹੈ, ਤਾਂ 10 ਦਸੰਬਰ ਨੂੰ ਮਿਲਦੇ ਆ। ਤਾਂ ਲਾਸਟ ਈਅਰ 2022 ਚ ਜਿਹਨੂੰ ਮਿਲਿਆ ਯਾਦ ਕਰਕੇ ਚੱਲਿਓ, ਕੁਐਸਚਨ ਆਉਣ ਦੇ ਚਾਂਸ ਹੈਗੇ ਆ। ਇੱਕ ਬੁੱਕ ਆਈ ਸੀਗੀ ਉਸ ਟਾਈਮ, ਡੈਵਿਲਸ ਐਡਵੋਕੇਟ ਦਾ ਅਨਟੋਲਡ ਸਟੋਰੀ। ਇਹ ਕਿਹਨੇ ਲਿਖੀ ਸੀਗੀ? ਇਹ ਵੀ ਕਰੰਟ ਤੋਂ ਕੁਐਸਚਨ ਸੀਗਾ। ਉਸ ਟਾਈਮ ਕਰਨ ਥਾਪਰ ਨੇ ਲਿਖੀ ਸੀ ਇਹ ਕਿਤਾਬ, ਕਰਨ ਥਾਪਰ। ਠੀਕ ਹੈ, ਹੁਣ ਤੁਸੀਂ ਦੇਖੋ ਪਿਛਲੇ ਸਾਲ ਕੋਈ ਜਿਹੜੀ ਬੁੱਕਾਂ ਰਿਲੀਜ਼ ਹੋਈਆਂ ਉਹ ਤੁਸੀਂ ਯਾਦ ਕਰ ਸਕਦੇ ਹੋ ਕਰੰਟ ਦੇ ਵਿੱਚ। ਬੁੱਕਸ ਹੋ ਗਈ, ਅਵਾਰਡ ਹੋ ਗਏ, ਕੋਈ ਅਪਾਇੰਟਮੈਂਟ ਹੋ ਗਈ, ਕੋਈ ਟੂਰਨਾਮੈਂਟ ਹੋ ਗਿਆ, ਇਹਨਾਂ ਤੋਂ ਜ਼ਿਆਦਾ ਕੁਐਸਚਨ ਹੈ। ਇਸ ਤੋਂ ਇਲਾਵਾ ਆਪਣੀ ਪੰਜਾਬ ਗਵਰਨਮੈਂਟ ਜਾਂ ਆਪਣੀ ਹਰਿਆਣਾ ਗਵਰਨਮੈਂਟ ਨੇ ਕੋਈ ਸਕੀਮ ਲਾਂਚ ਕਰੀ ਹੈ, ਉਹ ਸਕੀਮ ਦੇ ਉੱਤੇ ਵੀ ਕੁਐਸਚਨ ਆਊਗਾ। ਠੀਕ ਹੈ, ਹਾਂਜੀ। ਜੁਲਾਈ 2018 ਵਿੱਚ ਔਰਤਾਂ ਦੀ ਸੁਰੱਖਿਆ ਵਾਸਤੇ ਹਰਿਆਣਾ ਪੁਲਿਸ ਨੇ ਕਿਹੜੀ ਐਪ ਲਾਂਚ ਕਰੀ ਸੀਗੀ? ਦੁਰਗਾ ਸ਼ਕਤੀ ਕਰੀ ਸੀਗੀ ਜੀ। ਤਾਂ ਹੁਣ ਤੁਸੀਂ ਦੇਖ ਲਓ ਕੋਈ ਲੇਟੈਸਟ ਕੰਮ ਕੋਈ ਹਰਿਆਣਾ ਗਵਰਨਮੈਂਟ ਨੇ ਕਰਿਆ, ਪੰਜਾਬ ਗਵਰਨਮੈਂਟ ਨੇ ਕਰਿਆ, ਉਹ ਯਾਦ ਕਰਨਾ ਹੈ। ਕੋਈ ਸਕੀਮ ਲਾਂਚ ਕਰ ਰਹੇ ਹੈ, ਕੋਈ ਐਪ ਲਾਂਚ ਕਰੀ ਹੈ, ਕੋਈ ਵੈਬਸਾਈਟ ਲਾਂਚ ਕਰੀ ਹੈ, ਕੁਝ ਨਵਾਂ ਕੋਈ ਕੰਮ ਇਹਨਾਂ ਨੇ ਕਰਿਆ, ਉਹ ਯਾਦ ਰੱਖਣਾ ਹੈ। 2018 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹੜੇ ਥਾਂ ਤੇ ਰਾਸ਼ਟਰੀ ਪੁਲਿਸ ਸਮਾਰਕ ਰਾਸ਼ਟਰ ਨੂੰ ਸਮਰਪਿਤ ਕਰਿਆ? ਮਤਲਬ ਕਿਹੜੇ ਸਥਾਨ ਤੇ ਰਾਸ਼ਟਰੀ ਪੁਲਿਸ ਸਮਾਰਕ ਹੈ ਜਿਹੜਾ ਬਣਾਇਆ ਗਿਆ ਸੀਗਾ ਤੇ ਪ੍ਰਧਾਨ ਮੰਤਰੀ ਨੇ ਉਸ ਨੂੰ ਲਾਗੂ ਕਰਿਆ, ਮਤਲਬ ਸਭ ਦੇ ਸਾਹਮਣੇ ਕਰਿਆ, ਉਹ ਨਿਊ ਦਿੱਲੀ। ਤਾਂ ਇਹ ਕਰੰਟ ਦਾ ਕੁਐਸਚਨ ਸੀਗਾ। ਤਾਂ ਇਹ ਦੇਖ ਲਓ ਵੀ ਕਰੰਟ ਦੇ ਲੈਵਲ ਕੋਈ ਜ਼ਿਆਦਾ ਨਹੀਂ ਹੈ, ਸਿੰਪਲ ਹੈ। ਠੀਕ ਹੈ, ਤੇ ਇਸ ਸਾਲ ਦੇ ਜਿੰਨੇ ਵੀ ਕਰੰਟ ਅਫੇਅਰ ਹੋਏ ਹੈ 1-2 ਦਿਨ ਚ ਮੈਂ ਤੁਹਾਨੂੰ ਕਰਾ ਦੂੰਗਾ। ਠੀਕ ਹੈ, ਜਨਵਰੀ ਤੋਂ ਲੈ ਕੇ ਜੂਨ ਤੱਕ ਜਿੰਨੇ ਵੀ ਕਰੰਟ ਅਫੇਅਰ ਬੈਠਦੇ ਆ ਵਧੀਆ ਜੇ ਅਪਰੋਕਸ 300 ਕੇ ਕੁਐਸਚਨ ਬੈਠੇ ਹੈ। ਠੀਕ ਹੈ, ਚੰਡੀਗੜ੍ਹ ਪੁਲਿਸ ਵਾਸਤੇ ਤੇ ਪੰਜਾਬ ਪੁਲਿਸ ਵਾਸਤੇ ਜਿੰਨੇ ਵੀ ਐਗਜ਼ਾਮ ਆ ਰਹੇ ਸਾਰਿਆਂ ਵਾਸਤੇ ਵਧੀਆ ਹੈਗੇ ਆ, ਇਹ ਮੈਂ ਕਰਾ ਦੂੰਗਾ। ਠੀਕ ਹੈ ਨਾ, ਤਾਂ ਇਹ ਮੈਂ ਤੁਹਾਨੂੰ YouTube ਤੇ ਮੈਂ ਕਰਾ ਦੂੰਗਾ। ਠੀਕ ਹੈ ਬਾਈ, ਕਰੰਟ ਅਫੇਅਰ ਦੇ ਕੁਐਸਚਨ ਇਸ ਸਾਲ ਦੇ, ਪਿਛਲੇ ਸਾਲ 2022 ਵਾਲੇ ਉਹ ਤੁਹਾਡੀ ਆਪਣੀ ਰਿਸਪੌਂਸਿਬਿਲਿਟੀ ਹੈ, ਦੇਖ ਲਿਓ ਇੱਕ ਵਾਰ। ਇਹ ਵੀ ਉਸ ਟਾਈਮ ਦਾ ਕਰੰਟ ਅਫੇਅਰ ਦਾ ਹੈ ਜੀ ਕਿ ਭਾਰਤ ਸਰਕਾਰ ਨੇ ਰਾਜ ਆਪਦਾ ਕੋਸ਼ ਵਿੱਚ ਆਪਣਾ ਯੋਗਦਾਨ 75% ਤੋਂ ਵਧਾ ਕੇ 90% ਕਰਿਆ ਸੀਗਾ ਉਸ ਟਾਈਮ ਬਾਈ। ਕਿੰਨਾ ਕਰਿਆ ਸੀਗਾ? 90%। ਤਾਂ ਇਹ ਕੁਐਸਚਨ ਜਿਹੜੇ ਸੀਗੇ ਇਹ ਸਾਰੇ ਕਰੰਟ ਤੋਂ ਸੀਗੇ। ਅਪਰੋਕਸ 10 ਕੁਐਸਚਨ ਕਰੰਟ ਤੋਂ ਬੈਠਦੇ ਆ। 10 ਕੁਐਸਚਨ ਸਿੱਧੇ ਕਿੱਥੋਂ ਆਏ ਆ? ਕਰੰਟ ਤੋਂ। 50 ਕੁਐਸਚਨ ਸੀਗੇ ਇਹ, 10 ਕੁਐਸਚਨ ਕਰੰਟ ਦੇ ਹੋ ਗਏ, 10 ਹੋ ਗਏ ਸਾਇੰਸ ਦੇ। ਠੀਕ ਹੈ, ਤੇ 5-7 ਕੁਐਸਚਨ ਹਿਸਟਰੀ ਤੋਂ ਸੀਗੇ, ਇਕਨੋਮਿਕਸ ਤੋਂ 3 ਕੁਐਸਚਨ ਹੈ। ਓਕੇ, ਕੁਝ ਸਟੈਟਿਕ ਦੇ ਕੁਐਸਚਨ ਆ ਗਏ, ਜਿਵੇਂ ਇਹ ਆ ਗਿਆ ਸਟੈਟਿਕ ਦਾ ਕੁਐਸਚਨ ਹੈ ਨਾ ਕਿ ਫੂਡ ਐਂਡ ਐਗਰੀਕਲਚਰ ਕਿੱਥੇ ਹੈ? ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਦਾ ਹੈੱਡਕੁਆਟਰ ਕਿੱਥੇ ਹੈ? ਤਾਂ ਹੈੱਡਕੁਆਟਰ ਪੁੱਛਿਆ ਹੋਇਆ। ਤਾਂ ਫੂਡ ਐਂਡ ਐਗਰੀਕਲਚਰ ਨਾਲ ਸੰਬੰਧਿਤ ਕੋਈ ਵੀ ਵਰਲਡ ਫੂਡ ਪ੍ਰੋਗਰਾਮ ਹੋ ਗਿਆ, ਫੂਡ ਐਂਡ ਐਗਰੀਕਲਚਰ ਰਿਸਰਚ ਦੇ ਉੱਤੇ ਕੋਈ ਵੀ ਕਿਸੇ ਦਾ ਵੀ ਹੈੱਡਕੁਆਟਰ ਪੁੱਛੋ, ਫੂਡ ਦੀ ਜ਼ਰੂਰਤ ਸਾਡੇ ਰੋਮ ਨੂੰ ਹੈ।
ਫੂਡ ਦੀ ਜ਼ਰੂਰਤ ਸਾਡੇ ਰੋਮ ਨੂੰ ਹੈ, ਤੇ ਰੋਮ ਆਨਸਰ ਹੋ ਗਿਆ। ਰੋਮ ਕਿੱਥੇ ਹੈ? ਇਟਲੀ ਦੇ ਵਿੱਚ ਹੈ। ਠੀਕ ਹੈ, ਫੂਡ ਨਾਲ ਸੰਬੰਧਿਤ ਜਾਂ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਹੈੱਡਕੁਆਟਰ ਤੁਹਾਨੂੰ ਪੁੱਛਣ ਦੁਨੀਆ ਦਾ, ਰੋਮ ਆਨਸਰ ਆਏਗਾ। ਇਹ ਕੁਝ ਹੈੱਡਕੁਆਟਰ ਤੁਹਾਡੇ ਵਾਸਤੇ ਹੈਗੇ ਆ ਬਈ, ਠੀਕ ਹੈ, ਜਿਹੜੇ ਯਾਦ ਰੱਖ ਲਿਓ। ਫੂਡ ਐਂਡ ਐਗਰੀਕਲਚਰ, ਰੋਮ ਇਟਲੀ ਹੋ ਗਿਆ। ਇੰਟਰਨੈਸ਼ਨਲ ਫੰਡ ਫॉर ਐਗਰੀਕਲਚਰ ਡਿਵੈਲਪਮੈਂਟ, ਐਗਰੀਕਲਚਰ ਆ ਗਿਆ ਨਾ, ਖੇਤੀਬਾੜੀ, ਰੋਮ ਨੂੰ ਜ਼ਰੂਰਤ ਹੈ। ਵਰਲਡ ਫੂਡ ਪ੍ਰੋਗਰਾਮ, ਰੋਮ, ਤਾਂ ਇਹ 3 ਰੋਮ ਦੇ ਵਿੱਚ ਹੋ ਗਏ। ਬਾਕੀ ਇਹ ਦੇਖ ਲਓ ਜੀ, ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਵੀਏਨਾ ਕਿੱਥੇ ਆ? ਆਸਟਰੀਆ ਦੇ ਵਿੱਚ ਹੈ। ਆਸਟ੍ਰੇਲੀਆ ਨਹੀਂ, ਆਸਟਰੀਆ ਅਲੱਗ ਕੰਟਰੀ ਹੈ। UN ਆਫਿਸ ਔਨ ਡਰੱਗ ਐਂਡ ਕ੍ਰਾਈਮ ਵੀਏਨਾ ਦੇ ਵਿੱਚ ਹੈ। UN ਇੰਡਸਟਰੀਅਲ ਡਿਵੈਲਪਮੈਂਟ ਆਰਗੇਨਾਈਜੇਸ਼ਨ ਵੀਏਨਾ ਦੇ ਵਿੱਚ ਹੈ। ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼, ਜਿਹੜੇ ਪੈਟਰੋਲ ਵੇਚਦੇ ਹੈ, ਵੀਏਨਾ ਦੇ ਵਿੱਚ ਹੈ। ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ ਮੌਂਟਰੀਅਲ ਕੈਨੇਡਾ ਦੇ ਵਿੱਚ ਹੈ। ਸਿਵਲ ਐਵੀਏਸ਼ਨ ਹੈਗੇ ਜੀ ਜਿਹੜੇ ਨਾਗਰਿਕਾਂ ਦੇ ਜਹਾਜ਼ ਵਗੈਰਾ ਹੁੰਦੇ ਆ, ਪੈਸੇਂਜਰ ਜਹਾਜ਼। ਇਹ ਜਿੰਨੇ ਵੀ ਹੈੱਡਕੁਆਟਰ ਹੈਗੇ ਪੂਰੀ ਦੁਨੀਆ ਦੇ, ਇਹ ਮੈਂ ਬਾਈ ਟ੍ਰਿਕ ਤੁਹਾਨੂੰ ਕਰਾਏ ਹੋਏ ਆ, YouTube ਦੇ ਉੱਤੇ ਹੀ ਪਈ ਹੈ ਵੀਡੀਓ, ਇਹ ਵਾਲੀ ਵੀਡੀਓ ਹੈ। ਜਿੰਨੇ ਵੀ ਇੰਟਰਨੈਸ਼ਨਲ ਹੈੱਡਕੁਆਟਰ ਹੈਗੇ ਆ 50-60 ਹੈ ਜਿਹੜੇ ਪੁੱਛੇ ਜਾਂਦੇ ਆ, ਮੋਸਟ ਕਾਮਨ ਹੈ ਜਿਹੜੇ ਪੁੱਛੇ ਜਾਂਦੇ ਆ, ਇਹ ਮੈਂ ਤੁਹਾਨੂੰ YouTube ਤੇ ਕਰਾਏ ਆ ਵਿਦ ਟ੍ਰਿਕ। ਜਿਵੇਂ ਇਹ ਟ੍ਰਿਕ ਸੀਗੀ ਨਾ ਕਿ ਫੂਡ ਦੀ ਜ਼ਰੂਰਤ ਸਾਡੇ ਰੋਮ ਨੂੰ ਹੈ, ਤਾਂ ਫੂਡ ਸੰਬੰਧਿਤ ਕੋਈ ਵੀ ਪੁੱਛਣ, ਰੋਮ ਆਨਸਰ ਹੋਏਗਾ। ਇਦਾਂ ਹੀ ਇਹ ਸਾਰੇ ਕਰਾਏ ਆ। ਵੀਡੀਓ ਦਾ ਨਾਮ ਇਹ ਹੈਗਾ ਜੀ ਇੰਟਰਨੈਸ਼ਨਲ ਹੈੱਡਕੁਆਟਰ ਵਿਦ ਟ੍ਰਿਕਸ, ਪ੍ਰਤਾਪ ਅਕੈਡਮੀ ਲਿਖ ਕੇ ਸਰਚ ਕਰ ਲਿਓ, ਇੰਟਰਨੈਸ਼ਨਲ ਹੈੱਡਕੁਆਟਰਸ ਵਿਦ ਟ੍ਰਿਕ ਬਾਈ ਪ੍ਰਤਾਪ ਅਕੈਡਮੀ। ਇਹ ਵੀਡੀਓ ਆਏਗੀ, ਜ਼ਰੂਰ ਦੇਖਣੀ ਹੈ, ਠੀਕ ਹੈ। ਤੇ ਨਾਲੇ ਇਹਦਾ ਲਿੰਕ ਵੀ ਮੈਂ ਕਮੈਂਟ ਬਾਕਸ ਤੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਮੈਂਸ਼ਨ ਕਰ ਦੂੰਗਾ। ਨੈਕਸਟ ਹੈ ਜੀ, ਕਿਹੜੇ ਦੇਸ਼ ਨੇ ਭਾਰਤ ਨਾਲ ਸੰਵਾਦ ਵਾਸਤੇ 2+1 ਮੈਕੈਨਿਜ਼ਮ ਦਾ ਪ੍ਰਸਤਾਵ ਦਿੱਤਾ ਹੈ? ਕਰੰਟ ਦਾ ਕੁਐਸਚਨ ਹੈ, ਚਾਈਨਾ ਨੇ ਦਿਆ ਸੀਗਾ ਉਸ ਟਾਈਮ, 2018 ਦੀ ਗੱਲ ਹੈ, ਤਾਂ ਇਹ ਵੀ ਕਰੰਟ ਦਾ ਕੁਐਸਚਨ ਹੈ, ਠੀਕ ਹੈ ਜੀ। ਇਹ ਹਰਿਆਣਾ ਜੀਕੇ ਦਾ ਕੁਐਸਚਨ ਹੈ ਕਿ ਹਰਿਆਣੇ ਦੇ ਵਿੱਚ ਜਦੋਂ ਝੋਨਾ ਵੱਢਦੇ ਆ, ਉਸ ਤੋਂ ਬਾਅਦ ਜਿਹੜਾ ਰਹਿੰਦ ਖੂੰਦ ਬਚ ਜਾਂਦੀ ਹੈ ਅਵਸ਼ਿਸ਼ਟ, ਉਹਨੂੰ ਕੀ ਕਹਿੰਦੇ ਆ? ਪਰਾਲੀ ਕਹਿੰਦੇ ਆ ਬਈ। ਕੀ ਕਹਿੰਦੇ ਆ? ਪਰਾਲੀ। ਇਹ ਹਰਿਆਣੇ ਦੇ ਵਿੱਚ ਵੀ ਪਰਾਲੀ ਕਹਿੰਦੇ ਆ, ਤੇ ਆਪਣਾ ਜਿਹੜਾ ਪਵਾਦ ਵਾਲਾ ਇਲਾਕਾ ਇੱਥੇ ਵੀ ਪਰਾਲੀ ਹੀ ਕਹਿੰਦੇ ਆ, ਠੀਕ ਹੈ। ਤਾਂ ਉਹੀ ਹੈ, ਹਰਿਆਣਾ ਦੇ ਵਿੱਚ ਫਸਲ ਖਾਸ ਕਰਕੇ ਧਾਨ ਮਤਲਬ ਝੋਨਾ, ਠੀਕ ਹੈ ਬਈ। ਝੋਨੇ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਬਚੇ ਹੋਏ ਅਪਸ਼ਿਸ਼ਟ, ਮਤਲਬ ਉੱਥੋਂ ਦੀ ਬੋਲੀ ਵਿੱਚ ਉਹਨਾਂ ਨੂੰ ਕੀ ਕਹਿੰਦੇ ਆ? ਸਥਾਨੀ ਭਾਸ਼ਾ ਦੇ ਵਿੱਚ ਅਪਸ਼ਿਸ਼ਟ ਜਿਹੜਾ ਬਚਿਆ ਖੁਚਿਆ ਰਹਿੰਦ ਖੂੰਦ, ਉਹਨੂੰ ਆਪਾਂ ਪਰਾਲੀ ਬੋਲਦੇ ਹਾਂ। ਪਵਾਦ ਦੇ ਵਿੱਚ ਵੀ ਪਰਾਲੀ ਬੋਲਦੇ ਆ, ਮੇਨਲੀ ਮਾਲਵੇ ਵਾਲੇ ਜਿਹੜਾ ਏਰੀਆ, ਪਵਾਦ ਦਾ ਏਰੀਆ ਜਿਹੜਾ ਹਰਿਆਣੇ ਨਾਲ ਅਟੈਚ ਹੈ, ਪਰਾਲੀ ਹੀ ਬੋਲਦੇ ਆ ਇਹਨੂੰ ਵੀ। ਚਲੋ ਜੀ, ਭਿੰਡਾਵਾਸ, ਠੀਕ ਹੈ ਜੀ। ਭਿੰਡਾਵਾਸ ਪਕਸ਼ੀ ਵਿਹਾਰ, ਇਹ ਹਰਿਆਣੇ ਦਾ ਹੈਗਾ ਜੀ। ਵਾਈਲਡ ਲਾਈਫ ਸੈਂਚਰੀ ਆਪਣੇ ਪੰਜਾਬ 'ਚ ਹੈ ਨਾ, ਜਿਵੇਂ ਅਬੋਹਰ ਵਾਈਲਡ ਲਾਈਫ ਸੈਂਚਰੀ ਹੋ ਗਿਆ, ਹਨਾ, ਇਦਾਂ ਕਰਕੇ। ਤਾਂ ਇਹੀ ਹੈ ਜੀ, ਭਿੰਡਾਵਾਸ ਵਾਈਲਡ ਲਾਈਫ ਸੈਂਚਰੀ ਹਰਿਆਣੇ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ? ਤਾਂ ਇਹ ਮੇਬੀ ਝੱਜਰ ਦੇ ਵਿੱਚ ਹੈ। ਓਕੇ, ਝੱਜਰ। ਤਾਂ ਹਰਿਆਣੇ ਦੇ ਵਿੱਚ 2 ਨੈਸ਼ਨਲ ਪਾਰਕ ਵੀ ਹੈਗੇ ਆ, ਉਹ ਵੀ ਯਾਦ ਰੱਖਿਓ ਬਈ। ਹਰਿਆਣੇ ਦੇ ਵਿੱਚ 2 ਨੈਸ਼ਨਲ ਪਾਰਕ ਹੈ। ਇੱਕ ਹੈਗਾ ਜੀ ਕਲੇਸ਼ਵਰ ਨੈਸ਼ਨਲ ਪਾਰਕ, ਕਲੇਸ਼ਰ ਨੈਸ਼ਨਲ ਪਾਰਕ, ਇਹ ਹੈਗਾ ਜੀ ਯਮੁਨਾਨਗਰ ਦੇ ਨੇੜੇ ਹੈ, ਹਨਾ। ਦੱਸੋ ਕੋਈ ਹਰਿਆਣੇ ਵਾਲਾ ਵੀ ਮੈਂ ਸਹੀ ਬੋਲ ਰਿਹਾ? ਯਮੁਨਾਨਗਰ ਦੇ ਨੇੜੇ ਕਲੇਸ਼ਰ। ਤੇ ਇੱਕ ਹੈਗਾ ਸੁਲਤਾਨਪੁਰ, ਇਹ ਹੈਗਾ ਜੀ ਗੁਰੂਗ੍ਰਾਮ ਦੇ ਵਿੱਚ। ਗੁਰੂਗ੍ਰਾਮ, ਕਲੇਸ਼ਰ ਨੈਸ਼ਨਲ ਪਾਰਕ, ਯਮੁਨਾਨਗਰ, ਸੁਲਤਾਨਪੁਰ ਨੈਸ਼ਨਲ ਪਾਰਕ, ਗੁਰੂਗ੍ਰਾਮ। ਅੰਡਰਸਟੈਂਡ ਬਈ? ਓਕੇ। ਤੇ ਇਹ 2 ਨੈਸ਼ਨਲ ਪਾਰਕ ਹੈ। ਬਾਕੀ ਜਿੰਨੀ ਵਾਈਲਡ ਲਾਈਫ ਸੈਂਚਰੀਆਂ ਹੈਗੀਆਂ ਹਰਿਆਣੇ ਤੇ ਪੰਜਾਬ ਦੀ, ਪਰ ਪੰਜਾਬ ਦੇ ਵਿੱਚ ਕੋਈ ਨੈਸ਼ਨਲ ਪਾਰਕ ਨਹੀਂ ਹੈਗਾ ਬਈ, ਠੀਕ ਹੈ। ਤਾਂ ਇਹ ਯਾਦ ਕਰ ਲਿਓ ਬਈ। ਪੰਜਾਬ ਵਾਲੀ ਤਾਂ ਮੈਂ YouTube ਤੇ ਤੁਹਾਨੂੰ ਕਰਾਈ ਆ, ਇਹ ਦੁਬਾਰੇ ਆ ਗਿਆ, ਦੇਖ ਲਿਓ, ਸਕਰੀਨਸ਼ਾਟ ਲੈ ਲਓ। ਜ਼ਿਆਦਾ ਕੁਝ ਨਹੀਂ, ਬਸ ਜ਼ਿਲ੍ਹਾ ਯਾਦ ਰੱਖਣਾ ਹੁੰਦਾ ਹੈ, ਫਾਲਤੂ ਡਿਟੇਲ 'ਚ ਜਾਣ ਦੀ ਲੋੜ ਨਹੀਂ ਪੈਂਦੀ, ਠੀਕ ਹੈ। ਜਿਵੇਂ ਅਬੋਹਰ ਵਾਈਲਡ ਲਾਈਫ ਸੈਂਚਰੀ ਕਿੱਥੇ ਹੈ? ਫਜ਼ੀਲਕਾ। ਵੀਰ ਮੋਤੀ ਬਾਗ ਪਟਿਆਲਾ, ਵੀਰ ਗੁਰਦਿਆਲਪੁਰ ਪਟਿਆਲਾ, ਸਾਰੀ ਦੀ ਸਾਰੀ ਬੇੜਾ ਪਟਿਆਲੇ ਦੇ ਵਿੱਚ ਹੈ, ਬਸ ਇੱਕ ਨੂੰ ਛੱਡ ਦਿਓ, ਵੀਰ S1 ਨੂੰ ਛੱਡ ਕੇ, ਉਹ ਸੰਗਰੂਰ ਦੇ ਵਿੱਚ ਹੈ, ਠੀਕ ਹੈ। ਬਾਕੀ ਹਰੀਕੇ ਪੱਤਣ ਤਰਨਤਾਰਨ ਹੋ ਗਿਆ, ਝੱਜਰ ਬਛੋਲੀ ਰੂਪਨਗਰ ਹੈ, ਕਥਲੋਰ ਕੁਸਲੀਆਂ ਪਠਾਨਕੋਟ, ਨੱਗਲ ਰੂਪਨਗਰ, ਤਖਨੀ ਰਹਿਮਪੁਰਾ ਹੁਸ਼ਿਆਰਪੁਰ। ਪੰਜਾਬ ਜੀਕੇ 'ਚ ਕਰਾਈ ਹੋਈ ਹੈ ਸਾਰੀ ਦੀ ਸਾਰੀ, ਠੀਕ ਹੈ। ਤਾਂ ਵਾਈਲਡ ਲਾਈਫ ਸੈਂਚਰੀ ਵੀ ਪੁੱਛੀ ਜਾ ਸਕਦੀ ਹੈ, ਪੰਜਾਬ ਦੀ ਹੋਵੇ ਚਾਹੇ ਹਰਿਆਣੇ ਦੀ। ਤਾਂ ਪੰਜਾਬ ਦੀ ਇਹ ਹੋ ਗਈ, ਹਰਿਆਣੇ ਦੀ ਵੀ ਇੱਕ ਵਾਰ ਕਰ ਲਿਓ, ਠੀਕ ਹੈ। ਪੰਜਾਬ ਦਾ ਖੇਤਰਫਲ ਪੁੱਛਿਆ ਹੋਇਆ ਜੀ, ਤਾਂ ਪੰਜਾਬ ਜੀਕੇ ਦਾ ਕੁਐਸਚਨ ਹੈ, ਪੰਜਾਬ ਦਾ ਖੇਤਰਫਲ। ਤੇ ਪੰਜਾਬ ਜੀਕੇ ਤੁਸੀਂ ਵਧੀਆ ਪੜ੍ਹੀ ਹੋਈ ਹੈ ਤਾਂ ਤਸੱਲੀ ਬਖਸ਼, ਜੇ ਪੰਜਾਬ ਜੀਕੇ ਦਾ ਕੋਈ ਕੁਐਸਚਨ ਆਉਂਦੇ ਨਾ 2-4, ਤਾਂ ਵਧੀਆ ਤੁਹਾਨੂੰ ਐਜ ਹੋ ਜਾਏਗਾ, ਠੀਕ ਹੈ, ਤੁਸੀਂ ਕਰ ਲਓਗੇ। ਪੰਜਾਬ ਦਾ ਖੇਤਰਫਲ ਹੈਗਾ ਜੀ 50,362 ਸਕੁਅਰ ਕਿਲੋਮੀਟਰ। ਤਾਂ ਹਰਿਆਣੇ ਦਾ ਵੀ ਪਤਾ ਹੋਣਾ ਚਾਹੀਦਾ, 44,212 ਸਕੁਅਰ ਕਿਲੋਮੀਟਰ, ਠੀਕ ਹੈ। 44,212 ਸਕੁਅਰ ਕਿਲੋਮੀਟਰ, ਦੋਨੇ ਯਾਦ ਰੱਖ ਲਿਓ, ਪੰਜਾਬ ਤੇ ਹਰਿਆਣੇ ਦਾ ਵੀ।
हाँ जी, लियो एक करंट ਦਾ ਹੋਰ ਕੁਐਸਚਨ ਹੈ। ਉਸ ਟਾਈਮ ਪੰਜਾਬ ਨੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਸ਼ੁਰੂ ਕਰੀ ਸੀਗੀ, ਕੈਪਟਨ ਅਮਰਿੰਦਰ ਸਿੰਘ ਉਸ ਟਾਈਮ ਹੈ ਨਾ ਸੀਐਮ ਸੀਗੇ। ਤਾਂ ਇਹ ਪੁੱਛਿਆ ਹੋਇਆ ਕਿਹੜੇ ਮਹੀਨੇ ਦੇ ਵਿੱਚ ਕਰੀ ਸੀਗੀ, ਇਹ ਕਰੀ ਸੀਗੀ ਜਨਵਰੀ ਦੇ ਵਿੱਚ। ਤਾਂ ਕਰੰਟ ਦਾ ਹੁਣ ਆਪਾਂ ਨੂੰ ਯਾਦ ਰੱਖਣ ਦਾ ਕੋਈ ਫਾਇਦਾ ਨਹੀਂ। ਓਕੇ, ਲਿਓ ਪੰਜਾਬ ਜੀਕੇ ਦਾ ਇੱਕ ਹੋਰ ਕੁਐਸਚਨ ਸੀਗਾ ਕਿ ਪੰਜਾਬ ਦੇ ਹੇਠ ਲਿਖੇ ਕਿਹੜੇ ਮੇਲੇ ਨੂੰ ਰੂਰਲ ਓਲੰਪਿਕ ਕਿਹਾ ਜਾਂਦਾ ਹੈ, ਗ੍ਰਾਮੀਣ ਓਲੰਪਿਕ। ਤਾਂ ਪੰਜਾਬ ਦੇ ਮੇਲੇ ਆਪਾਂ ਨੇ ਪੜ੍ਹੇ ਹੋਏ ਆ ਵਧੀਆ ਤਰੀਕੇ ਨਾਲ, ਦੱਸੋ ਬਈ ਕਿਹਨੂੰ ਕਿਹਾ ਜਾਂਦਾ ਹੈ? ਕਿਲਾ ਰਾਏਪੁਰ ਲੁਧਿਆਣਾ, ਕਿਲਾ ਰਾਏਪੁਰ ਲੁਧਿਆਣੇ 'ਚ ਲੱਗਦਾ ਹੈ। ਠੀਕ ਹੈ, ਤਾਂ ਪੰਜਾਬ ਦੇ ਮੇਲੇ ਬਹੁਤ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਇੱਥੇ ਕਰਾਏ ਹੋਏ ਆ। ਇਹ ਵੀਡੀਓ ਹੈਗੀ ਹੈ ਜੀ ਪੰਜਾਬ ਜੀਕੇ ਦੀ 32ਵੀਂ ਵੀਡੀਓ ਸੀਗੀ ਇਹ, ਫੇਅਰ ਐਂਡ ਫੈਸਟੀਵਲਸ ਆਫ ਪੰਜਾਬ, ਪੰਜਾਬ ਦੇ ਮੇਲੇ ਤੇ ਤਿਉਹਾਰ। ਲਿਖ ਕੇ ਸਰਚ ਕਰ ਲਿਓ ਜੇ ਨਹੀਂ ਦੇਖੀ ਹੈ ਕਿ ਫੇਅਰ ਐਂਡ ਫੈਸਟੀਵਲਸ ਆਫ ਪੰਜਾਬ ਬਾਈ ਪ੍ਰਤਾਪ ਅਕੈਡਮੀ ਜਾਂ ਬਾਈ ਅੰਕਿਤ ਸਿੰਘ ਰਾਣਾ। ਇਹ ਥੰਬਨੇਲ ਹੈ, ਇਸ ਤੋਂ ਬਾਹਰ ਕੁਐਸਚਨ ਨਹੀਂ ਆਏਗਾ। ਪੰਜਾਬ ਦੇ ਮੇਲੇ ਤੇ ਤਿਉਹਾਰਾਂ ਦੇ ਉੱਤੇ ਜੇ ਕੁਐਸਚਨ ਪੁੱਛਿਆ ਜਾ ਰਿਹਾ ਇਸ ਤੋਂ ਬਾਹਰ ਨਹੀਂ ਆਏਗਾ ਬਾਈ। ਓਕੇ, ਹਾਂਜੀ, ਇਹ ਵੀ ਉਹਦਾ ਕੁਐਸਚਨ ਹੈ ਆਪਣਾ ਕਰੰਟ ਦਾ। ਠੀਕ ਹੈ, ਕਿ ਜੁਲਾਈ 2018 ਦੇ ਵਿੱਚ ਚਾਲੂ ਕੀਤੇ ਗਏ ਪ੍ਰੋਜੈਕਟ ਸਸ਼ਕਤ। ਠੀਕ ਹੈ, ਪ੍ਰੋਜੈਕਟ ਸਸ਼ਕਤ ਦਾ ਸੰਬੰਧ ਕਿਹਦੇ ਨਾਲ ਹੈ? ਤਾਂ ਇਹ ਸੀਗਾ ਜੀ ਬੈਂਕ ਐਨਪੀਏ ਦੇ ਨਾਲ, ਬੈਂਕਾਂ ਦੇ ਨਾਲ ਸੰਬੰਧਿਤ ਸੀਗਾ, ਬੈਂਕ ਐਨਪੀਏ ਸੰਕਟ ਦੇ ਨਾਲ। ਠੀਕ ਹੈ, ਤਾਂ ਕਰੰਟ ਦੇ ਬਈ 10 11 12 ਕੁਐਸਚਨ ਅਪਰੋਕਸ ਹੋ ਚੁੱਕੇ ਹਨ। 10 ਕੁਐਸਚਨ ਮਿਨੀਮਮ ਮੰਨ ਕੇ ਚਲੋ। 50 2 ਕੁਐਸਚਨ ਮੈਂ ਸਕਿਪ ਕਰਾਏ ਆ ਕਿਉਂਕਿ ਉਹ ਫਿਜ਼ਿਕਸ ਦੇ ਸੀਗੇ, ਨਿਊਮੈਰੀਕਲ ਜਿਹੜੇ ਸੋਲਵ ਕਰਨੇ ਸੀਗੇ। ਠੀਕ ਹੈ, ਤਾਂ ਆਪਣੀ ਰੇਂਜ ਤੋਂ ਬਾਹਰ ਹੈ ਉਹ ਚੀਜ਼ਾਂ ਨਾ ਆਪਾਂ ਨੇ ਕਰਨੀਆਂ। ਠੀਕ ਹੈ, ਉਹਨੂੰ ਉਹੀ ਬੱਚਾ ਕਰ ਸਕੇਗਾ ਜਿਹਨੇ ਉਹ ਨਿਊਮੈਰੀਕਲ ਵਗੈਰਾ ਦੀ ਪ੍ਰੈਕਟਿਸ ਕਰੀ ਹੋ। ਇੱਕ ਕੁਐਸਚਨ ਸੋਲਵ ਕਰਨੇ ਹੁੰਦੇ ਸੀਗੇ ਉਹ। ਠੀਕ ਹੈ, ਤਾਂ ਉਹ ਮੈਂ ਇੱਥੇ ਸਕਿਪ ਕਰਾਏ ਆ, ਵਿੱਚ ਆਏ ਹੋਣੇ ਕੁਐਸਚਨ, ਤੁਸੀਂ ਨੰਬਰ ਨੋਟ ਕਰ ਹੀ ਰਹੇ। ਆਪਾਂ 50 ਕੁਐਸਚਨ ਕਰ ਚੁੱਕੇ ਹਾਂ, ਮਤਲਬ ਮੇਨਲੀ ਆਪਾਂ ਨੇ 48 ਕਰੇ ਆ, 2 ਕੁਐਸਚਨ ਮੈਂ ਤੁਹਾਨੂੰ ਸਕਿਪ ਕਰਾਏ ਆ। ਤਾਂ ਬਈ ਜੇ ਹੁਣ ਆਪਾਂ ਓਵਰਆਲ ਦੇਖੀਏ, ਚਲੋ ਇਹਦੀ ਮੈਂ ਪੀਡੀਐਫ ਦੀ ਮੈਂ ਗੱਲ ਕਰਦਾ, ਪੀਡੀਐਫ ਤੁਹਾਨੂੰ ਕਿੱਥੇ ਮਿਲੇਗੀ ਤੇ ਬਾਕੀ ਜਿਹੜੀ ਮੇਰੀ ਕਲਾਸਾਂ ਹੈਗੀਆਂ ਉਹ ਤੁਸੀਂ ਕਿੱਥੇ ਲਗਾਓਗੇ, ਕਿੱਥੇ ਉਹਨਾਂ ਦੀ ਪੀਡੀਐਫ ਹੈ, ਸਾਰੀ ਗੱਲ ਕਰਦੇ ਆ। ਜੇ ਆਪਾਂ ਓਵਰਆਲ ਮੋਟਾ ਦੇਖੀਏ 50 ਕੁਐਸਚਨਾਂ ਦੇ ਵਿੱਚੋਂ ਨਾ, ਤਾਂ ਬਈ ਕਰੰਟ ਅਫੇਅਰ 10 11 ਕੁਐਸਚਨ ਹੋਣੇ। ਠੀਕ ਹੈ ਜੀ, ਤੇ ਪੰਜਾਬ ਐਂਡ ਹਰਿਆਣਾ ਜੀਕੇ ਇਹ ਵੀ ਘੱਟੋ ਘੱਟ 7 ਕੁਐਸਚਨਾਂ ਦੇ ਨੇੜੇ ਪਹੁੰਚੇ ਹੋਏ ਆ। ਠੀਕ ਹੈ, ਸਾਇੰਸ ਜਿਹਨੂੰ ਆਪਾਂ ਸਕਿਪ ਕਰਕੇ ਚੱਲਦੇ ਹਾਂ ਜ਼ਿਆਦਾਤਰ ਪੇਪਰਾਂ ਦੇ ਵਿੱਚ 10 11 ਕੁਐਸਚਨ ਹੈ। ਤੇ ਸਾਇੰਸ ਦੇ ਸਾਰਿਆਂ ਦੇ ਵਿੱਚੋਂ ਇਹ ਨਹੀਂ ਕਿ ਇਕੱਲੇ ਬਾਇਓ ਚੋਂ ਕੁਐਸਚਨ ਹੈ, ਸਾਇੰਸ ਦੇ ਵਿੱਚ ਫਿਜ਼ਿਕਸ, ਕੈਮਿਸਟਰੀ ਤੇ ਬਾਇਓ ਸਾਰਿਆਂ ਤੋਂ ਕੁਐਸਚਨ। ਠੀਕ ਹੈ ਬਈ, ਤਾਂ ਇਹ ਤਾਂ ਹੈਗੇ ਆ। ਇਸ ਤੋਂ ਇਲਾਵਾ ਹਿਸਟਰੀ ਦੇ ਵਿੱਚੋਂ ਹੈਗੇ ਆ ਜੀ ਘੱਟੋ ਘੱਟ 6-7 ਕੁਐਸਚਨ ਸੀਗੇ। ਓਕੇ, ਸਟੈਟਿਕ ਦੇ 2-4 ਕੁਐਸਚਨ ਹੈ, ਜਿਵੇਂ ਡੈਮ ਪੁੱਛ ਲਿਆ ਤੁਹਾਨੂੰ, ਹੈਡਕੁਆਟਰ ਪੁੱਛ ਲਿਆ, ਉਹ ਹੋ ਗਏ ਹਨਾ। ਇਸ ਤੋਂ ਇਲਾਵਾ ਜਿਓਗ੍ਰਾਫੀ ਦੇ ਸੀਗੇ 3-4 ਕੁਐਸਚਨ, ਇਦਾਂ ਕਰਕੇ ਹੋਏ ਵੇ ਆ। ਇਕਨੋਮਿਕਸ ਦੇ 3-4 ਹੈ, ਤਾਂ ਇਹ ਸਾਰੇ ਯਾਦ ਰੱਖਣੇ ਆ ਬਈ। ਹੁਣ ਤੁਸੀਂ ਆਪ ਦੇਖ ਸਕਦੇ ਹੋ ਤੁਸੀਂ ਕੀ ਪੜ੍ਹਨਾ ਹੈ ਕੀ ਨਹੀਂ ਪੜ੍ਹਨਾ, ਕਿਹੜਾ ਸਬਜੈਕਟ ਤੁਹਾਡਾ ਕਮਜ਼ੋਰ ਹੈ। ਇੱਕ ਸਬਜੈਕਟ ਦੇ ਪਿੱਛੇ ਨਾ ਪਿਓ ਕਿ ਇੱਕ ਨੂੰ ਬਹੁਤ ਹੈ। ਪੋਲਿਟੀ ਦੇ ਸੀਗੇ 3-4 ਕੁਐਸਚਨ, ਇਹ ਨਾ ਕਿ ਹਾਂ ਬਸ ਕੱਲੀ ਪੋਲਿਟੀ ਪੜ੍ਹੇ ਜਾ ਰਹੇ ਆ ਜੀ। ਪੰਜਾਬ ਦੇ ਵਿੱਚ ਹੁੰਦਾ ਕਿ ਕੱਲੀ ਪੋਲਿਟੀ ਤੋਂ ਆ ਗਏ 15-16 ਕੁਐਸਚਨ, ਇੱਥੇ ਨਹੀਂ ਹੋਣਾ। ਇਹ ਪੇਪਰ ਹੈ ਜਿਹੜਾ TCS ਵਗੈਰਾ ਲੈ ਰਹੀ ਹੈ, ਆਨਲਾਈਨ ਪੇਪਰ ਹੈਗਾ ਆ। ਠੀਕ ਹੈ, ਤਾਂ ਉਹਦੇ ਵਾਸਤੇ ਮੈਂ ਤੁਹਾਨੂੰ ਸੁਜੈਸਟ ਪਤਾ ਕੀ ਕਰੂੰਗਾ, ਕੁਛ ਮੈਂ YouTube ਤੇ ਕਰਾਈ ਹੋਈਆਂ ਕਲਾਸਾਂ। ਇਹ ਮੇਰੀ ਗਾਰੰਟੀ ਹੈ ਬਈ, ਜੇ ਤੁਸੀਂ ਇਹ ਕਰ ਲਓਗੇ ਨਾ, ਇਹ ਘੱਟੋ ਘੱਟ 930 ਕੁਐਸਚਨ ਹੈ। 930 ਦੇ ਨਾਲ ਨਾਲ ਮੈਂ ਤੁਹਾਨੂੰ ਐਕਸਟਰਾ ਫੈਕਟ ਵੀ ਦੱਸੇ ਆ, ਤਾਂ ਇਹ 2000 ਦੇ ਨੇੜੇ ਤੇੜੇ ਕੁਐਸਚਨ ਹੋ ਜਾਂਦੇ ਆ। ਜੇ ਤੁਸੀਂ ਇਹ ਕਰ ਲਓਗੇ ਨਾ, ਇਨਫ ਹੈ, ਕੁਝ ਵੀ ਕਰਨ ਦੀ ਲੋੜ ਨਹੀਂ। ਮਿਕਸ ਜੀਕੇ ਦੇ ਕੁਐਸਚਨ ਹੈ, ਦੇਖੋ ਪ੍ਰੀਵੀਅਸ ਈਅਰ ਮਿਕਸ ਜੀਕੇ ਦੇ ਕੁਐਸਚਨ ਹੈ। ਠੀਕ ਹੈ, 31 ਸੈੱਟ ਹੈਗੇ ਹੈ, 930 MCQ ਤਾਂ ਡਾਇਰੈਕਟ ਬਣਦੇ ਆ, ਬਟ ਇਸ ਤੋਂ ਜ਼ਿਆਦਾ ਹੈ, ਮੈਂ ਐਕਸਟਰਾ ਫੈਕਟ ਵੀ ਦੱਸੇ ਆ। ਇਹਦੀ PDF ਵੀ ਮਿਲੇਗੀ, ਬਟ ਫॉर ਪ੍ਰੈਕਟਿਸ ਓਨਲੀ। ਉਹਦੇ ਚ ਆਨਸਰ ਮਾਰਕ ਨਹੀਂ ਹੈਗੇ, ਨਾ ਕੋਈ ਐਕਸਟਰਾ ਫੈਕਟ ਮਾਰਕ ਹੈ ਕਿ ਹਾਂ ਜਿਹੜਾ ਐਕਸਟਰਾ ਫੈਕਟ ਕਲਾਸ 'ਚ ਬੋਲਦਾ ਉਹ ਵੀ ਉੱਥੇ ਲਿਖਿਆ ਹੋਇਆ, ਉਹ ਤੁਸੀਂ ਆਪ ਲਿਖੋਗੇ। ਉਹਦਾ ਪ੍ਰਿੰਟ ਆਊਟ ਕਢਾ ਲਓ। ਠੀਕ ਹੈ, ਇਹਨਾਂ 31 ਸੈੱਟਾਂ ਦਾ ਮੈਂ ਆਪਣੇ ਟੈਲੀਗ੍ਰਾਮ ਤੇ ਅਪਲੋਡ ਕਰ ਦੂੰਗਾ ਅੱਜ ਹੀ ਇਸ PDF ਨੂੰ। ਠੀਕ ਹੈ, ਪ੍ਰਿੰਟ ਆਊਟ ਕਢਾ ਲਓ, ਉਹਦੇ ਚ ਕੁਐਸਚਨ ਮਿਲਣਗੇ ਸਿਰਫ। ਓਕੇ ਬਈ, ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ ਨਹੀਂ ਹੈਗੇ, ਸੌਰੀ। ਠੀਕ ਹੈ, ਹਿੰਦੀ में नहीं है, क्षमा कीजिए। ਤੇ ਪ੍ਰੈਕਟਿਸ ਕਲਾਸਾਂ ਲਗਾਣੀਆਂ, ਇਹ ਤੁਹਾਡੇ ਕੋਲ ਟਾਈਮ ਹੈਗਾ ਆ। ਇੱਕ ਕਲਾਸ ਸਵੇਰੇ ਲਾਓ, ਇੱਕ ਸ਼ਾਮ ਨੂੰ ਲਾਓ ਰੋਟੀ ਤੋਂ ਬਾਅਦ, ਜਿਵੇਂ ਡਾਕਟਰ ਕਹਿੰਦੇ ਆ ਹਨਾ। ਤਾਂ 15 ਦਿਨਾਂ ਦੇ ਵਿੱਚ ਇਹ ਨਿਬੜ ਜਾਣਗੇ ਪੇਪਰ ਤੋਂ ਪਹਿਲਾਂ। ਜੇ ਤੁਸੀਂ ਉਹਨੂੰ ਵੀ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਯਾਦ ਕਰ ਲਓਗੇ ਨਾ, 50 ਦੇ ਵਿੱਚੋਂ, ਮਤਲਬ 50 ਚ ਚਲੋ 10 ਕੁਐਸਚਨ ਤਾਂ ਕਰੰਟ ਦੇ ਸਾਈਡ 'ਚ ਕਰ ਦਿਓ, 40 ਦੇ ਵਿੱਚੋਂ ਨਾ ਆਰਾਮ ਨਾਲ ਤੁਸੀਂ 25-30 ਕੁਐਸਚਨ ਤੁਹਾਨੂੰ ਫਸ ਜਾਣਗੇ ਬਾਈ। ਠੀਕ ਹੈ, ਇਹ ਸਾਰੀ YouTube ਤੇ ਪਈਆਂ ਕਲਾਸਾਂ। ਜਿਹੜੀ ਪਲੇਲਿਸਟ ਹੈ ਉਹਦਾ ਨਾਮ ਹੈਗਾ ਜੀ ਪ੍ਰਤਾਪੀ MCQ ਸੀਰੀਜ਼। ਠੀਕ ਹੈ, ਕੀ ਨਾਮ ਉਸ ਪਲੇਲਿਸਟ ਦਾ? ਪ੍ਰਤਾਪੀ MCQ, ਮਤਲਬ ਪ੍ਰਤਾਪੀ ਕੁਐਸਚਨ ਹੈ, ਬਹੁਤ ਘੈਂਟ ਕੁਐਸਚਨ ਹੈ। ਇਹਦਾ ਲਿੰਕ ਡਿਸਕ੍ਰਿਪਸ਼ਨ 'ਚ ਹੈਗਾ, ਇਹ ਦੇਖ ਸਕਦੇ ਹੋ ਤੁਸੀਂ। ਇਹ ਮੈਂ ਸਕਰੀਨਸ਼ਾਟ ਲਾਇਆ ਹੋਇਆ। ਟੋਟਲ ਇੱਥੇ 30 ਹੈ, 31 ਵੀਡੀਓ ਹੈਗੀਆਂ। ਠੀਕ ਹੈ,
ਨਹੀਂ 30 ਵੀਡੀਓ ਹੋਣਗੀ, ਇੱਕ ਦੇ ਵਿੱਚ ਮੈਂ 2 ਸੈੱਟ ਇਕੱਠੇ ਕਰਾਏ ਹੋਏ ਸੀਗੇ, ਠੀਕ ਹੈ। ਤਾਂ 30 ਵੀਡੀਓ ਹੈਗੀਆਂ, ਸੈੱਟ 31 ਹੈ ਬਈ, ਇਹ ਲਗਾ ਲਿਓ। ਇਹਦੇ ਟੈਲੀਗ੍ਰਾਮ ਤੇ ਤੁਹਾਨੂੰ PDF ਮਿਲ ਜਾਏਗੀ, ਮੈਂ ਅੱਗੇ ਦੱਸਦਾ ਕਿੱਥੇ ਮਿਲੇਗੀ। ਲਿੰਕ ਡਿਸਕ੍ਰਿਪਸ਼ਨ 'ਚ ਚੈੱਕ ਕਰ ਲਓ, ਕਮੈਂਟ ਬਾਕਸ 'ਚ ਚੈੱਕ ਕਰ ਲਓ। ਪ੍ਰਤਾਪੀ MCQ ਸੀਰੀਜ਼ ਬਹੁਤ ਵਧੀਆ ਬਈ, ਸੀਰੀਅਸਲੀ। ਸਾਇੰਸ ਦੀ ਮੈਂ 7-8 ਕਲਾਸਾਂ ਕਰਾ ਚੁੱਕਿਆ, ਵਿਟਾਮਿਨ ਕਰਾ ਚੁੱਕਿਆ, ਅਲੱਗ-ਅਲੱਗ ਟੌਪਿਕ ਕਰਾ ਚੁੱਕਿਆ, 2 ਟੈਸਟ ਵੀ ਕਰਾ ਚੁੱਕਿਆ ਕੁਐਸਚਨਾਂ ਦੇ। ਉਹ ਕਰ ਲਓਗੇ, ਸਾਇੰਸ ਦੇ ਬਹੁਤ ਕੁਐਸਚਨ ਕਵਰ ਹੋ ਜਾਣਗੇ, ਠੀਕ ਹੈ। ਇੱਕ ਇਹ TCS ਦੇ ਜਿਹੜੇ ਪੁੱਛੇ ਜਾਂਦੇ ਆ ਕੁਐਸਚਨ, ਇਹ 5 ਵੀਡੀਓ ਹੈਗੀਆਂ ਜੀ। ਇਹ 5 ਘੰਟੇ ਦੀ, ਪੌਣੇ 5 ਘੰਟੇ ਦੀ ਕਲਾਸ ਹੈ। ਇਹ 1.5 ਘੰਟੇ ਦੀ ਹੈ, ਇਹ 1.5 ਘੰਟੇ ਦੀ, ਇਹ ਵੀ 1.5 ਦੀ, ਇਹ ਵੀ 1.5 ਦੀ। 100 ਕੁਐਸਚਨ ਇਹਦੇ 'ਚ ਆ, 100 ਇਹਦੇ 'ਚ ਹੈਗੇ ਆ, 100 ਇਹਦੇ 'ਚ ਹੈ, 100 ਇਹਦੇ 'ਚ ਹੈ। 400 ਕੁਐਸਚਨ ਇਹ ਹੋ ਗਏ, 250 ਕੁਐਸਚਨ ਇਹ ਹੈ, ਤੇ ਤੁਹਾਡੇ ਹੋ ਗਏ 650 ਕੁਐਸਚਨ। ਇਹ ਸਾਰੇ ਲੇਟੈਸਟ ਕੁਐਸਚਨ ਹੈ, ਬਿਲਕੁਲ ਫਰੈਸ਼ ਲੇਟੈਸਟ ਕੁਐਸਚਨ ਹੈਗੇ ਆ, ਤੇ ਆਨਲਾਈਨ ਹੈ। TCS ਨੇ ਪੁੱਛੇ ਆ, ਜਿਹੜੇ ਤੁਹਾਡੇ ਚੰਡੀਗੜ੍ਹ ਪੁਲਿਸ ਦਾ ਪੇਪਰ ਲਊਗੀ ਬਾਈ, ਬਿਲਕੁਲ ਲੇਟੈਸਟ ਕੁਐਸਚਨ। ਥੰਬਨੇਲ ਤੇ ਨਾ ਜੋ ਕਿ ਪੰਜਾਬ ਪੁਲਿਸ ਦਾ ਹੈਗਾ ਜੀ, PSSB ਕਲਰਕ ਦਾ। ਇਹ GK ਦੇ ਕੁਐਸਚਨ ਹੈ ਬਈ, GK ਸਾਰੇ ਪੇਪਰਾਂ 'ਚ ਸੇਮ ਹੀ ਤਾਂ ਆਣੀ ਹੈ, ਤਾਂ ਇਹ ਕਰ ਲਿਓ 650 ਕੁਐਸਚਨ। 900 ਕੁਐਸਚਨ ਉਹ ਹੋ ਗਏ, ਸਾਇੰਸ ਹੋ ਗਈ, 650 ਕੁਐਸਚਨ ਇਹ ਹੋ ਗਏ ਲੇਟੈਸਟ। ਇਹ ਸੀਰੀਜ਼ ਦਾ ਨਾਮ ਹੈਗਾ ਜੀ ਪ੍ਰਤਾਪੀ 에ਅਰਵੇਜ਼, ਬਟ ਇਹਦੀ PDF ਕੋਈ ਨਹੀਂ ਹੈਗੀ ਬਈ, ਸਿੱਧੀ ਜੀ ਗੱਲ ਹੈ। ਇਹ ਤੁਹਾਨੂੰ ਆਪ ਹੀ ਲਿਖਣੇ ਪੈਣੇ ਆ, ਜੇ ਲਿਖਣ ਦੀ ਵੀ ਲੋੜ ਨਹੀਂ ਹੈਗੀ। ਵੀਡੀਓ ਨੂੰ ਫਾਸਟ ਕਰੋ, ਵੀਡੀਓ ਨੂੰ ਸੁਣ ਲਓ, 1-2 ਵਾਰ ਸੁਣੋਗੇ ਤੁਹਾਨੂੰ ਕੁਐਸਚਨ ਯਾਦ ਹੋ ਜਾਣਗੇ, ਆਨਸਰ ਯਾਦ ਹੋ ਜਾਣਗੇ, ਠੀਕ ਹੈ। ਉਸ ਤੋਂ ਇਲਾਵਾ ਜੇ ਮਾਡਰਨ ਹਿਸਟਰੀ ਪੜ੍ਹਨੀ ਹੈ, ਮਾਡਰਨ ਹਿਸਟਰੀ ਦੀ ਮੈਂ ਸੀਰੀਜ਼ ਚਲਾਈ ਹੋਈ ਹੈ, 12 ਕਲਾਸਾਂ ਹੋ ਚੁੱਕੀਆਂ। ਹਰ ਕਲਾਸ ਦੇ ਵਿੱਚ 25 ਕੁਐਸਚਨ ਆਪਾਂ ਡਿਸਕਸ ਕਰਦੇ ਹਾਂ, ਨਾਲ ਐਕਸਟਰਾ ਫੈਕਟ ਡਿਸਕਸ ਕਰਦੇ ਹਾਂ। 1000 ਕੁਐਸਚਨ ਕਰਾਣੇ ਆ, ਮੇਬੀ ਤੁਹਾਡੇ ਚੰਡੀਗੜ੍ਹ ਪੁਲਿਸ ਦੇ ਪੇਪਰ ਤੋਂ ਪਹਿਲਾਂ ਮੈਂ ਕਰਾ ਦੂੰ। ਹਾਲੇ ਤਾਂ 350 ਦੇ ਨੇੜੇ ਤੇੜੇ ਹੀ ਹੋਏ ਆ ਕੁਐਸਚਨ, ਠੀਕ ਹੈ। ਇਹ ਹੈਗਾ, ਇਹ ਵੀ ਫ੍ਰੀ ਹੈ, ਇਹ ਵੀ YouTube ਦੇ ਉੱਤੇ ਹੈਗੀ ਹੈ ਜੀ, 1000 ਮਾਡਰਨ ਹਿਸਟਰੀ MCQ ਦੇ ਨਾਂ ਤੋਂ, ਇਹ ਵੀ ਕਰ ਸਕਦੇ ਹੋ, ਠੀਕ ਹੈ। GK ਸਾਰੀ ਫ੍ਰੀ ਪਈ ਹੈ ਬਈ। ਇਹ ਸਾਰੇ ਕੁਐਸਚਨ ਵੀ ਜੇ ਤੁਸੀਂ ਕਰ ਲਓਗੇ ਨਾ YouTube ਤੋਂ, ਜਿੰਨੇ ਕਰਾਏ ਆ, ਮੇਰੀ ਗਾਰੰਟੀ ਹੈ ਸਾਰਾ ਪੇਪਰ ਕਵਰ ਹੋ ਜਾਏਗਾ ਤੁਹਾਡਾ ਸਾਰਾ। ਇਹ 8 ਵੀਡੀਓ ਹੈਗੀਆਂ ਜੀ। ਡੇਲੀ GK ਪ੍ਰੈਕਟਿਸ ਕਰਦੇ ਸੀਗੇ ਆਪਾਂ, 30 ਕੁਐਸਚਨ ਡੇਲੀ ਦੇ ਸੀਗੇ, ਤਾਂ ਇਹ 8 ਵੀਡੀਓ ਹੈਗੀਆਂ, ਠੀਕ ਹੈ। ਤਾਂ 250 ਕੇ ਕੁਐਸਚਨ ਇਹ ਬਣ ਜਾਂਦੇ ਆ। ਇਹ ਵੀ ਮਿਕਸ GK ਹੈ, ਹਿਸਟਰੀ, ਪੋਲਿਟੀ, ਜਿਓਗ੍ਰਾਫੀ ਸਭ ਕੁਝ ਹੈ ਇਹਦੇ 'ਚ, ਓਕੇ ਬਈ। ਇਹ GK ਦੀ ਕਲਾਸਾਂ ਜੇ ਤੁਸੀਂ ਕਰ ਲਓਗੇ ਨਾ, ਤੁਹਾਡੇ ਚੰਡੀਗੜ੍ਹ ਪੁਲਿਸ ਦੇ ਮੰਨ ਲਓ ਕਰੰਟ ਅਫੇਅਰ ਨੂੰ ਛੱਡ ਕੇ 40 ਕੁਐਸਚਨ GK ਦੇ ਆਣੇ ਆ। ਤੁਹਾਨੂੰ ਇਹ ਵੀ ਹੋ ਸਕਦਾ ਹੈ ਕਿ 40 ਦੇ 40 ਵੀ ਤੁਹਾਨੂੰ ਫਸ ਜਾਣ, ਠੀਕ ਹੈ। ਬਹੁਤ ਵਧੀਆ ਕੁਐਸਚਨ ਹੈ, ਤੇ ਸਾਰੇ ਉਹ ਵਾਲੇ ਕੁਐਸਚਨ ਹੈ ਜਿਹੜੇ TCS ਦੇ ਲੈਵਲ ਦੇ ਹੁੰਦੇ, ਜਿਹੜੇ ਪੁੱਛਦੀ ਹੈ ਉਹ। ਇਹ ਨਹੀਂ ਕਿ ਹਾਂ ਬਿਲਕੁਲ ਸੌਖੇ ਜਿਹੇ ਕੁਐਸਚਨ ਤੁਹਾਨੂੰ ਕਰਾਤੇ ਉੱਪਰੋਂ। ਬਹੁਤ ਵਧੀਆ ਕੁਐਸਚਨ ਉਹਦੇ 'ਚ ਹੈਗੇ ਆ, ਤਾਂ ਉਹ ਤੁਸੀਂ ਲਗਾ ਸਕਦੇ ਹੋ। ਬਾਕੀ ਕੋਈ ਡਾਊਟ, ਕੋਈ ਕੁਵੇਰੀ ਹੈ, ਮੈਨੂੰ ਇੱਥੇ ਮੈਸੇਜ ਕਰ ਲਓ ਬਈ, ਇੱਥੇ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ। ਅੰਕਿਤ ਸਿੰਘ ਰਾਣਾ ਦੇ ਨਾਂ ਤੋਂ ਇੰਸਟਾਗ੍ਰਾਮ ਦੇ ਉੱਤੇ ID ਹੈਗੀ ਹੈ, II ਹੈ ਅੰਕਿਤ ਦੇ ਵਿੱਚ। ਮੇਰੀ ਕਲਾਸਾਂ ਦੇ ਲਿੰਕ, ਜੋ ਵੀ ਮੈਂ GK ਦੀ ਪ੍ਰੈਕਟਿਸ ਕਰਾਉਂਦਾ, ਇਹ ਅੰਕਿਤ ਸਿੰਘ ਰਾਣਾ ਆਫੀਸ਼ੀਅਲ ਟੈਲੀਗ੍ਰਾਮ ਚੈਨਲ ਹੈ। ਤੇ ਇਹ ਜਿਹੜੀ ਮੈਂ ਤੁਹਾਨੂੰ ਇਹ ਕਲਾਸ ਕਰਾ ਰਿਹਾ ਚੰਡੀਗੜ੍ਹ ਪੁਲਿਸ ਦਾ ਪੇਪਰ, ਇਹ ਵੀ ਮੈਂ ਅੱਜ ਇੱਥੇ ਅਪਲੋਡ ਕਰ ਦੂੰਗਾ, ਠੀਕ ਹੈ ਜੀ। ਇੱਥੋਂ ਡਾਊਨਲੋਡ ਕਰ ਸਕਦੇ ਹੋ। ਪ੍ਰਤਾਪੀ ਉਹ ਵੀ ਇੱਥੋਂ ਡਾਊਨਲੋਡ ਕਰ ਸਕਦੇ ਹੋ, ਠੀਕ ਹੈ। ਜਿਹੜੇ ਮੈਂ ਤੁਹਾਨੂੰ ਕਿਹਾ ਵੀ 31 ਸੈੱਟ ਹੈਗੇ ਆ, ਬਹੁਤ ਇੰਪੋਰਟੈਂਟ ਹੈ GK ਦੇ, ਉਹ ਵੀਡੀਓ ਆਲਰੇਡੀ ਇੱਥੇ ਅਪਲੋਡ ਹੈਗੀ ਹੈ, ਜਾ ਕੇ ਦੇਖੋਗੇ ਮਿਲ ਜੇਗੀ, ਪਰ ਮੈਂ ਦੁਬਾਰੇ ਵੀ ਕਰ ਦੂੰਗਾ, ਕੋਈ ਚੱਕਰ ਨਹੀਂ, ਠੀਕ ਹੈ। ਬਾਕੀ ਚੈਨਲ ਦੇ ਉੱਤੇ ਨਏ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜਿਹੜੇ ਤੁਹਾਡੇ ਯਾਰ ਮਿੱਤਰ ਬੈਲੀ ਚੰਡੀਗੜ੍ਹ ਪੁਲਿਸ ਦੀ ਤਿਆਰੀ ਕਰ ਰਹੇ ਆ, ਉਹਨਾਂ ਨਾਲ ਕਲਾਸ ਸ਼ੇਅਰ ਕਰਕੇ ਉਹਨਾਂ ਨੂੰ ਦੱਸ ਦਿਓ ਕਿ ਇਹੋ ਜਿਹਾ ਪੇਪਰ ਆਇਆ ਸੀਗਾ ਲਾਸਟ ਟਾਈਮ, 17 ਨਵੰਬਰ ਦਾ ਪੇਪਰ ਹੈ। ਵੀਡੀਓ ਕਿਹੋ ਜਿਹੀ ਲੱਗੀ ਹੈ ਕਮੈਂਟ ਕਰ ਲਿਓ, ਕੋਈ ਡਾਊਟ ਆਇਆ ਤਾਂ ਉਹ ਕਮੈਂਟ ਕਰ ਲਿਓ, ਠੀਕ ਹੈ। ਕੋਈ ਟੌਪਿਕ ਤੇ ਵੀਡੀਓ ਚਾਹੀਦੀ ਹੈ ਕਮੈਂਟ ਕਰ ਦਿਓ, ਜੇ ਮੇਰੇ ਕੋਲ ਟਾਈਮ ਹੋਇਆ ਤਾਂ ਮੈਂ ਪੱਕਾ ਬਣਾਉਂਗਾ ਬਾਈ, ਠੀਕ ਹੈ। ਬਾਕੀ ਵੀਡੀਓ ਤਾਂ ਲਾਈਕ ਕਰ ਦਿੱਤੀ ਹੋਣੀ ਤੁਸੀਂ, ਮੈਨੂੰ ਪਤਾ ਹੈ, ਓਕੇ। ਇਹ ਅਕੈਡਮੀ ਦੇ ਨੰਬਰ ਹੈਗੇ ਆ, ਬਾਕੀ ਕਲਾਸਾਂ ਦੇ ਲਿੰਕ ਤੁਹਾਨੂੰ ਇੱਥੇ ਮਿਲਦੇ ਆ ਜੀ, ਪ੍ਰਤਾਪ ਅਕੈਡਮੀ ਦੇ। ਇਹਦੇ ਤੇ ਵੀ PDF ਪਈਆਂ, ਜਾ ਕੇ ਇੱਕ ਵਾਰ ਟੈਲੀਗ੍ਰਾਮ ਚੈਨਲ ਤੇ ਜਰੂਰ ਦੇਖ ਲਿਓ। ਆਪਣੀ ਐਪ ਹੈਗੀ ਹੈ ਜੀ ਪ੍ਰਤਾਪ ਅਕੈਡਮੀ, ਐਂਡਰੋਇਡ ਐਪ, ਇਹ ਡਾਊਨਲੋਡ ਕਰ ਸਕਦੇ ਹੋ। ਜੇ ਆਈਫੋਨ ਯੂਜ਼ ਕਰਦੇ ਹੋ ਤਾਂ ਮਾਈ ਇੰਸਟੀਟਿਊਟ ਐਪ ਡਾਊਨਲੋਡ ਕਰ ਲਿਓ, ਠੀਕ ਹੈ। ਐਪ ਦੇ ਉੱਤੇ ਇੱਕ ਫੋਲਡਰ ਹੈ ਫ੍ਰੀ ਸਟੱਡੀ ਮਟੀਰੀਅਲ ਦਾ, ਉਹਦੇ 'ਚ ਵੀ ਕਾਫੀ PDF ਪਈਆਂ, ਉਹ ਵੀ ਦੇਖ ਸਕਦੇ ਹੋ, ਠੀਕ ਹੈ। ਤੇ ਬਈ ਰਹੀ ਗੱਲ ਮੈਥ ਰੀਜ਼ਨਿੰਗ ਦੀ, ਚੈਨਲ ਨੂੰ ਸਬਸਕ੍ਰਾਈਬ ਕਰੋ, ਪਲੇਲਿਸਟਾਂ ਚੈੱਕ ਕਰੋ, ਉੱਥੇ ਮੈਥ ਤੇ ਰੀਜ਼ਨਿੰਗ ਵੀ ਕਰਾਈ ਹੋਈ ਹੈ। ਸਾਰੀ ਰੀਜ਼ਨਿੰਗ ਫ੍ਰੀ ਆਫ ਕੋਸਟ YouTube ਦੇ ਉੱਤੇ ਪਈ ਹੈ, ਸਾਡੇ ਹੀ ਚੈਨਲ ਤੇ। ਉਸ ਤੋਂ ਇਲਾਵਾ ਕੋਈ ਰੀਜ਼ਨਿੰਗ ਪੜ੍ਹਨ ਦੀ ਲੋੜ ਨਹੀਂ ਤੁਹਾਨੂੰ। ਚੰਡੀਗੜ੍ਹ ਪੁਲਿਸ 'ਚ ਜਿਹੜੀ ਰੀਜ਼ਨਿੰਗ ਆਏਗੀ ਸਾਰੀ ਕਵਰ ਹੋ ਜਾਏਗੀ ਉੱਥੋਂ ਹੀ, ਗਾਰੰਟੀ ਹੈ ਮੇਰੀ। ਮੈਥ ਦੀ ਵੀ ਕਾਫੀ ਕਲਾਸਾਂ ਹੈਗੀਆਂ, ਮੈਥ ਦੇ ਚੈਪਟਰ ਵਾਈਜ਼ ਤੁਸੀਂ ਕਲਾਸਾਂ ਲਗਾ ਸਕਦੇ ਹੋ, ਠੀਕ ਹੈ। ਉਸ ਤੋਂ ਜੇ ਜ਼ਿਆਦਾ ਐਡਵਾਂਸ ਲੈਵਲ ਦੇ ਵਿੱਚ ਪੜ੍ਹਨਾ ਹੈ, ਠੀਕ ਹੈ, CGL ਲੈਵਲ ਤੱਕ ਜਾਣਾ ਹੈ, ਜੇ ਤੁਹਾਡਾ ਮੈਥ ਬਹੁਤ ਹੀ ਵੀਕ ਹੈ ਤਾਂ ਉਹ ਤੁਸੀਂ ਮੈਥ ਦਾ ਕੋਰਸ ਲੈ ਸਕਦੇ ਹੋ, ਠੀਕ ਹੈ। ਅਦਰਵਾਈਜ਼ ਜੇ ਤੁਹਾਡਾ ਮੈਥ ਠੀਕ ਹੈ, ਪ੍ਰੈਕਟਿਸ ਉੱਥੇ ਬਹੁਤ ਕਲਾਸਾਂ ਹੈਗੀਆਂ, ਉਹਨਾਂ ਦੀ ਪ੍ਰੈਕਟਿਸ ਕਰੋ ਬਸ, ਹੋਰ ਕੁਝ ਨਹੀਂ, ਠੀਕ ਹੈ। ਕੋਈ ਫालतू ਕੋਰਸ ਵਗੈਰਾ ਦੇ ਚੱਕਰਾਂ 'ਚ ਨਹੀਂ ਪੈਣਾ। 1 ਮਹੀਨੇ ਦੇ ਵਿੱਚ ਕੋਈ ਨਹੀਂ ਤੁਹਾਨੂੰ ਤਿਆਰੀ ਕਰਾ ਸਕਦਾ, ਠੀਕ ਹੈ। ਜੇ ਤੁਸੀਂ ਬਿਲਕੁਲ ਫਰੈਸ਼ ਹੋ, ਤੁਸੀਂ ਨਹੀਂ ਆਪਣਾ ਬੇਸ ਕਲੀਅਰ ਕਰਿਆ ਹੋਇਆ, 1 ਮਹੀਨੇ 'ਚ ਕੋਈ ਅਕੈਡਮੀ ਨਹੀਂ ਜਿਹੜੀ ਕਹਦੇ ਵੀ ਮੈਂ ਤਿਆਰੀ ਕਰਾ ਦੂੰਗੀ।
ਠੀਕ ਹੈ, ਸਿਰਫ ਕੋਰਸ ਵਿਕਦੇ ਆ ਜੀ। ਠੀਕ ਹੈ, ਤਾਂ ਮੇਰੀ ਸਲਾਹ ਤੁਹਾਨੂੰ ਇਹੀ ਹੈ, ਜੀਕੇ ਦੇ ਦੇਖੋ ਹੁਣ ਜੀ ਤੁਸੀਂ ਥਿਉਰੀ ਪੜ੍ਹਨ ਬੈਠੋਗੇ 1 ਮਹੀਨੇ ਦੇ ਵਿੱਚ, ਕੱਲੀ ਪੋਲਿਟੀ ਜਾਂ ਹਿਸਟਰੀ ਇਹੀ ਨਿਬੜ ਗਈ ਬਸ, ਹੋਰ ਤੁਸੀਂ ਸਾਰੀ ਥਿਉਰੀ ਨਹੀਂ ਕਰ ਸਕਦੇ। ਤਾਂ ਇਸ ਤੋਂ ਵਧੀਆ ਜਿਹੜੇ ਟੌਪਿਕਾਂ ਦੇ ਪਹਿਲਾਂ ਕੁਐਸਚਨ ਆਏ ਹੋਏ ਆ ਹਨਾ, ਉਹ ਟੌਪਿਕ ਕਰ ਲਓ ਇੱਕ ਵਾਰ, ਕਰੰਟ ਅਫੇਅਰ ਪੜ੍ਹ ਲਓ ਵਧੀਆ ਤਰੀਕੇ ਨਾਲ, ਤੇ ਪ੍ਰੀਵੀਅਸ ਈਅਰ ਪਿਛਲੇ 2-3 ਸਾਲਾਂ ਦੇ MCQ ਇਹ ਸਾਰੇ ਮੈਂ ਤੁਹਾਨੂੰ ਦੱਸੇ ਆ, ਇਹ ਪਿਛਲੇ 2-3 ਸਾਲਾਂ ਦੇ MCQ ਹੈਗੇ ਆ ਜਿਹੜੇ ਅਲੱਗ-ਅਲੱਗ ਪੇਪਰਾਂ 'ਚ ਪੁੱਛੇ ਗਏ ਆ ਬਾਈ, ਇਹ ਸਾਰੇ ਕਰ ਲਓ। ਠੀਕ ਹੈ, ਇਹਨਾਂ ਦੇ ਨਾਲ ਜਿਹੜੇ ਐਕਸਟਰਾ ਫੈਕਟ ਤੁਹਾਨੂੰ ਦੱਸੇ ਆ ਉਹ ਕਰ ਲਓ। ਗਰੰਟੀ ਹੈ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਇਹਨਾਂ ਤੋਂ ਹੀ ਫਸਣਗੇ ਜੇ ਤੁਸੀਂ ਵਧੀਆ ਤਰੀਕੇ ਨਾਲ ਕਰਕੇ ਜਾਓਗੇ, ਯਾਦ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਹਾਂ ਇੱਕ ਵਾਰ ਵੀਡੀਓ ਦੇਖੀ ਉੱਪਰੋਂ ਬਸ ਕਰ ਲਿਆ, ਸਕਿਪ ਕਰਕੇ ਸਕਿਪ ਕੋਈ ਨਹੀਂ ਕਰਨੀ ਹੁੰਦੀ ਵੀਡੀਓ, ਬਸ ਉਹਨੂੰ ਤੇਜ਼ ਕਰ ਲਿਆ ਕਰੋ। ਠੀਕ ਹੈ, ਇਹ ਮੈਥ ਦਾ ਬੈਚ ਹੈਗਾ, ਜੇ ਬਾਈ ਚਾਂਸ ਤੁਹਾਡਾ ਮੂਡ ਬਣਦਾ ਹੈ ਮੈਥ ਦਾ ਬੈਚ ਲੈਣ ਦਾ, ਇੱਕ ਕੂਪਨ ਨੋਟ ਕਰ ਸਕਦੇ ਹੋ ਤੁਸੀਂ ਬਈ। ਠੀਕ ਹੈ, ਕੂਪਨ ਉਹਦੇ ਚ ਨਾਲ ਤੁਹਾਨੂੰ ਆਫ ਮਿਲ ਜਾਏਗਾ ਬਸ। ਠੀਕ ਹੈ, ਕੂਪਨ ਹੈਗਾ ASR30, ਠੀਕ ਹੈ 30% ਆਫ ਮਿਲ ਜਾਏਗਾ। ਠੀਕ ਹੈ, ਮੈਥ ਦੇ ਕੋਰਸ ਤੇ, ਬਾਕੀ ਹੋਰ ਆਪਣੇ ਕੋਰਸ ਹੈਗੇ ਆ ਦੇਖ ਲਿਓ ਇੱਕ ਵਾਰ। ਠੀਕ ਹੈ, ਵੀਡੀਓ ਕਿਹੋ ਜੀ ਲੱਗੀ ਹੈ ਕਮੈਂਟ ਕਰਨਾ ਹੈ, ਇੱਥੇ ਫੋਲੋ ਜ਼ਰੂਰ ਕਰ ਲਿਓ, ਜੋ ਵੀ ਤੁਹਾਡੇ ਡਾਊਟ ਮੈਸੇਜ ਹੈਗੇ ਆ ਇੱਥੇ ਭੇਜ ਦਿਓ ਬਈ ਸਾਰਾ ਕੁਝ। ਠੀਕ ਹੈ, ਚਲੋ ਫਿਰ ਓਕੇ, ਖਤਮ, ਟਾਟਾ ਬਾਏ ਬਾਏ, ਨੈਕਸਟ ਕਲਾਸ 'ਚ ਮਿਲਦੇ ਹਾਂ ਫਿਰ।